श्री गुरु ग्रंथ साहिब जी ते उन्हां दी साडे लई जो मार्गदर्शन है, जो साडे लई सिक्ख्यावां हन, जो साडे वजूद है साडी जिंदगी दा, वो श्री गुरु ग्रंथ साहिब जी है। एक वडभागा दिन सी जदों श्री गुरु ग्रंथ साहिब जी दे सानू लड़ लाया। उस दिन तो लैके अज दे दिन तक कदे भी एक पल भी नहीं हो बीतिया जदों एक सिख ਅਤੇ हर इंसान जो श्री गुरु ग्रंथ साहिब ਵਿੱਚ आशा रखता है, उसका जीवन उसका मूल इस तो वखरा होया होवे। चाहे वो गल बाबा बंदा सिंह बहादुर दी सरहंद नूं फतेह करन दी होवे सिख संगतां दे नाल मिल के, जां फिर उस तो बाद कोट लखपत राय जकरिया खान अबदाली दे जुल्म दी गल होवे ते ਸਿੰਘਾਂ ਵੱਲੋਂ ਜ਼ੁਲਮ ਦਾ ਟਾਕਰਾ ਕਰਨ ਦੀ ਗੱਲ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹਮੇਸ਼ਾ ਹੀ ਸਿੱਖਾਂ ਨੇ ਆਪਣੇ ਮਨ ਵਿੱਚ ਰੱਖੀ ਹੈ। ਅੰਗਰੇਜ਼ ਆਏ, ਅੰਗਰੇਜ਼ਾਂ ਨੇ ਵੀ ਇਹ ਗੱਲ ਭਲੀ ਭਾਂਤ ਜਾਣੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਸਿੱਖਾਂ ਵਾਸਤੇ ਇੰਨੀ ਹੈ ਕਿ ਇਸ ਤੋਂ ਬਿਨਾਂ ਇੱਕ ਕਦਮ ਵੀ ਅੱਗੇ ਨਹੀਂ ਜਾ ਸਕਦੇ। ਸੋ ਮਹਾਨਤਾ ਦੇ ਰਾਹੀਂ ਅੰਗਰੇਜ਼ਾਂ ਨੇ ਆਪਣੇ ਸਮੇਂ ਚਾਲਾਂ ਚੱਲੀਆਂ। श्री गुरु ग्रंथ साहिब जी नालों विचारधारा दे नालों सिखां नूं तोड़न दी कोशिश कीती, असफल रहियां। जिथे 10 गुरु साहिबान दी चरण छो प्राप्त धरती है, जिस धरती दे उत्ते सिखां ने समुचे भारत दे लई मुगलां दा टकरा कीता, अंग्रेजां दा टकरा कीता अते आज़ादी दवाई भारत नूं। उसे धरती ते लगातार श्री गुरु ग्रंथ साहिब जी दी बेअदबी दीयां घटनावां इन्नी वड्डी पद्धर ते वापरियां कि हर सिख दा हिरदा आहत होया। जदों 84 वापरी है दिल्ली च सिखां दा कतलेआम होया, दरबार साहिब दे उत्ते हमला होया, कि हिमाचल दे विच भी इहो जी घटनावां वापरियां? तो कहण लगे हाँ क्यों नहीं, ਇੱਥੇ ਬਹੁਤ ਘਟਨਾਵਾਂ ਵਾਪਰੀਆਂ ਨੇ। ਇੱਥੇ 500 ਤੋਂ ਵੱਧ ਸਿੱਖ ਪਰਿਵਾਰਾਂ ਦੇ ਉੱਤੇ ਹਮਲੇ ਹੋਏ ਨੇ। ਸਿੱਖਾਂ ਦੀ ਜਿਹੜੀ ਦੁਕਾਨਾਂ ਨੇ ਮੰਡੀ 'ਚ ਉਹ ਸਾੜੀ ਗਈਆਂ ਸੀਗੀਆਂ। ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ? ਉਹ ਕਹਿੰਦੇ ਇੱਥੇ ਕੋਠਾ ਗੁਰੂ ਕਾ ਗੁਰਦੁਆਰਾ ਸਾਹਿਬ ਹੈ ਕੋਈ ਨੇੜੇ, ਛੋਟਾ ਗੁਰਦੁਆਰਾ ਸਾਹਿਬ ਹੈ, ਉੱਥੇ ਭੀੜ ਪੈ ਗਈ ਸੀ। ਟੁੱਟ ਕੇ ਗੁਰਦੁਆਰਾ ਸਾਹਿਬ 'ਤੇ ਪੱਥਰਬਾਜ਼ੀ ਕੀਤੀ ਅਤੇ ਉਹਨਾਂ ਨੇ ਮਤਲਬ ਇੱਟਾਂ ਮਾਰੇ, ਰੋੜੇ ਮਾਰੇ। ਤੇ ਉਹ ਕਹਿਣ ਲੱਗੇ ਕਿ ਇੱਥੋਂ ਸਿੱਖ ਪਹਿਲਾਂ ਜਾ ਚੁੱਕੇ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਸੀ ਘਟਨਾਵਾਂ ਦਾ। ਕੁਛ ਕੁ ਪਰਿਵਾਰ ਇੱਥੇ ਰਹਿ ਗਏ ਸੀਗੇ, ਪਰ ਉਹ ਵੀ ਕਿਤੇ ਬਾਹਰ ਗਏ ਹੋਣ ਕਰਕੇ ਇੱਥੇ ਸਿੱਖ ਕੋਈ ਵੀ ਨਹੀਂ ਸੀ ਨੇੜੇ। ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਦੰਗਾਈ ਲੋਕ ਨੇ ਹਿੰਦੂ ਤਵੀ, ਉਹ ਸਾਡੇ ਗੁਰੂ ਘਰ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕਰ ਸਕਦੇ ਨੇ। ਤੇ ਉਹ ਕਹਿੰਦਾ ਮੈਂ ਮਹਾਰਾਜ ਦਾ ਸਰੂਪ, ਮੈਂ ਜਿਹੜੀ ਹਾਲਤ ਸੀਗਾ ਉਸੇ ਹਾਲਤ ਮਹਾਰਾਜ ਦਾ ਸਰੂਪ ਲੈ ਕੇ ਸਿਰ ਦੇ ਉੱਤੇ ਨੰਗੇ ਪੈਰ ਹੀ ਮੈਂ ਜੰਗਲ 'ਚ ਭੱਜ ਗਿਆ। ਮੇਰੇ ਪੈਰਾਂ ਦੇ ਵਿੱਚ ਕੰਡਿਆਂ ਨਾਲ ਪੈਰ ਖੂਨ ਨਾਲ ਲੱਥ-ਪੱਥ ਹੋ ਗਿਆ, ਕੰਚ ਵੱਜਿਆ, ਕੰਡੇ ਵੱਜੇ, ਪਰ ਮੈਂ ਰੁਕਿਆ ਨਹੀਂ। ਤੇ ਪਤਾ ਨਹੀਂ ਕਿਹੜੀ ਇਹੋ ਜਿਹੀ ਪਾਵਰ ਆ ਗਈ ਮੇਰੇ ਅੰਦਰ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਮੈਨੂੰ ਕੁਛ ਵੀ ਨਹੀਂ ਦਿਸ ਰਿਹਾ ਸੀ। ਮੇਰੇ ਪੈਰ ਦੋਨੋਂ ਫਟ ਚੁੱਕੇ ਸੀਗੇ, ਖੂਨ ਨਾਲ ਲੱਥ-ਪੱਥ ਹੋ ਗਏ, ਪਰ ਫਿਰ ਵੀ ਮੈਂ ਰੁਕਣ ਬਾਰੇ ਸੋਚ ਵੀ ਨਹੀਂ ਰਿਹਾ ਸੀ। ਉਹ ਇੰਨਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਹੈ, ਜੇ ਇਹਦੀ ਗੱਲ ਕਰਨ ਲੱਗ ਜਾਈਏ ਤੇ ਸਮਾਂ ਬਹੁਤ ਥੋੜਾ ਪੈ ਜਾਊਗਾ। ਪੰਜਾਬ ਨਗਾਰਾ ਦੇ ਦਰਸ਼ਕਾਂ ਨੂੰ ਮੈਂ ਤਹਿ ਦਿਲੋਂ ਜੀ ਆਇਆਂ ਆਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਵੀਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਅੱਜ ਦਾ ਵਿਸ਼ਾ ਅਸੀਂ ਲੈ ਕੇ ਆਏ ਹਾਂ, ਇੱਕ ਬੜਾ ਹੀ ਸੰਜੀਦਾ ਵਿਸ਼ਾ, ਗੰਭੀਰ ਵਿਸ਼ਾ। ਤੇ ਇਸ ਵਿਸ਼ੇ ਤੋਂ ਬਗੈਰ ਮੈਂ ਇਹ ਸਮਝਦਾ ਹੈਗਾ ਕਿ ਸਾਡਾ ਵਜੂਦ ਨਹੀਂ ਹੈ। ਸਮੁੱਚੇ ਸਿੱਖਾਂ ਦਾ, ਸਮੁੱਚੀ ਮਾਨਵਤਾ ਦਾ ਉਹ ਨਾਨਕ ਨਾਮ ਲੇਵਾ ਸੰਗਤ ਜਿਹਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਹੈ। ਸੋ ਮੇਰਾ ਭਾਵ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਦੀ ਸਾਡੇ ਲਈ ਜੋ ਮਾਰਗਦਰਸ਼ਨ ਹੈ, ਜੋ ਸਾਡੇ ਲਈ ਸਿੱਖਿਆਵਾਂ ਹਨ, ਜੋ ਸਾਡੇ ਵਜੂਦ ਹੈ ਸਾਡੀ ਜ਼ਿੰਦਗੀ ਦਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਮੈਂ ਜੇ ਦੋ ਸ਼ਬਦ ਕਹਿਣੇ ਚਾਹਾਂ
ਕਿ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਖੁਦ ਸ਼ਰਧਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਚੌਰ ਸਾਹਿਬ ਦੀ ਸੇਵਾ ਕੀਤੀ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤਾ। ਸੰਗਤਾਂ ਨੂੰ ਉਦੋਂ ਤੋਂ ਹੀ ਇੱਕ ਮਾਰਗਦਰਸ਼ਨ ਮਿਲਣਾ ਸ਼ੁਰੂ ਹੋਇਆ। ਇੱਕ ਕਿਸਮ ਨਾਲ ਮੈਂ ਕਹਾਂ ਕਿ ਇੱਕ ਵੱਡੀ ਵਿਚਾਰਧਾਰਾ ਦੇ ਰੂਪ ਵਿੱਚ ਸਮੁੱਚੀ ਮਾਨਵਤਾ ਦੇ ਲਈ ਇੱਕ ਵੱਡੀ ਵਿਚਾਰਧਾਰਾ, ਜਿਸ ਵਿਚਾਰਧਾਰਾ ਤੋਂ ਬਗੈਰ ਸਾਡਾ ਵਜੂਦ ਹੀ ਨਹੀਂ ਹੈ, ਉਹ ਮਿਲੀ। ਉਸ ਤੋਂ ਬਾਅਦ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1708 ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਹੋਇਆਂ ਇਹ ਕਿਹਾ ਕਿ ਜੋ ਵੀ ਇਹ ਬਚਨ ਕੀਤੇ ਕਿ ਜੋ ਸਿੱਖ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋਚ ਹੈ, ਖੋਜ ਸ਼ਬਦ ਮੇਲੇ। ਸੋ ਉਸ ਦਿਨ ਤੋਂ ਇੱਕ ਵਡਭਾਗਾ ਦਿਨ ਸੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਲੜ ਲਾਇਆ। ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਕਦੇ ਵੀ ਇੱਕ ਪਲ ਵੀ ਨਹੀਂ ਉਹ ਬੀਤਿਆ ਜਦੋਂ ਇੱਕ ਸਿੱਖ ਅਤੇ ਹਰ ਇਨਸਾਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸ਼ਾ ਰੱਖਦਾ ਹੈ, ਉਸ ਦਾ ਜੀਵਨ, ਉਸ ਦਾ ਮੂਲ ਇਸ ਤੋਂ ਵੱਖਰਾ ਹੋਇਆ ਹੋਵੇ। ਚਾਹੇ ਉਹ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਨੂੰ ਫਤਿਹ ਕਰਨ ਦੀ ਹੋਵੇ ਸਿੱਖ ਸੰਗਤਾਂ ਦੇ ਨਾਲ ਮਿਲ ਕੇ, ਜਾਂ ਫਿਰ ਉਸ ਤੋਂ ਬਾਅਦ ਕੋਟ ਲਖਪਤ ਰਾਏ, ਜ਼ਕਰੀਆ ਖਾਨ, ਅਬਦਾਲੀ ਦੇ ਜ਼ੁਲਮ ਦੀ ਗੱਲ ਹੋਵੇ ਤੇ ਸਿੰਘਾਂ ਵੱਲੋਂ ਜ਼ੁਲਮ ਦਾ ਟਾਕਰਾ ਕਰਨ ਦੀ ਗੱਲ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹਮੇਸ਼ਾ ਹੀ ਸਿੱਖਾਂ ਨੇ ਆਪਣੇ ਮਨ ਵਿੱਚ ਰੱਖੀ ਹੈ। ਉਸ ਤੋਂ ਬਾਅਦ ਮਿਸਲਾਂ ਦਾ ਆਉਣਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਆਉਣਾ, ਧਰਮ ਦਾ ਕੁੰਡਾ ਸਿਆਸਤ ਤੇ ਹਮੇਸ਼ਾ ਕਾਇਮ ਰਿਹਾ। ਜਿੰਨਾ ਚਿਰ ਤੱਕ ਕਾਇਮ ਰਿਹਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਪੂਰੀ ਤਰ੍ਹਾਂ ਕਾਇਮ ਰਿਹਾ, ਸਿੱਖ ਰਾਜ ਕਾਇਮ ਰਿਹਾ। ਉਸ ਤੋਂ ਬਾਅਦ ਅੰਗਰੇਜ਼ ਆਏ। ਅੰਗਰੇਜ਼ਾਂ ਨੇ ਵੀ ਇਹ ਗੱਲ ਭਲੀ ਭਾਂਤ ਜਾਣੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਸਿੱਖਾਂ ਵਾਸਤੇ ਇੰਨੀ ਹੈ ਕਿ ਇਸ ਤੋਂ ਬਿਨਾਂ ਇੱਕ ਕਦਮ ਵੀ ਅੱਗੇ ਨਹੀਂ ਜਾ ਸਕਦੇ। ਸੋ ਮਹੰਤਾਂ ਦੇ ਰਾਹੀਂ ਅੰਗਰੇਜ਼ਾਂ ਨੇ ਆਪਣੇ ਸਮੇਂ ਚਾਲਾਂ ਚੱਲੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ, ਵਿਚਾਰਧਾਰਾ ਦੇ ਨਾਲੋਂ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਅਸਫਲ ਰਹੀਆਂ। ਇੱਕ ਬੜਾ ਵੱਡਾ ਸੰਘਰਸ਼ ਨਿਕਲਿਆ। ਸਿੱਖਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਖਾਤਰ ਸ਼ਹੀਦੀਆਂ ਦਿੱਤੀਆਂ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੀ ਸਿੱਖਾਂ ਨੇ ਇੱਕ ਵੱਡੀ ਪੱਧਰ ਤੇ ਸ਼ਹੀਦੀਆਂ ਦੇ ਕੇ ਭਾਰਤ ਨੂੰ ਆਜ਼ਾਦੀ ਦਿਵਾਈ, ਜਿਹੜੀ ਉਹਨਾਂ ਲਈ ਆਜ਼ਾਦੀ ਨਾ ਸੀ, ਇੱਕ ਬਰਬਾਦੀ ਸੀ। ਭਾਵੇਂ ਵਰਲਡ ਵਾਰਾਂ ਹੋਣ, ਵਿਸ਼ਵ ਜੰਗਾਂ ਹੋਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਹਮੇਸ਼ਾ ਹੀ ਸਿੱਖਾਂ ਨੇ ਆਪਣੇ ਮਨ ਵਿੱਚ ਰੱਖਿਆ ਹੈ। ਲੇਕਿਨ ਅੱਜ ਦੀ ਭਾਰਤ ਦੀ ਮੌਜੂਦਾ ਅਵਸਥਾ ਦੇ ਵਿੱਚ 1947 ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ, ਅਜ਼ਮਤ, ਸਿੱਖਾਂ ਦੇ ਲਈ ਆਸ਼ਾ, ਇਸ ਨੂੰ ਢਾਹ ਲਾਉਣ ਦੇ ਲਈ ਸਮੇਂ ਦੀਆਂ ਸਰਕਾਰਾਂ ਨੇ ਜੋ ਚਾਲਾਂ ਚੱਲੀਆਂ, ਨਿਰੰਕਾਰੀ ਗੁਰਬਚਨ ਤੇ ਹੋਰ ਵਿਚਾਰਧਾਰਾ ਦੇ ਰਾਹੀਂ, ਅਖੌਤੀ ਵਿਚਾਰਧਾਰਾ ਰਾਹੀਂ ਸਿੱਖਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜੋ ਕੁਝੀਆਂ ਚਾਲਾਂ ਚੱਲੀਆਂ, ਵਿਚਾਰਧਾਰਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਮੈਂ ਮੁੱਖ ਵਿਚਾਰਧਾਰਾ ਦਾ ਮੁੱਖ ਘਟਨਾਵਾਂ ਦਾ ਵੇਰਵਾ ਦੇਵਾਂ। 1978 ਦੇ ਵਿੱਚ ਜਿਹੜਾ ਖੂਨੀ ਸਾਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਵਾਸਤੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। 1986 ਦੇ ਵਿੱਚ ਨਕੋਦਰ ਦੇ ਵਿੱਚ ਸਿੰਘਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਲਈ ਸ਼ਹੀਦੀਆਂ ਦਿੱਤੀਆਂ ਤੇ 2015 ਦੇ ਵਿੱਚ ਵੀ ਇਹੀ ਵਰਤਾਰਾ ਵਾਪਰਿਆ। ਸੋ ਕੀ ਕਾਰਨ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਪੰਜਾਬ ਦੀ ਧਰਤੀ ਤੇ ਜਿੱਥੇ 10 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿਸ ਧਰਤੀ ਦੇ ਉੱਤੇ ਸਿੱਖਾਂ ਨੇ ਸਮੁੱਚੇ ਭਾਰਤ ਦੇ ਲਈ ਮੁਗਲਾਂ ਦਾ ਟਾਕਰਾ ਕੀਤਾ, ਅੰਗਰੇਜ਼ਾਂ ਦਾ ਟਾਕਰਾ ਕੀਤਾ ਅਤੇ ਆਜ਼ਾਦੀ ਦਿਵਾਈ ਭਾਰਤ ਨੂੰ। ਉਸੇ ਧਰਤੀ ਤੇ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਇੰਨੀ ਵੱਡੀ ਪੱਧਰ ਤੇ ਵਾਪਰੀਆਂ ਕਿ ਹਰ ਸਿੱਖ ਦਾ ਹਿਰਦਾ ਆਹਤ ਹੋਇਆ, ਕੁਰਲਾ ਉੱਠਿਆ। ਇੰਨੇ ਸਵਾਲ ਮੇਰੇ ਕੋਲ ਨੇ ਇਸ ਮਸਲੇ ਦੇ ਉੱਪਰ, ਇਸ ਗੰਭੀਰ ਸੰਜੀਦਾ ਮੁੱਦੇ ਦੇ ਉੱਪਰ, ਕਿ ਜੇ ਮੈਂ ਇਹਨਾਂ ਸਵਾਲਾਂ ਦੀ ਕੜੀ ਬਣਾਵਾਂ ਇੰਨੀ ਲੰਮੀ ਹੋ ਜਾਵੇ। ਪਰ ਫਿਰ ਵੀ ਕੁਝ ਅਹਿਮ ਸਵਾਲ ਇਸ ਨਾਲ ਜੋ ਜੁੜੇ ਹੋਏ ਹਨ ਕਿ ਇਹਦੇ ਪ੍ਰਤੀ ਸਰਕਾਰਾਂ ਦੀ ਮਾੜੀ ਨੀਤੀ ਕੀ ਰਹੀ ਹੈ, ਉਹ ਕਿਹੜੀਆਂ ਸਾਜ਼ਿਸ਼ਾਂ ਹਨ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਤੋੜਨਾ ਚਾਹੁੰਦੀਆਂ ਹਨ, ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਇੱਕ ਸਥਾਈ ਸੋਚ, ਕੌਮੀ ਸੋਚ ਦੇ ਤੋਂ ਟੁੱਟ ਕੇ ਆਪਣੇ ਸਿੱਖਾਂ ਦੇ ਕਿਰਦਾਰ ਕੁਸ਼ੀ ਹੋਈ ਹੈ। ਇਹ ਸਾਰੇ ਸਵਾਲ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਦੀ ਖਾਤਰ ਜੋ ਸ਼ਹੀਦੀਆਂ ਦਿੱਤੀਆਂ ਹਨ, ਜੋ ਲੜਾਈਆਂ ਲੜੀਆਂ ਹਨ, ਅਜੇ ਵੀ ਉਹ ਇਨਸਾਫ ਦੀ ਮੰਗ ਕਰੀ ਜਾ ਰਹੇ ਹਨ। ਇਨਸਾਫ ਕਿਧਰੇ ਨਹੀਂ ਮਿਲ ਰਿਹਾ, ਇਹਦਾ ਕਾਰਨ ਕੀ ਹੈ, ਇਹ ਸਿਲਸਿਲਾ ਕਿੱਦਾਂ ਰੁਕ ਸਕਦਾ ਹੈ? ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਪੰਜਾਬ ਨਿਗਾਰਾ ਤੇ ਸਾਡੇ ਨਾਲ ਜੁੜੇ ਹਨ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਰਾਜਪੁਰਾ, ਮੁੱਖ ਸੇਵਾਦਾਰ ਅਕਾਲ ਯੂਥ ਜਥੇਬੰਦੀ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੰਬੇ ਸਮੇਂ ਤੋਂ ਸਿੱਖ ਕੌਮ ਵਿੱਚ ਵਿਚਰ ਰਹੇ ਹਨ। ਅਣਥੱਕ ਜਿਹੜੀਆਂ ਸੇਵਾਵਾਂ ਉਹਨਾਂ ਨੇ ਆਪਣੀ ਵੱਲੋਂ ਨਿਭਾਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸੰਜੀਦਾ ਮੁੱਦੇ ਦੇ ਉੱਪਰ ਵਿਚਾਰ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਤੇ ਹਾਜ਼ਰ ਹਨ, ਸਾਡੇ ਸਵਾਲਾਂ ਦੇ ਜਵਾਬ ਦੇਣਗੇ। ਔਰ ਮੈਂ ਉਮੀਦ ਕਰਦਾ ਹਾਂ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਕੁਛ ਇਹ ਵਾਪਰਿਆ ਹੈ ਉਹਦੇ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਉਹਨਾਂ ਕੋਲ ਅਸੀਂ ਲਵਾਂਗੇ। ਸੋ ਮੈਂ ਉਹਨਾਂ ਨਾਲ ਜੀ ਆਇਆਂ ਆਖਦਾ ਸ਼ੋਅ ਦੇ ਵਿੱਚ। ਭਾਈ ਜਸਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਵਿੰਦਰ ਸਿੰਘ ਜੀ, ਆਪ ਜੀ ਦਾ ਧੰਨਵਾਦ ਕਿ ਤੁਸੀਂ ਸਮਾਂ ਦਿੱਤਾ। ਇਹ ਮਸਲਾ ਹੀ ਇਦਾਂ ਦਾ ਸੀ ਕਿ ਉਹੀ ਇਨਸਾਨ ਇਹਦੇ ਉੱਤੇ ਕੁਝ ਵਿਚਾਰ ਰੱਖ ਸਕਦੇ ਆ ਜਿਹੜੇ ਇਹਦੇ ਨਾਲ ਜੁੜੇ ਹੋਏ ਸੰਘਰਸ਼ ਦੇ ਵਿੱਚੋਂ ਵਿਚਰੇ ਹੋਣ, ਜਿਨ੍ਹਾਂ ਆਪਣੇ ਪਿੰਡੇ ਤੇ ਇਹਦੀਆਂ ਪੀੜਾਂ ਵੀ ਹੰਢਾਈਆਂ ਹੋਣ ਤੇ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਸੰਪੂਰਨ ਤੌਰ ਤੇ ਸਮਰਪਿਤ ਕੀਤਾ ਹੋਵੇ। ਸੋ ਤੁਸੀਂ ਕੱਲੇ ਇਸ ਨੂੰ ਦੇਖਿਆ ਹੀ ਨਹੀਂ, ਆਪਣੇ ਪਿੰਡੇ ਤੇ ਹੰਢਾਇਆ ਵੀ ਹੈ। ਸੋ ਮੈਂ ਉਮੀਦ ਕਰਦਾ ਹਾਂ ਜਿੰਨੇ ਵੀ ਸਾਡੇ ਸਵਾਲ ਹਨ ਤੁਸੀਂ ਬੜੀ ਵਿਸਥਾਰ ਦੇ ਨਾਲ ਸਾਡੇ ਜਵਾਬ ਜਿਹੜੇ ਉਹ ਸਵਾਲਾਂ ਦੇ ਜਵਾਬ ਦਿਓਗੇ। ਜਸਵਿੰਦਰ ਸਿੰਘ ਜੀ, ਭਾਈ ਸਾਹਿਬ ਮੈਂ ਪੁੱਛਣਾ ਚਾਹੂੰਗਾ ਕਿ ਜੇ ਅਸੀਂ ਇਹ ਗੱਲ ਸ਼ੁਰੂ ਕਰਨੀ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੀ, ਸਿੱਖ ਕੌਮ ਵਾਸਤੇ, ਇੱਕ ਸਿੱਖ ਵਾਸਤੇ ਤੇ ਸਮੁੱਚੀ ਮਾਨਵਤਾ ਦੇ ਵਾਸਤੇ, ਕਿ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਸਿੱਖ ਦਾ ਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੈ। ਫਿਰ ਮੈਂ ਅਗਲੀਆਂ ਗੱਲਾਂ ਕਰੂੰਗਾ। ਜਿੰਨੇ ਵੀ ਗੁਰੂ ਸਾਹਿਬਾਨ ਹੋਏ ਆ ਉਹਨਾਂ ਨੇ ਇਸ ਵਿਚਾਰਧਾਰਾ ਨੂੰ ਕਿਸ ਮਕਸਦ ਵਾਸਤੇ ਇੱਕ ਸਿੱਖ ਨੂੰ ਜਿਹੜੀ ਬਖਸ਼ੀ ਵਿਚਾਰਧਾਰਾ, तो ਇਹਦੇ ਨਾਲ ਜੁੜੇ ਹੋਏ ਤੁਸੀਂ ਕੁਝ ਦੋ ਵਿਚਾਰ ਸਾਂਝੇ ਕਰਨਾ ਚਾਹੋ। ਜੀ ਜੀ, ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰੇ ਸਿੱਖਾਂ ਦੇ ਲਈ ਕੁਝ ਵੀ ਨਹੀਂ ਹੈਗਾ ਮੈਂ ਸਮਝਦਾ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਸਾਹਿਬਾਨ ਨੇ, ਗੁਰੂ ਗੋਬਿੰਦ ਸਿੰਘ ਜੀ ਤੱਕ, ਅੰਤ 'ਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕਰਕੇ ਗਏ ਨੇ ਕਿ ਗੁਰੂ ਮਾਨਿਓ ਗ੍ਰੰਥ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ ਉਹ ਸਾਡੇ ਮਤਲਬ ਸਰਵੋਤਮ ਨੇ, ਉਹਨਾਂ ਦੇ ਉੱਤੋਂ ਮਤਲਬ ਕੁਛ ਵੀ ਨਹੀਂ ਹੈਗਾ ਦੁਨੀਆ 'ਚ, ਕਿਉਂਕਿ ਸਿੱਖ ਨੇ ਜਿਹੜੀ ਜੀਵਨ ਜਾਂਚ ਹੈਗੀ ਹੈ, ਜ਼ਿੰਦਗੀ ਦਾ ਮਨੋਰਥ ਹੈ, ਜ਼ਿੰਦਗੀ ਦੇ ਵਿੱਚ ਕਿੱਦਾਂ ਅਸੀਂ ਵਿਚਰਨਾ, ਕਿੱਦਾਂ ਅਸੀਂ ਜੀਵਨ ਜਿਉਣਾ, ਕੀ ਅਸੀਂ ਖਾਣਾ, ਕੀ ਅਸੀਂ ਪਾਉਣਾ, ਕੀ ਅਸੀਂ ਦੇਖਣਾ,
ਕੀ ਅਸੀਂ ਸੁਣਨਾ, ਜਿਹੜੇ ਹੱਥ ਨੇ ਉਹ ਕਿੱਧਰਲੇ ਪਾਸੇ ਵਰਤਣੇ ਨੇ, ਸਾਡੇ ਕਦਮ ਨੇ, ਮਤਲਬ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸਿੱਖਿਆ ਦੇ ਕੇ ਇੱਕ ਸਿੱਖ ਨੂੰ ਸੰਪੂਰਨ ਮਨੁੱਖ ਬਣਾਉਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ, ਮਤਲਬ ਉਹਨਾਂ ਦੀ ਸਿੱਖਿਆਵਾਂ ਲੈ ਕੇ ਉਹ ਸਾਨੂੰ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦਿੱਤਾ ਹੋਇਆ। ਉਹਨਾਂ ਤੋਂ ਪਰੇ ਕੁਛ ਵੀ ਨਹੀਂ। ਇਸੇ ਲਈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਉਹਨਾਂ ਦੇ ਲੜ ਲਾਇਆ ਸੀਗਾ। ਇਸੇ ਕਾਰਨ ਅੱਜ ਸਿੱਖ, ਜਿਵੇਂ ਤੁਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀ ਗੱਲ ਵੀ ਕੀਤੀ ਹੈ ਜਾਂ ਹੋਰ ਮਸਲਿਆਂ ਦੀ ਗੱਲ ਕੀਤੀ ਹੈ, ਸੋ ਅੱਜ ਵੀ ਇਸੇ ਕਾਰਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਕਿਤੇ ਬੇਅਦਬੀ ਦੀ ਘਟਨਾ ਹੁੰਦੀ ਹੈ, ਅਪਮਾਨਿਤ ਗੱਲ ਹੁੰਦੀ ਹੈ, ਸਿੱਖ ਜਾਨ ਦੇਣ ਤੱਕ ਤਿਆਰ ਹੋ ਜਾਂਦੇ। ਸੋ ਇੰਨਾ ਪਿਆਰ ਅੱਜ ਵੀ ਹੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਿੱਖਾਂ ਦਾ ਹੈਗਾ ਤੇ ਉਹ ਅਟੱਲ ਹਮੇਸ਼ਾ ਰਹਿੰਦੀ ਦੁਨੀਆ ਤੱਕ ਰਹੇ। ਠੀਕ, ਮੈਨੂੰ ਇੱਕ ਗੱਲ ਜ਼ਰੂਰ ਦੱਸਣਾ ਭਾਈ ਸਾਹਿਬ ਕਿ ਇਤਿਹਾਸ ਦੇ ਵਿੱਚ ਸਿੱਖਾਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਹੈਗੀਆਂ ਨੇ ਜਾਂ ਜੋ ਵੀ ਕਾਰਜ ਸ਼ੁਰੂ ਕੀਤੇ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਕੀਤਾ ਤੇ ਈਵਨ ਪ੍ਰਕਾਸ਼ ਆਪਣੇ ਨਾਲ ਰੱਖਿਆ। ਚਾਹੇ ਮੈਂ ਗੱਲ ਕਰਾਂ ਜੰਗਲਾਂ ਦੇ ਵਿੱਚ ਸਿੱਖਾਂ ਨੇ ਗਰੀਲਾ ਯੁੱਧ ਵੀ ਲੜਿਆ, ਉਸ ਸਮੇਂ ਵੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਉਹਦੇ ਦਰਸ਼ਨ ਦਿਦਾਰੇ ਨਹੀਂ ਛੱਡੇ। ਭਾਵੇਂ ਉਹ ਵਿਸ਼ਵ ਜੰਗਾਂ ਹੋਣ, ਬਾਹਰਲੇ ਮੁਲਕਾਂ 'ਚ ਲੜੀਆਂ, ਬਹੁਤ ਸਾਰੀਆਂ ਫੋਟੋਆਂ ਸਾਨੂੰ ਏਦਾਂ ਦਿਸਦੀਆਂ ਹੈਗੀਆਂ। ਮੈਂ ਪੁੱਛਣਾ ਚਾਹੂੰਗਾ ਕਿ ਇਹਦਾ ਕੀ ਕਾਰਨ ਹੈ ਕਿ ਸਿੱਖ ਜਿੱਥੇ ਵੀ ਜਾਂਦਾ ਹੈ, ਭਾਵੇਂ ਵਿਦੇਸ਼ਾਂ ਦੇ ਵਿੱਚ ਜਾਂਦਾ ਆ, ਅੱਜ ਵੀ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਉਹ ਸੋਚਦਾ ਵੀ ਨਹੀਂ ਹੈਗਾ। ਇਹਦਾ ਕੀ ਕਾਰਨ ਹੈ ਤੇ ਇਹਦੀ ਕਿੰਨੀ ਕੁ ਜਿਹੜੀ ਆ ਮਹਾਨਤਾ ਮੈਂ ਕਹਾਂਗਾ ਉਹਦੇ ਵਾਸਤੇ? ਜੀ ਜੀ, ਜਿੱਦਾਂ ਕਿ ਮੈਂ ਪਹਿਲਾਂ ਆਪ ਜੀ ਨੂੰ ਦੱਸਿਆ ਕਿ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰੇ ਕੁਛ ਵੀ ਨਹੀਂ। ਮਤਲਬ ਸਾਡੇ ਗੁਰੂ ਸਾਹਿਬਾਨ ਨੇ, ਉਹਨਾਂ ਨਾਲ ਸਾਡਾ ਇੰਨਾ ਸਤਿਕਾਰ ਪਿਆਰ ਜਿਹੜਾ ਬਣਿਆ ਹੋਇਆ, ਕਿਉਂਕਿ ਉੱਥੋਂ ਹੀ ਸਾਨੂੰ ਜਿਹੜੇ ਜਜ਼ਬੇ ਨੇ ਜੰਗਾਂ ਲੜਨ ਦੇ ਮਿਲਦੇ ਨੇ। ਰੂਹਾਨੀਅਤ ਦਾ ਜਿਹੜਾ ਮਤਲਬ ਉੱਥੋਂ ਸਾਡੇ ਉੱਤੇ ਜਿਹੜਾ ਕਿਰਨਾਂ ਨੇ ਸਾਡੇ ਉੱਤੇ ਪੈਂਦੀਆਂ ਨੇ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਅਸੀਂ ਸਿੱਖਿਆ ਲੈ ਕੇ ਕਰਦੇ ਹਾਂ। ਜਿਵੇਂ ਕਿ ਤੁਸੀਂ ਦੱਸਿਆ ਕਿ ਸਿੱਖ ਜਿੱਥੇ ਕਿਤੇ ਵੀ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲਾਂ ਗੱਲ ਕਰਦੇ ਨੇ। ਮੈਂ ਇੱਕ ਘਟਨਾ ਵੀ ਸਾਂਝੀ ਕਰਦੇ ਹਾਂ। ਅੱਜ ਤੋਂ 10 ਕੁ ਸਾਲ ਪਹਿਲਾਂ ਮੈਨੂੰ ਹਿਮਾਚਲ ਦੇ ਵਿੱਚ ਕੁਛ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਤੇ ਮੈਂ ਮੰਡੀ, ਜਿੱਥੇ ਅੱਜ ਸਮੱਸਿਆ ਖੜੀ ਹੋਈ ਹੈ ਕਿ ਸਿੱਖ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਲਾ ਕੇ ਨਹੀਂ ਜਾਣ ਦਿੱਤਾ, ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਪੈਂਦਾ ਰਵਾਲਸਰ, ਜਿੱਥੇ ਦਸਮ ਪਿਤਾ ਆਏ ਸਨ, ਉੱਥੇ ਰੁਕੇ ਸੀ ਜੀ। ਤੇ ਉੱਥੇ ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਪੰਥਕ ਜਥੇਬੰਦੀ ਨਾਲ ਜੁੜੇ ਹੋਣ ਕਰਕੇ ਸ਼ੁਰੂ ਤੋਂ, ਮਤਲਬ ਉਦੋਂ ਤੇ ਛੋਟੇ ਸੀ, ਪੜ੍ਹਦੇ ਸੀਗੇ, ਪਰ ਫਿਰ ਵੀ ਸ਼ੁਰੂ ਤੋਂ ਜਜ਼ਬਾ ਸੀ ਇਹਨਾਂ ਗੱਲਾਂ ਵੱਲ ਧਿਆਨ ਦੇਣ ਦਾ ਤੇ ਸਮਝਣ ਦਾ। ਤੇ ਉੱਥੇ ਜਿਹੜੇ ਗ੍ਰੰਥੀ ਸਿੰਘ ਸੀਗੇ, ਮੈਂ ਉਹਨਾਂ ਨੂੰ ਪੁੱਛਿਆ ਕਿ ਜਦੋਂ 84 ਵਾਪਰੀ ਹੈ, ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ, ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਕੀ ਹਿਮਾਚਲ ਦੇ ਵਿੱਚ ਵੀ ਇਹੋ ਜਿਹੀ ਘਟਨਾਵਾਂ ਵਾਪਰੀਆਂ? ਉਹ ਕਹਿਣ ਲੱਗੇ ਹਾਂ, ਕਿਉਂ ਨਹੀਂ, ਇੱਥੇ ਬਹੁਤ ਘਟਨਾਵਾਂ ਵਾਪਰੀਆਂ ਨੇ। ਇੱਥੇ 500 ਤੋਂ ਵੱਧ ਸਿੱਖ ਪਰਿਵਾਰਾਂ ਦੇ ਉੱਤੇ ਹਮਲੇ ਹੋਏ ਨੇ। ਸਿੱਖਾਂ ਦੀ ਜਿਹੜੀ ਦੁਕਾਨਾਂ ਨੇ ਮੰਡੀ 'ਚ, ਉਹ ਸਾੜੀ ਗਈਆਂ ਸੀਗੀਆਂ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ? ਉਹ ਕਹਿੰਦੇ ਇੱਥੇ ਕੋਠਾ ਗੁਰੂ ਕਾ ਗੁਰਦੁਆਰਾ ਸਾਹਿਬ ਹੈ, ਕੋਈ ਨੇੜੇ ਛੋਟਾ ਗੁਰਦੁਆਰਾ ਸਾਹਿਬ ਹੈ, ਉੱਥੇ ਭੀੜ ਪੈ ਗਈ ਸੀ, ਟੁੱਟ ਕੇ ਗੁਰਦੁਆਰਾ ਸਾਹਿਬ ਤੇ ਪੱਥਰਬਾਜ਼ੀ ਕੀਤੀ ਤੇ ਉਹਨਾਂ ਨੇ ਮਤਲਬ ਇੱਟਾਂ ਮਾਰੇ, ਰੋੜੇ ਮਾਰੇ। ਤੇ ਉਹ ਕਹਿਣ ਲੱਗੇ ਕਿ ਇੱਥੋਂ ਸਿੱਖ ਪਹਿਲਾਂ ਜਾ ਚੁੱਕੇ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਸੀ ਘਟਨਾਵਾਂ ਦਾ। ਕੁਛ ਕੁ ਪਰਿਵਾਰ ਇੱਥੇ ਰਹਿ ਗਏ ਸੀਗੇ, ਪਰ ਉਹ ਵੀ ਕਿਤੇ ਬਾਹਰ ਗਏ ਹੋਣ ਕਰਕੇ ਇੱਥੇ ਸਿੱਖ ਕੋਈ ਵੀ ਨਹੀਂ ਸੀ ਨੇੜੇ। ਜਦੋਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਦੰਗਾਈ ਲੋਕ ਨੇ, ਹਿੰਦੂ ਤਵੀ, ਉਹ ਸਾਡੇ ਗੁਰੂ ਘਰ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਵੀ ਕਰ ਸਕਦੇ ਨੇ। ਤੇ ਉਹ ਕਹਿੰਦਾ ਮੈਂ ਮਹਾਰਾਜ ਦਾ ਸਰੂਪ, ਮੈਂ ਜਿਹੜੀ ਹਾਲਤ ਸੀਗਾ ਉਸੇ ਹਾਲਤ 'ਚ ਮਹਾਰਾਜ ਦਾ ਸਰੂਪ ਲੈ ਕੇ ਸਿਰ ਦੇ ਉੱਤੇ ਨੰਗੇ ਪੈਰ ਹੀ ਮੈਂ ਜੰਗਲ 'ਚ ਭੱਜ ਗਿਆ। ਮੇਰੇ ਪੈਰਾਂ ਦੇ ਵਿੱਚ ਕੰਡਿਆਂ ਨਾਲ ਪੈਰ ਖੂਨ ਨਾਲ ਲੱਥਪੱਥ ਹੋ ਗਿਆ, ਕੰਚ ਵੱਜਿਆ, ਕੰਡੇ ਵੱਜੇ, ਪਰ ਮੈਂ ਰੁਕਿਆ ਨਹੀਂ। ਤੇ ਪਤਾ ਨਹੀਂ ਕਿਹੜੀ ਇਹੋ ਜਿਹੀ ਪਾਵਰ ਆ ਗਈ ਮੇਰੇ ਅੰਦਰ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਮੈਨੂੰ ਕੁਛ ਵੀ ਨਹੀਂ ਦਿਸ ਰਿਹਾ ਸੀ। ਮੇਰੇ ਪੈਰ ਦੋਨੋਂ ਫਟ ਚੁੱਕੇ ਸੀਗੇ, ਖੂਨ ਨਾਲ ਲੱਥਪੱਥ ਹੋ ਗਏ, ਪਰ ਫਿਰ ਵੀ ਮੈਂ ਰੁਕਣ ਬਾਰੇ ਸੋਚ ਵੀ ਨਹੀਂ ਰਿਹਾ ਸੀ। ਉਹ ਇੰਨਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਹੈ। ਜੇ ਇਹਦੀ ਗੱਲ ਕਰਨ ਲੱਗ ਜਾਈਏ ਤੇ ਸਮਾਂ ਬਹੁਤ ਥੋੜਾ ਪੈ ਜਾਊਗਾ ਕਿ ਹੁਣ ਬੇਅਦਬੀਆਂ ਦੀ ਗੱਲ ਦੇਖੋ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ,
ਸਾਰੇ ਸਿੱਖ ਇਨਸਾਫ ਦੀ ਗੱਲ ਉਡੀਕ ਰਹੇ ਸੀ ਕਿ ਸਿੱਖਾਂ ਨੂੰ ਕਦੇ ਇਨਸਾਫ ਮਿਲੂਗਾ। ਤੇ ਉਹ ਜਿਹੜਾ ਡੇਰਾ ਪ੍ਰੇਮੀ ਸੀਗਾ ਬਿੱਟੂ, ਉਹ ਜੇਲ੍ਹ ਦੇ ਵਿੱਚ ਸੀ। ਉਹਨੇ ਸੋਚਿਆ ਵੀ ਨਹੀਂ ਸੀਗਾ ਕਿ ਮੇਰੇ ਨਾਲ ਇਹ ਘਟਨਾ ਵਾਪਰ ਜੂਗੀ। ਤੇ ਜਿਹੜੇ ਜੀ ਗੁਰੂ ਦੇ ਜੀ ਪਿਆਰੇ ਸੀਗੇ, ਜਿਹੜੇ ਨੌਜਵਾਨ ਹਜੇ ਸਿੰਘ ਨਹੀਂ ਸਜੇ ਸੀਗੇ, ਹਜੇ ਪਤਨ ਜੀ ਸੀਗੇ, ਉਹਨਾਂ ਦੇ ਮਨ ਦੇ ਵਿੱਚ ਵੀ ਮਤਲਬ ਦਰਦ ਸੀਗਾ। ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਹੈ, ਉਹਨਾਂ ਦੀ ਤਰੀਕ ਦੇ ਉੱਤੇ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲਬਾਤ ਹੋਈ ਹੈ। ਉਹ ਦੱਸ ਰਹੇ ਨੇ ਕਿ ਸਾਨੂੰ ਪਤਾ ਲੱਗਿਆ ਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਹ ਸਾਡੀ ਜੇਲ੍ਹ 'ਚ ਆ ਗਿਆ। ਤੇ ਜੀ ਜੀ ਜੀ, ਤੇ ਉਹ ਕਹਿਣ ਲੱਗੇ ਕਿ ਅਸੀਂ ਸੋਚ ਰਹੇ ਸੀਗੇ ਕਿ ਜਿਹੜੇ ਬੰਦੇ ਰੋਜ਼ ਜ਼ਮਾਨਤਾਂ ਇਹਨਾਂ ਦੀ ਹੋ ਜਾਂਦੀਆਂ, ਕੋਈ ਸਜ਼ਾਵਾਂ ਨਹੀਂ ਮਿਲਦੀਆਂ, ਤੇ ਸਾਨੂੰ ਇਹਨੂੰ ਸੋਧਣਾ ਪਵੇਗਾ। ਤੇ ਉਹ ਸਿੰਘਾਂ ਨੇ ਉਹਨੂੰ ਜੇਲ੍ਹ ਦੇ ਵਿੱਚ ਹੀ ਸੋਧਿਆ। ਉਹ ਇੰਨਾ ਸਿੱਖਾਂ ਦਾ ਮਨਾਂ ਦੇ ਵਿੱਚ ਪਿਆਰ ਹੈ। ਸਿੱਖ ਭਾਵੇਂ ਪਤਤ ਹੈ, ਭਾਵੇਂ ਉਹਨੇ ਕੇਸ ਰੱਖੇ ਨੇ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਹੈਗਾ, ਉਹ ਭਾਵੇਂ ਸਿੱਖ ਨਹੀਂ ਹੈਗਾ, ਉਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦੀ ਅਥਾਹ ਸ਼ਰਧਾ ਵਾ ਤੇ ਪੂਰਨ ਭਾਈ ਜੀ ਪ੍ਰੇਮ ਹੈ ਜੀ। ਹਾਂਜੀ ਭਾਈ ਸਾਹਿਬ, ਮੈਂ ਹੁਣ ਬੇਅਦਬੀ ਵਾਲੀ ਮਤਲਬ ਅਗਲੇ ਪੁਆਇੰਟ ਸਾਡੇ ਇਹੋ ਹੀ ਹੋਣਗੇ। ਮੈਂ ਇੱਕ ਸਵਾਲ ਮੈਨੂੰ ਹੋਰ ਜੇ ਪੁੱਛਣ ਦੀ ਇਜਾਜ਼ਤ ਦਿਓ ਮੈਨੂੰ। ਜੀ 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 ਅਹਿਮਦ ਸ਼ਾਹ ਅਬਦਾਲੀ ਆਇਆ ਤੇ ਮੱਸਾ ਰੰਘੜ ਆਇਆ, ਉਹਨੇ ਵੀ ਸ੍ਰੀ ਗੁਰੂ ਉਸ ਸਮੇਂ ਤੇ ਉਹਨਾਂ ਦੀ ਸੋਚ ਸੀ, ਉਹਨਾਂ ਨੇ ਜਾ ਕੇ ਦੱਸਿਆ ਕਿ ਇਹ ਹਾਰਦੇ ਕਿਉਂ ਨਹੀਂ ਸਿੱਖ, ਕਾਰਨ ਕੀ ਹੈਗਾ ਕਿ ਇਹ ਕਿੱਥੋਂ ਜਾ ਕੇ ਤਾਕਤ ਲੈ ਕੇ ਆਉਂਦੇ ਆ। ਹਾਂਜੀ, ਵੀ ਇਹਦਾ ਕਾਰਨ ਕੀ ਹੈਗਾ ਆ ਕਿ ਇਹਨਾਂ ਨੂੰ ਕਿੱਥੋਂ ਤਾਕਤ ਮਿਲਦੀ ਆ। ਇਸੇ ਤਰ੍ਹਾਂ ਦੀ ਸੋਚ ਅੰਗਰੇਜ਼ਾਂ ਦੀ ਵੀ ਰਹੀ ਕਿ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਆ। ਸੋ ਮੈਂ ਉਹ ਥੋੜਾ ਜਿਹਾ ਮੈਨੂੰ ਇਹਦੇ ਤੇ ਚਾਨਣਾ ਜ਼ਰੂਰ ਪਾਓ ਕਿ ਉਹਨਾਂ ਦੀ ਜਿਹੜੇ ਵਿਰੋਧੀ ਧਿਰਾਂ ਜਿਹੜੇ ਹਮਲਾਵਰ ਆਉਂਦੇ ਰਹੇ ਆ, ਆਪਾਂ ਉਹਨਾਂ ਨੂੰ ਕਹਿ ਸਕਦੇ ਆ, ਉਹਨਾਂ ਦੀ ਇਹ ਸੋਚ ਸਿੱਖਾਂ ਪ੍ਰਤੀ ਸੀ। ਇਹ ਤੇ ਗੱਲ ਸਪਸ਼ਟ ਹੈ, ਇਤਿਹਾਸ ਦਾ ਹਿੱਸਾ ਕਿਉਂ ਸੀ ਵੀ ਉਹ ਇਹ ਗੱਲ ਕਿੱਥੋਂ ਸੋਚਦੇ ਕਿ ਸਪਿਰਟ ਸਿੱਖ ਕਿੱਥੋਂ ਲੈਂਦੇ ਹੈਗੇ ਆ, ਤੇ ਉਹਨਾਂ ਨੇ ਫਿਰ ਨਿਸ਼ਾਨਾ ਬਣਾਇਆ। ਮੈਨੂੰ ਥੋੜਾ ਇਤਿਹਾਸਕ ਦੇ ਪੱਖੋਂ ਇਹ ਪੱਖ ਜ਼ਰੂਰ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਵੀ ਇਹਦਾ ਕਾਰਨ ਕੀ ਸੀ। ਜੋ ਵੀ ਹਮਲਾਵਰ ਆਇਆ, ਉਹਨੇ ਇਹ ਗੱਲ ਜ਼ਰੂਰ ਬੜੀ ਡੂੰਘਾਈ ਨਾਲ ਸੋਚੀ ਔਰ ਸਿੱਖਾਂ ਬਾਰੇ ਸਪਸ਼ਟ ਤੌਰ ਤੇ ਸੋਚੀ। ਜੀ 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 ਦੇਖੋ, ਭਾਵੇਂ ਜਦੋਂ ਦੁਰਾਨੀ ਇਸ ਮੁਲਕ ਦੇ ਵਿੱਚ ਆਇਆ, ਉਹਨੇ ਲੋਕਾਂ ਦੇ ਉੱਤੇ ਕਤਲੇਆਮ ਕੀਤਾ, ਲੋਕਾਂ ਨੂੰ ਮਾਰਿਆ, ਲੁੱਟਿਆ, ਇੱਥੋਂ ਦੀ ਬਹੂ ਬੇਟੀਆਂ ਨੂੰ ਲੁੱਟ ਕੇ ਲੈ ਗਿਆ। ਅਬਦਾਲੀ ਆਇਆ ਤੇ ਉਹਨੇ ਵੀ ਇਹੀ ਕੁਛ ਕੀਤਾ। ਤੇ ਜਦੋਂ ਅਬਦਾਲੀ ਮਤਲਬ ਵਾਪਸ ਜਾ ਰਿਹਾ ਸੀ ਤੇ ਉਸ ਤੋਂ ਸਿੱਖਾਂ ਨੇ ਜਿਹੜੀ ਹਿੰਦੂ ਔਰਤਾਂ ਸੀਗੀਆਂ ਉਹ ਛਡਾਈਆਂ ਸੀਗੀਆਂ। ਉਹ ਕੱਲ ਦਾ ਹੀ ਦਿਨ ਹੈਗਾ, ਜਿਵੇਂ ਕਿ ਕੱਲ ਦੇ ਦਿਨ ਹੀ ਇਤਿਹਾਸ 'ਚ ਆਉਂਦਾ ਕਿ ਉਹਨਾਂ ਨੇ ਸਿੱਖ ਬੀਬੀਆਂ ਨੂੰ ਮਤਲਬ ਜਿਹੜੇ ਮੁਗਲ ਸੀਗੇ ਅਬਦਾਲੀ ਹੋਰੀ, ਇਹਨਾਂ ਤੋਂ ਛਡਾਇਆ ਸੀਗਾ। ਤੇ ਉਹਨਾਂ ਤੋਂ ਜਿਹੜਾ ਲੁੱਟਿਆ ਹੋਇਆ ਖਜ਼ਾਨਾ ਸੀਗਾ ਉਹਨਾਂ ਨੇ ਹਿੰਦੁਸਤਾਨ 'ਚੋਂ ਲਿਜਾ ਰਹੇ ਸੀ, ਉਹਨੂੰ ਵੀ ਮਤਲਬ ਖੋਹ ਲਿਆ। ਤੇ ਉਹ ਪੁੱਛਣ ਲੱਗਿਆ ਕਿ ਇਹ ਬੰਦੇ ਕੌਣ ਨੇ, ਕਿੱਥੇ ਰਹਿੰਦੇ ਨੇ, ਕਿਵੇਂ ਹੈਗਾ, ਇਹਨਾਂ ਬਾਰੇ ਜਾਣਕਾਰੀ ਦਿਓ ਸਾਨੂੰ, ਜਿਹੜੇ ਉਹਨਾਂ ਦੇ ਮੁਖਬਰ ਸੀਗੇ। ਤੇ ਉਹ ਦੱਸਣ ਲੱਗੇ ਕਿ ਇੱਥੇ ਇਹਨਾਂ ਨੇ ਗੁਰੂ ਹੈ ਇਹਨਾਂ ਦਾ, ਗੁਰੂ ਨਾਨਕ ਸਾਹਿਬ ਦੀ ਗੱਲ ਹੋਈ ਹੈ, ਗੁਰੂ ਕਲਗੀਧਰ ਪਾਤਸ਼ਾਹ ਦੀ ਗੱਲ ਹੋਈ ਹੈ। ਤੇ ਉਹਨਾਂ ਨੇ ਅੱਗੇ ਕਿਹਾ ਕਿ ਜਿਹੜਾ ਹਰਿਮੰਦਰ ਸਾਹਿਬ ਹੈਗਾ ਇਹਨਾਂ ਦੇ ਕੋਲੇ, ਜਿਹੜਾ ਉੱਥੇ ਸਰੋਵਰ ਹੈਗਾ, ਉਹਦੀ ਸਰੋਵਰ ਦਾ ਵੀ ਜ਼ਿਕਰ ਆਉਂਦਾ ਵਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਉਂਦੀ ਹੈ। ਤੇ ਉੱਥੋਂ ਜਾ ਕੇ ਇਹ ਪਤਾ ਨਹੀਂ ਕੀ ਇਹਨਾਂ ਰੂਹਾਨੀਅਤ ਦੀ ਸ਼ਕਤੀ ਹੈ ਇਹਨਾਂ ਕੋਲੇ ਆਉਂਦੀ ਹੈ ਕਿ ਜਿਹੜਾ ਕੱਲਾ ਸਿੱਖ ਹੈ ਉਹ 1.25 ਲੱਖ ਦੇ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਇਹ ਉਹੀ ਕੌਮ ਹੈ ਜਿਨ੍ਹਾਂ ਨੇ ਔਰੰਗਜ਼ੇਬ ਦੇ ਨਾਲ ਟੱਕਰ ਲਈ ਸੀਗੀ ਤੇ ਪਰਵਾਹ ਨਹੀਂ ਮੰਨੀ। ਤੇ ਮਤਲਬ ਆਪਾਂ ਜਾਣਕਾਰੀ ਸਾਂਝੀ ਕਰ ਲਈਏ ਸੰਗਤ ਦੇ ਨਾਲ ਵੀ ਕਿ ਜਦੋਂ ਉਹਨਾਂ ਨੇ ਹਿੰਦੂ ਬੀਬੀਆਂ ਨੂੰ ਛਡਾਇਆ, ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਸੀ ਜਾ ਕੇ। ਤੇ ਮੈਂ ਕੱਲ ਹੀ ਇਤਿਹਾਸ ਦੇ ਵਿੱਚ ਪੜ੍ਹ ਰਿਹਾ ਸੀਗਾ ਕਿ ਪੰਜਾਬ ਦੇ ਅੰਦਰ 1764 ਦੇ ਨੇੜੇ ਤੇੜੇ ਜਦੋਂ ਜਿਹੜੇ ਜ਼ਿਮੀਂਦਾਰ ਸੀਗੇ, ਵਪਾਰੀ ਸੀਗੇ, ਕਿਸਾਨ ਸੀਗੇ, ਉਹਨਾਂ ਦੇ ਉੱਤੇ ਵੀ ਜਿਹੜੀ ਅਮੀਰ ਮੰਨੂ ਦੀ ਫੌਜਾਂ ਸੀਗੀਆਂ ਉਹ ਲੁੱਟ ਕੇ ਪੈ ਜਾਂਦੀਆਂ ਸੀਗੀਆਂ। ਸਿੱਖਾਂ ਨੇ ਇਸ ਖਿੱਤੇ 'ਚ ਐਲਾਨ ਕਰਿਆ ਸੀਗਾ ਕਿ ਅਸੀਂ ਵਪਾਰੀਆਂ ਨੂੰ, ਕਿਸਾਨਾਂ ਨੂੰ ਤੇ ਜਿਹੜੇ ਵੱਡੇ ਜ਼ਿਮੀਂਦਾਰ ਨੇ ਉਹਨਾਂ ਦੀ ਜਿਹੜੀ ਰਾਖੀ ਹੈ ਉਹ ਅਸੀਂ ਕਰਾਂਗੇ। ਕਿਸੇ ਨੂੰ ਵੀ ਹਿੰਮਤ ਨਹੀਂ ਹੋਊਗੀ ਕਿ ਖਾਲਸੇ ਦੀ ਧਰਤੀ ਦੇ ਉੱਤੇ ਗੈਰ ਲੋਕ ਆ ਕੇ ਇੱਥੇ ਲੁੱਟ ਖਸੁੱਟ ਕਰਨ। ਤੇ ਉਹਨਾਂ ਨੇ ਵੀ ਪਹਿਲਾਂ ਜਾ ਕੇ ਅਰਦਾਸ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਸੀ ਜਾ ਕੇ। ਸੋ ਗੁਰੂ ਦਾ ਮਤਲਬ ਇੱਕ ਪਰਪੱਕਤਾ ਜਿਹੜੀ ਜੁੜੀ ਹੋਈ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਨਾਲ ਜੁੜਨਾ, ਹਰਿਮੰਦਰ ਸਾਹਿਬ ਨਾਲ ਜੁੜਨਾ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ, ਸਿੱਖ ਇਤਿਹਾਸ ਨਾਲ ਜੁੜਨਾ, ਇਹ ਸ਼ੁਰੂ ਤੋਂ ਮੁੱਢ ਕਦੀਮੀ ਤੋਂ ਸਿੱਖਾਂ ਦਾ ਸੁਭਾਅ ਬਣਿਆ ਹੋਇਆ। ਤੇ ਗੁਰੂ ਦੀ ਜਿਹੜੀ ਰਹਿਮਤ ਹੈ ਉਹਨੇ ਵੀ ਸਿੱਖਾਂ ਦੇ ਉੱਤੇ ਇੰਨੀ ਬਣਾਈ ਹੋਈ ਹੈ, ਸਿੱਖ ਦਾ ਜੀਵਨ ਕਿੰਨਾ ਵੀ ਨੀਵੇਂ ਪੱਧਰ ਦਾ ਚੱਲ ਜਾਵੇ, ਫੇਰ ਮੁੜ ਘੁੜ ਕੇ ਉਹਨੇ ਗੁਰੂ ਕੋਲ ਹੀ ਜਾਣਾ। ਜੀ ਜੀ,
ਮੈਂ ਇਹਦੇ ਨਾਲ ਹੀ ਹੁਣ ਜੁੜਿਆ ਸਵਾਲ ਆ ਗਿਆ। ਹੁਣ ਆਪਾਂ ਉਧਰ ਅਸਲੀ ਜਿਹੜਾ ਵਿਸ਼ਾ ਸਾਡਾ ਉਧਰ ਆਪਾਂ ਆ ਗਏ ਹਾਂ। ਇਹ ਘਟਨਾਵਾਂ ਦੇ ਦਰਮਿਆਨ ਗੁਰੂ ਮਹਾਰਾਜ ਦੀ ਬੇਅਦਬੀ ਉਦੋਂ ਵੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੱਸੇ ਰੰਗੜ ਦੇ ਟਾਈਮ ਤੇ। ਹਾਂਜੀ, ਜੀ ਅੰਗਰੇਜ਼ਾਂ ਦੇ ਟਾਈਮ ਤੇ ਮਹੰਤਾਂ ਵੱਲੋਂ ਵੀ ਬੇਅਦਬੀ ਹੋਈ। ਮੇਰੇ ਕਹਿਣ ਤੋਂ ਵੀ ਹੁਣ ਕੜੀ ਆਪਣੀ ਇੱਕ ਸ਼ੁਰੂ ਜਿਹੜੀ ਆਪਾਂ ਕਰਦੇ ਪਏ ਹਾਂ ਕਿ ਮੁਗਲਾਂ ਦੇ ਟਾਈਮ ਤੇ ਵੀ ਸਾਡੀਆਂ ਭਾਵਨਾਵਾਂ ਸਿੱਖਾਂ ਦੀਆਂ ਆਹਤ ਹੁੰਦ ਰਹੀਆਂ ਤੇ ਸਿੱਖ ਸ਼ਹੀਦੀਆਂ ਦਿੰਦੇ ਰਹੇ। ਬਾਬਾ ਦੀਪ ਸਿੰਘ ਹੁਣੀ ਉਹਨਾਂ ਦੀ ਇੱਕ ਆਪਾਂ ਕਹਿ ਸਕਦੇ ਹਾਂ ਆਪਾਂ ਘਟਨਾਵਾਂ ਜਿਹੜੀਆਂ ਇਦਾਂ ਦੀਆਂ ਵਾਪਰੀਆਂ। ਇਸ ਤੋਂ ਅੱਗੇ ਮਹੰਤਾਂ ਦੇ ਟਾਈਮ ਦੇ ਉੱਤੇ ਸਾਕਾ ਨਨਕਾਣਾ ਸਾਹਿਬ ਵਾਪਰਿਆ। ਇਸੇ ਕਰਕੇ ਵਾਪਰਿਆ ਕਿ ਸਾਡੇ ਗੁਰੂ ਧਾਮਾਂ ਦੀ ਬੇਅਦਬੀ ਜਿਹੜੀ ਮਹੰਤਾਂ ਵੱਲੋਂ ਸ਼ੁਰੂ ਕੀਤੀ ਗਈ ਸੀਗੀ। ਹਾਂਜੀ, ਇਹ ਸਿਲਸਿਲਾ ਅੱਗੇ ਰੁਕਿਆ ਨਹੀਂ। ਮੇਰੇ ਕਹਿਣ ਤੋਂ ਭਾਵ ਆ ਕਿ ਸਿੱਖਾਂ ਨੂੰ ਸ਼ਾਇਦ ਸੀਗਾ ਇੱਕ ਬੜਾ ਵੱਡਾ ਭੁਲੇਖਾ ਕਿ ਸ਼ਾਇਦ ਅੰਗਰੇਜ਼ ਚਲੇ ਜਾਣਗੇ, ਮੁਗਲ ਚਲੇ ਜਾਣਗੇ, ਉਸ ਤੋਂ ਬਾਅਦ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਵਾਂਗ ਸਾਡਾ ਇੱਕ ਰਾਜ ਭਾਗ ਕਾਇਮ ਹੋਊਗਾ ਜਾਂ ਸਾਡਾ ਇੱਕ ਖੇਤਰ ਬਣੂਗਾ, ਜਿਹੜਾ ਕਿ ਇੱਕ 47 ਦੇ ਟਾਈਮ ਗੱਲਾਂ ਚੱਲੀਆਂ ਕਿ ਸਿੱਖਾਂ ਦਾ ਇੱਕ ਖੇਤਰ ਹੋਊਗਾ ਜਿੱਥੇ ਉਹਨਾਂ ਨੂੰ ਆਪਣਾ ਆਜ਼ਾਦੀ ਦੇ ਨਾਲ ਆਪਣਾ ਸਿੱਖ ਧਰਮ ਦੀਆਂ ਰਵਾਇਤਾਂ ਦੇ ਅਨੁਸਾਰ ਵਧਣ ਫੁੱਲਣ ਦਾ ਮੌਕਾ ਮਿਲੂਗਾ, ਉਹਨਾਂ ਨੂੰ ਆਜ਼ਾਦੀ ਦਾ ਨਿੱਘ ਮਾਣਨ ਦਾ ਮੌਕਾ ਮਿਲੂਗਾ। ਉਹ ਆਪਣਾ ਜਿਹੜਾ ਉਹਨਾਂ ਦਾ ਜਾਹੋ ਜਲਾਲ ਹੈਗਾ ਸਿੱਖੀ ਦਾ, ਉਹਦੇ ਤਹਿਤ ਉਹ ਰਹਿ ਸਕਣਗੇ, ਆਪਣਾ ਜੀਵਨ ਬਤੀਤ ਕਰ ਸਕਣਗੇ। ਮੇਰੇ ਮੁਤਾਬਕ ਏਦਾਂ ਪੋਸੀਬਲ ਨਹੀਂ ਹੋਇਆ। 47 ਤੋਂ ਬਾਅਦ ਹੀ ਪਹਿਲੀਆਂ ਜਿਹੜੀਆਂ ਬੇਅਦਬੀਆਂ ਹੈਗੀਆਂ ਸੀ ਉਹਨਾਂ ਦਾ ਪ੍ਰਵੇਕ ਕੁਝ ਹੋਰ ਆ, ਕਿਉਂਕਿ ਉਹ ਹਮਲਾਵਰ ਆਉਂਦੇ ਰਹੇ ਜਾਂ ਮਹੰਤਾਂ ਦੇ ਟਾਈਮ ਤੇ ਜਿਹੜੀ ਬੇਅਦਬੀਆਂ ਹੋਈਆਂ ਸਿੰਘਾਂ ਨੇ ਉਦੋਂ ਵੀ ਸ਼ਹੀਦੀਆਂ ਦਿੱਤੀਆਂ। ਮੇਰਾ ਸਵਾਲ ਇਹ ਹੈਗਾ ਕਿ 47 ਤੋਂ ਬਾਅਦ 1947 ਤੋਂ ਜਦੋਂ ਤੱਕ ਸੋ ਕਾਲਡ ਭਾਰਤ ਨੂੰ ਆਜ਼ਾਦੀ ਮਿਲ ਗਈ, ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਕਿੰਨੇ ਮਿਲੀਅਨ ਸਿੱਖ ਮਾਰਿਆ ਗਿਆ, ਪੰਜਾਬੀ ਮਾਰੇ ਗਏ, ਸਾਰੇ ਵੈਸੇ ਸਮੁੱਚੀ ਮਾਨਵਤਾ ਦਾ ਹੀ ਘਾਣ ਹੋਇਆ ਉਦੋਂ। ਲੇਕਿਨ ਉਸ ਤੋਂ ਬਾਅਦ ਇੱਕ ਕੜੀ ਚੱਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲੋਂ ਸਿੱਖਾਂ ਨੂੰ ਤੋੜ ਕੇ ਉਹਦੇ ਖਿਲਾਫ ਇੱਕ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲੀਆਂ ਗਈਆਂ। ਜੇ ਮੈਂ ਥੋੜਾ ਜਿਹਾ ਉੱਪਰ ਨੂੰ ਆਉਂ 1978 ਦੀਆਂ ਘਟਨਾਵਾਂ 'ਚ ਨਿਰੰਕਾਰੀ ਕਾਂਡ ਜਿਹੜਾ ਵਾਪਰਿਆ, ਇਹਨਾਂ ਦੀ ਰੌਸ਼ਨੀ ਤੁਸੀਂ ਕਿੱਦਾਂ ਦੇਖਦੇ ਹੋ? ਕਿ ਚਾਹੀਦਾ ਇਹ ਸੀ ਕਿ ਭਾਰਤ ਆਜ਼ਾਦ ਹੋਣ ਤੋਂ ਬਾਅਦ ਇਹੋ ਜਿਹੀ ਘਟਨਾ ਕਦੇ ਨਾ ਵਾਪਰਦੀ ਕਿ ਸਿੱਖ ਕਦੇ ਮਹਿਸੂਸ ਕਰਦੇ ਕਿ ਸਾਡੇ ਅਜ਼ਮਤ ਨੂੰ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਵਿੱਤਰਤਾ ਹੈਗੀ ਆ, ਉਹਨੂੰ ਕੋਈ ਏਦਾਂ ਦੀ ਚੈਲੰਜ ਕਿਸੇ ਵੱਲੋਂ ਕੀਤਾ ਜਾ ਸਕਦਾ ਵਾ। ਜਿਹਦਾ ਕਾਰਨ ਕੀ ਬਣਿਆ ਕਿ ਉਸ ਤੋਂ ਬਾਅਦ ਵੀ ਕਿਉਂ ਇਹ ਸਿਲਸਿਲਾ ਜਾਰੀ ਰਿਹਾ? ਜੀ 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 ਦੇਖੋ ਜੀ, ਪਹਿਲਾਂ ਇੱਕ ਤੇ ਤੁਸੀਂ ਗੱਲ ਕੀਤੀ ਹੈ 1947 ਦੀ, ਕਿ ਉਹਨਾਂ ਸਮੇਂ ਦੇ ਦੌਰਾਨ ਜਿਹੜੇ ਸਿੱਖਾਂ ਦੇ ਮਤਲਬ ਕਤਲੇਆਮ ਹੋਇਆ, ਇੱਧਰ ਜਿਹੜੇ ਮੁਸਲਮਾਨ ਭਰਾ ਨੇ, ਮੁਸਲਮਾਨ ਲੋਕ ਨੇ, ਉਹਨਾਂ ਦਾ ਵੀ ਕਤਲੇਆਮ ਹੋਇਆ। ਕੁਝ ਕੁ % ਹਿੰਦੂ ਲੋਕਾਂ ਦਾ ਵੀ ਨੁਕਸਾਨ ਹੋਇਆ, ਪਰ ਮੋਸਟਲੀ ਜਿਹੜਾ ਵੱਧ ਨੁਕਸਾਨ ਹੋਇਆ ਉਹ ਸਿੱਖਾਂ ਦਾ ਹੋਇਆ। ਸਾਡਾ ਉੱਥੇ ਰਾਜ ਭਾਗ ਸੀਗਾ, ਸਾਡੇ ਘਰ-ਬਾਰ ਸੀਗੇ, ਸਾਡੀਆਂ ਖੁੱਲੀਆਂ ਜ਼ਮੀਨਾਂ ਸੀਗੀਆਂ, ਸਾਡੇ ਕੋਲ ਡੰਗਰ ਵੱਛਾ ਸੀਗਾ, ਉੱਥੇ ਬੜਾ ਕੁਛ, ਸਾਡੇ ਗੁਰੂ ਧਾਮ ਸੀਗੇ ਸਭ ਤੋਂ ਵੱਡੀ ਗੱਲ। ਤੇ ਅਸੀਂ ਉਹ ਸਾਰਾ ਕੁਝ ਛੱਡ ਕੇ ਇਸ ਮੁਲਕ 'ਚ ਆਏ ਆ, ਸਾਡਾ ਬੜਾ ਨੁਕਸਾਨ ਹੋਇਆ। ਪਰ ਇੱਕ ਕਿਤਾਬ ਥੋੜ੍ਹੇ ਦਿਨ ਪਹਿਲਾਂ ਹੁਣੇ ਕੌਮਨਲ ਰਿਲੀਜਨ ਨਾਂ ਦੀ ਰਿਲੀਜ਼ ਵੀ ਹੋਈ ਆ ਕੁਝ ਸਮਾਂ ਪਹਿਲਾਂ। ਜਿਹੜਾ ਉਹਦਾ ਕਿਤਾਬ ਦਾ ਰਾਈਟਰ ਹੈ ਉਹ ਇੱਕ ਹਿੰਦੂ ਜੈਂਟਲਮੈਨ ਹੀ ਹੈ, ਤੇ ਉਹਨੇ ਜਿਹੜੀ ਹਿੰਦੂ ਰਾਸ਼ਟਰ ਦੀ ਤੇ ਹਿੰਦੂਤਵ ਦੀ ਜਿਹੜੀ ਪਾਲਿਸੀਆਂ ਨੇ ਉਹਨਾਂ ਨੂੰ ਉਜਾਗਰ ਕੀਤਾ ਵਾ। ਉਹ ਇੰਗਲਿਸ਼ 'ਚ ਕਿਤਾਬ, ਉਹ ਕਿਤਾਬ ਕਹਿੰਦੀ ਹੈ ਕਿ ਜਿਹੜੇ ਇਹ ਘਟਨਾਕ੍ਰਮ ਵਾਪਰਿਆ 1947 ਦਾ, ਜਿਹੜੇ ਸਿੱਖਾਂ ਦੇ, ਮੁਸਲਮਾਨਾਂ ਦੇ, ਹਿੰਦੂਆਂ ਦੇ ਆਪਸ ਦੇ ਵਿੱਚ ਦੰਗੇ ਹੋਏ ਨੇ, ਸਿੱਖਾਂ ਦਾ ਜਿਹੜਾ ਵੱਧ ਨੁਕਸਾਨ ਹੋਇਆ ਜਾਂ ਮੁਸਲਮਾਨਾਂ ਦਾ ਨੁਕਸਾਨ ਹੋਇਆ, ਜਾਂ ਸਿੱਖ ਇੱਧਰਲੇ ਪਾਸੇ ਆਏ ਨੇ, ਮੁਸਲਮਾਨ ਉਧਰਲੇ ਪਾਸੇ ਗਏ ਨੇ, ਕੁਝ ਕੁ % ਹਿੰਦੂ ਇੱਧਰ ਆਏ ਨੇ। ਸੋ ਇਹਦੇ ਪਿੱਛੇ ਕਾਰਨ ਕੀ ਸੀ? ਇਹ ਐਵੇਂ ਨਹੀਂ ਹੋ ਗਿਆ। ਇਹ ਕੋਈ ਵੀ ਜਿਹੜੀ ਘਟਨਾਵਾਂ ਮਤਲਬ ਕਿਸੇ ਵੀ ਸਮੇਂ ਲੰਮੇ ਵੱਡੇ ਪੱਧਰ ਦੇ ਉੱਤੇ ਕੋਈ ਨਰਸੰਹਾਰ ਹੁੰਦੇ ਨੇ, ਕੋਈ ਘੱਲੂਘਾਰੇ ਹੁੰਦੇ ਨੇ, ਕੋਈ ਨਸਲਕੁਸ਼ੀ ਹੁੰਦੀ ਆ, ਉਹ ਇੱਕਦਮ ਨਹੀਂ ਹੁੰਦੀ। ਉਹਦੇ ਪਿੱਛੇ ਸਰਕਾਰਾਂ ਪਾਲਿਸੀਆਂ ਬਣਾਉਂਦੀ ਹੁੰਦੀਆਂ ਨੇ, ਕੌਮਾਂ ਪਾਲਿਸੀਆਂ ਬਣਾਉਂਦੀਆਂ ਹੁੰਦੀਆਂ ਨੇ, ਦੂਜੇ ਧਰਮ ਨੂੰ ਕਿੱਦਾਂ ਅਸੀਂ ਖਤਮ ਕਰਨਾ ਜਾਂ ਆਪਣੇ ਅੰਦਰ ਜਜ਼ਬ ਕਰਨਾ, ਦੋ ਗੱਲਾਂ ਨੇ। ਜਾਂ ਤਾਂ ਅੱਜ ਜਿਹੜੀ ਪਾਲਿਸੀ ਵਰਤੀ ਜਾ ਰਹੀਆਂ ਨੇ, ਜਾਂ ਤੇ ਅਗਲੇ ਨੂੰ ਖਤਮ ਕਰ ਦਿਓ ਜਾਂ ਤੇ ਜਜ਼ਬ ਕਰ ਦਿਓ। ਜਿਹੜੇ ਹੁਣ ਰੋਹਿੰਗੀਆ ਮੁਸਲਮਾਨ ਨੇ ਆਪਣਾ ਇੱਥੇ ਬਰਮਾ ਦੇ ਵਿੱਚ, ਉਹਨਾਂ ਨਾਲ ਦੇਖੋ ਕਿੰਨਾ ਉੱਥੋਂ ਦੀ ਸਰਕਾਰ ਹੈ ਉਹਨੇ ਜ਼ੁਲਮ ਕੀਤਾ। ਪਰ ਜਿਹੜੇ ਉੱਥੇ 10% ਰੋਹਿੰਗੀਆ ਮੁਸਲਮਾਨ ਨੇ, ਉੱਥੇ ਉੱਚ ਅਹੁਦਿਆਂ ਤੇ ਬੈਠੇ ਨੇ, ਉਹ ਪੁਲਿਸ ਦੇ ਵਿੱਚ ਵੀ ਹੈਗੇ ਨੇ,
ਸਰਕਾਰੀ ਅਫਸਰ ਵੀ ਹੈਗੇ ਨੇ, ਉਹਨਾਂ ਨੂੰ ਕੁਛ ਨਹੀਂ ਕਿਹਾ। ਕਿਉਂ? ਉਹ ਜਿਹੜੇ ਉੱਥੋਂ ਦੀ ਸਰਕਾਰ ਦੇ ਵਿੱਚ, ਉੱਥੋਂ ਦੇ ਸਰਕਾਰ ਦਾ ਜਿਹੜਾ ਰਿਲੀਜਨ ਹੈ ਉਹਦੇ ਵਿੱਚ ਮਰਜ ਹੋ ਗਏ ਨੇ ਉਹ ਬੰਦੇ। ਉਹ ਬੋਲੀ ਉਹਨਾਂ ਦੀ ਬੋਲਦੇ ਨੇ, ਭਾਸ਼ਾ ਉਹਨਾਂ ਦੀ ਬੋਲਦੇ ਨੇ। ਇਸੇ ਤਰੀਕੇ ਦੇ ਨਾਲ ਚਾਈਨਾ ਦੇ ਵਿੱਚ ਜਿਹੜੇ ਮੁਸਲਮਾਨ ਨੇ, ਉਹਨਾਂ ਦੀ ਆਪਾਂ ਗੱਲ ਕਰ ਲਈਏ, ਉੱਥੇ ਉਹ ਸਾਰੇ ਮੁਸਲਮਾਨਾਂ ਨੂੰ ਨਹੀਂ ਤੰਗ ਕਰਦੇ। ਜਿਹੜੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਨੇ ਉਹਨਾਂ ਨੂੰ ਤੰਗ ਕੀਤਾ ਜਾਂਦਾ ਵਾ। ਇਸੇ ਤਰੀਕੇ ਦੇ ਨਾਲ ਇੱਥੇ ਵੀ ਉਹੀ ਸਿਸਟਮ ਹੈਗਾ। ਜਿਹੜੀਆਂ ਕੌਮਾਂ ਆਪਣੀ ਹੋਂਦ ਦੀ ਗੱਲ ਕਰਦੀਆਂ ਨੇ ਉਹਨਾਂ ਨੂੰ ਜਾਂ ਤੇ ਕੁਚਲ ਦਿੱਤਾ ਜਾਂਦਾ, ਨਹੀਂ ਤੇ ਫਿਰ ਜਿਹੜੇ ਬਚ ਜਾਂਦੇ ਨੇ ਉਹ ਮਰਜ ਹੋ ਜਾਂਦੇ ਨੇ, ਉਹਨਾਂ ਨੂੰ ਵੈਸੇ ਨਹੀਂ ਕੁਛ ਕਹਿੰਦੇ। ਸੋ ਮੈਂ ਗੱਲ ਅਗਲੇ ਵਿਸ਼ੇ ਵੱਲ ਵਧਾਂ ਆਪਣੇ, ਕਿ 1947 ਦੀ ਜਿਹੜੀ ਵੰਡ ਦਾ ਕਾਰਨ ਉਸ ਬੰਦੇ ਨੇ ਕੀ ਲਿਖਿਆ ਕਿ ਲਾਲਾ ਲਾਜਪਤ ਰਾਏ ਹੋਰੀ ਜਾਂ ਹੋਰ ਹਿੰਦੂ ਜਿਹੜੇ ਆਗੂ ਸੀਗੇ ਉਹ ਇਸ ਗੱਲੋਂ ਬੜੇ ਪਰੇਸ਼ਾਨ ਸੀਗੇ ਕਿ ਇਸ ਖਿੱਤੇ 'ਚ ਹਿੰਦੂ ਕਿਤੇ ਨਾ ਕਿਤੇ ਘੱਟ ਗਿਣਤੀ ਨੇ। ਜਿਹੜਾ ਪੰਜਾਬ ਦਾ ਖਿੱਤਾ ਸੀਗਾ, ਇੱਥੇ ਹਿੰਦੂ ਵੱਧ ਗਿਣਤੀ 'ਚ ਨਹੀਂ ਹੈਗੇ। ਇੱਥੇ ਸਿੱਖਾਂ ਦੀ ਗਿਣਤੀ ਵੱਧ ਸੀਗੀ ਜਾਂ ਮੁਸਲਮਾਨ ਲੋਕਾਂ ਦੀ ਵੱਧ ਸੀਗੀ, ਕਿ ਉਹ ਬਾਰ-ਬਾਰ ਜਿਹੜੇ ਹਿੰਦੂਆਂ ਦੇ ਕਲੈਸ਼ ਹੁੰਦੇ ਸੀਗੇ ਮੁਸਲਮਾਨਾਂ ਦੇ ਨਾਲ, ਉਸ ਕਾਰਨ ਵੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ। ਉਹਨਾਂ ਨੇ ਪੂਰਾ 100 ਸਾਲ ਦਾ ਸਮਾਂ ਲਾਇਆ ਇੱਕ ਪਾਲਿਸੀ ਬਣਾਉਣ ਦੇ ਲਈ ਕਿ ਕਦੋਂ ਸਮਾਂ ਆਵੇ ਅਸੀਂ ਮੁਸਲਮਾਨ ਲੋਕਾਂ ਨੂੰ ਇਸ ਖਿੱਤੇ ਤੋਂ ਭਜਾਈਏ ਜੀ। ਤੇ ਉਹ ਇਸ ਗੱਲ 'ਚ ਕਾਮਯਾਬੀ ਹੋਏ। ਉਹਦੇ ਰਾਈਟਰ ਦਾ ਦੱਸਣ ਦਾ ਇਹ ਇੱਕ ਮੈਂ ਸ਼ੋਰ 'ਚ ਦੱਸਦਾ ਸਮਾਂ ਆਪਣੇ ਕੋਲ ਥੋੜਾ, ਤੇ ਕਿ ਉਹ ਚਾਹੁੰਦੇ ਸੀ ਕਿ ਮੁਸਲਮਾਨਾਂ ਦਾ ਇੱਥੋਂ ਕਿ ਇਹੋ ਜਿਹੀ ਤਰਕੀਬ ਲੜਾਈ ਜਾਵੇ ਕਿ ਇਸ ਖਿੱਤੇ 'ਚੋਂ ਜਦੋਂ ਮੁਲਕ ਆਜ਼ਾਦ ਹੋਵੇ ਤੇ ਉਹਨਾਂ ਨੂੰ ਇੱਕ ਪਾਸੇ ਸੁੱਟਿਆ ਜਾਵੇ, ਕੱਢ ਕੇ ਬਾਹਰ ਮਾਰਿਆ ਜਾਵੇ, ਤਾਂ ਕਿ ਉਧਰਲੇ ਜਿਹੜੇ ਸਿੱਖ ਨੇ ਉਹ ਵੀ ਇੱਧਰ ਆ ਜਾਣ, ਹਿੰਦੂ ਵੀ ਇੱਧਰ ਆ ਜਾਣ, ਅਸੀਂ ਇੱਥੇ ਬਹੁ ਗਿਣਤੀ ਹੋ ਜੀ। ਤੇ ਹੋਇਆ ਵੀ ਉਹੀ ਜਿਹੜੀ ਪਾਲਿਸੀ ਬਣਾਈ ਹੈ ਉਹਨਾਂ ਨੇ, ਉਸੇ ਤਹਿਤ ਇਹਨਾਂ ਨੇ ਦੰਗੇ ਕਰਵਾਏ। ਇੱਕ ਗੱਲ ਇਹ ਵੀ ਉਸ ਕਿਤਾਬ 'ਚੋਂ ਸਪਸ਼ਟ ਹੋਈ ਹੈ ਕਿ ਜਿਹੜੇ ਦੰਗੇ ਹੋਏ ਨੇ ਮੁਸਲਮਾਨ ਲੋਕਾਂ ਦੀ ਕੱਟ ਵੱਢ ਹੋਈ ਹੈ, ਸਿੱਖਾਂ ਦੀ ਹੋਈ ਹੈ, ਜਾਂ ਕੁਝ % ਹਿੰਦੂਆਂ ਦੀ ਹੋਈ ਹੈ, ਇਹ ਹਿੰਦੂਤਵ ਦਾ ਏਜੰਡਾ ਸੀਗਾ ਇਹਦੇ ਪਿੱਛੇ। ਬਿਲਕੁਲ, ਜਿਹੜੀ ਵੱਡੀ ਗੱਲ ਹੈ ਜੀ। ਸੋ ਮੈਂ ਕਿਤੇ ਨਾ ਕਿਤੇ ਇਹ ਗੱਲ ਤੁਹਾਡੀ ਸਮਝ ਸਕਦਾ ਆ, ਜਿੱਦਾਂ ਤੁਸੀਂ ਬਰੀਫ ਕੀਤਾ ਆ, ਕਿ ਮੋਸਟਲੀ ਜਿਹੜੀਆਂ ਜਿੰਨੀ ਵੀ ਸਰਕਾਰਾਂ ਸੱਤਾਧਾਰੀ ਪਾਰਟੀਆਂ ਰਹੀਆਂ, ਜਿਹੜੀਆਂ ਪਾਵਰ ਹੋਲਡ ਕਰਦੀਆਂ, ਰਾਜ ਕਰਦੀਆਂ ਜਿਹੜੀਆਂ, ਹਾਂਜੀ, ਜਾਂ ਜਿਹੜੇ ਧਰਮ ਰਾਜ ਕਰਦੇ ਆ, ਤਾਂ ਦੂਜੇ ਪਾਸੇ ਜਿਹੜੇ ਕਮਿਊਨਿਟੀਆਂ, ਭਾਈਚਾਰੇ, ਧਰਮ ਜਿਹੜੇ ਹੈਗੇ ਆਪਣੀ ਹੋਂਦ ਦੀ ਗੱਲ ਕਰਦੇ ਆ, ਉਹਨਾਂ ਦਾ ਕਰੈਕਟਰ ਡਿਗਰੇਸ਼ਨ ਕੀਤੀ ਜਾਂਦੀ ਆ। ਇੱਕ ਕਿਸਮ ਉਹਦਾ ਤਰੀਕਾ ਹੁੰਦਾ ਕਿ ਇਹਨਾਂ ਨੂੰ ਇਹਨਾਂ ਦੇ ਇਸ਼ਟ ਨਾਲੋਂ ਤੋੜ ਦਿੱਤਾ ਜਾਵੇ ਸਿੱਧੇ ਤੌਰ ਤੇ। ਸੋ ਇਹਦੇ ਤਹਿਤ ਹੀ ਉਹਨਾਂ ਦਾ ਵਿਸ਼ਵਾਸ ਇੱਕ ਕਿਸਮ ਨਾਲ ਡੋਲ ਜਾਵੇ। ਇਹ ਘਟਨਾਵਾਂ ਦਾ ਕਿਤੇ ਨਾ ਕਿਤੇ ਜਿਹੜੇ ਬੇਅਦਬੀ ਦੀਆਂ ਘਟਨਾਵਾਂ ਆ ਵਾਰ-ਵਾਰ ਵਾਪਰਨਾ, ਸੋ ਇਹ ਹੁੰਦੀਆਂ ਰਹੀਆਂ। ਮੈਂ ਉਹਨੂੰ ਹੁਣ ਜਦੋਂ ਭਾਰਤ ਦੇ ਵਿੱਚ 1978 ਦੇ ਵਿੱਚ ਇੱਕ ਵਿਚਾਰਧਾਰਾ ਉਦੋਂ ਤੋਂ ਹੀ ਚੱਲ ਪਈ ਸੀ, ਜਿਹੜੀ ਨਿਰੰਕਾਰੀ ਵਿਚਾਰਧਾਰਾ ਸੀਗੀ, ਹਾਂਜੀ, ਉਹਨਾਂ ਨੇ ਆਪਣੇ ਸਮੇਂ ਦੇ ਉੱਪਰ ਸਿੱਖੀ ਵਿਚਾਰਧਾਰਾ ਤੋਂ ਇਲਾਵਾ ਜਿਹੜੀਆਂ ਕੁਛ ਏਦਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਇੱਕ ਸਿੱਖ ਨੂੰ ਕਦੇ ਵੀ ਮਨਜ਼ੂਰ ਨਹੀਂ ਸੀਗੀਆਂ। 1978 ਦੇ ਵਿੱਚ ਜਿਹੜਾ ਕਾਂਡ ਵਾਪਰਿਆ, ਤੇ ਉਸ ਟਾਈਮ ਤੇ ਇੱਕ ਕਿਸਮ ਨਾਲ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ, ਜੋ ਉਹਨੇ ਕੀਤਾ। ਤੋਂ ਬਾਅਦ ਜੋ ਸ਼ਹੀਦੀਆਂ ਹੋਈਆਂ ਸਿੰਘਾਂ ਦੀਆਂ, ਬਰੀਫ ਰੂਪ ਚ ਤੁਸੀਂ ਦੱਸਣਾ ਚਾਹੋਗੇ ਵੀ ਕੀ ਉਦੋਂ ਉਹ ਘਟਨਾ ਕਿਉਂ ਵਾਪਰੀ ਤੇ ਕੀ ਸਿੱਖਾਂ ਨੂੰ ਉਦੋਂ ਇਨਸਾਫ ਮਿਲਿਆ ਸੀ? ਉਸ ਘਟਨਾ ਤੋਂ ਬਾਅਦ ਬਕਾਇਦਾ ਕੋਰਟ ਵਿੱਚ ਕੇਸ ਗਿਆ ਸੀਗਾ, ਹਾਂਜੀ, ਤੇ ਕੀ ਉਹਦਾ ਇਨਸਾਫ ਸਿੱਖਾਂ ਨੂੰ ਮਿਲਿਆ ਸੀ ਜਿਹੜੇ 13 ਸਿੰਘ ਸ਼ਹੀਦ ਹੋਏ ਆ ਇੱਕ ਸੁਣਾ? ਜੀ ਦੇਖੋ ਜੀ, ਸਿੱਖਾਂ ਨੇ ਤੇ ਉਹਦਾ ਇਨਸਾਫ ਮੈਂ ਸਮਝਦਾ ਆਪ ਲਿਆ। ਮੈਂ ਇੱਥੇ ਤੁਹਾਡੇ ਨਾਲ ਜ਼ਿਕਰ ਕਰਦਾ ਥੋੜਾ ਜਿਹਾ ਕਿ ਜਦੋਂ 1978 ਦਾ ਸਾਕਾ ਵਾਪਰਦਾ ਵਾ, ਉਸ ਸਮੇਂ ਮਤਲਬ ਗੱਲ ਜਿਹੜੀ 1947 ਦੀ ਗੱਲ ਸੀਗੀ ਉਹ ਹਿੰਦੂਤਵ ਦੀ ਗੱਲ ਸੀਗੀ ਕਿ ਉਹਨਾਂ ਦੀ ਪਾਲਿਸੀ ਕੰਮ ਕਰਦੀ ਸੀਗੀ। ਜਿਹੜਾ 78 ਚ ਵਾਪਰਿਆ ਉਹਦੇ ਪਿੱਛੇ ਵੀ ਇਹਨਾਂ ਦੀ ਪਾਲਿਸੀ ਕੰਮ ਕਰਦੀ ਸੀ, ਕਿਉਂਕਿ ਜਦੋਂ 78 ਦਾ ਸਾਕਾ ਵਾਪਰਿਆ ਉੱਥੇ ਜਿਹੜਾ ਸਟੇਟ ਸੈਕਟਰੀ ਸੀਗਾ ਉਸ ਸਮੇਂ ਬੋਲਣ ਵਾਲਾ ਬੁਲਾਰਾ ਸੀਗਾ, ਉਹ ਲਾਲਾ ਜਗਤ ਨਾਰਾਇਣ ਸੀਗਾ, ਆਰਿਆ ਸਮਾਜੀ, ਜਿਹੜਾ ਜਗਬਾਣੀ ਅਖਬਾਰ ਦਾ ਐਡੀਟਰ ਸੀਗਾ, ਮੇਨ ਚੀਫ ਸੀਗਾ, ਹਾਂਜੀ। ਤੇ ਉਹ ਬੰਦਾ ਉਸ ਸਮੇਂ ਸਕੱਤਰ ਸੀਗਾ ਸਟੇਜ ਦਾ, ਉੱਥੇ ਉਹਨਾਂ ਦੀ ਸਟੇਜ ਨੂੰ ਉਹ ਹੈਂਡਲ ਕਰ ਰਿਹਾ ਸੀਗਾ। ਤੇ ਸਿੱਖਾਂ ਦਾ ਜਿਹੜਾ ਕੇਸ ਸੀਗਾ ਉਹ ਚੱਲਦਾ ਸੀ ਅੰਮ੍ਰਿਤਸਰ। ਇਹਨਾਂ ਨੇ ਦਬਾਅ ਪਾ ਕੇ ਸਰਕਾਰ ਤੋਂ ਉਹਨੂੰ ਕਰਨਾਲ ਟਰਾਂਸਫਰ ਕਰਾ ਲਿਆ ਸੀਗਾ ਹਰਿਆਣੇ ਦੇ ਵਿੱਚ। ਤੇ ਉੱਥੇ ਤਰੀਕਾਂ ਪੈਂਦੀ ਰਹੀਆਂ। ਉੱਥੇ ਜਾ ਕੇ ਵੀ ਜਿਹੜਾ ਸਟੇਟ ਸੈਕਟਰੀ ਹੈ ਲਾਲਾ ਜਗਤ ਨਾਰਾਇਣ, ਜਿਹਨੂੰ ਸਿੱਖ ਅੱਜ ਬੜੇ ਚਾਅ ਨਾਲ ਜਗਬਾਣੀ ਅਖਬਾਰ ਨੂੰ ਪੜ੍ਹਦੇ ਨੇ, ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ, ਉੱਥੇ ਜਾ ਕੇ ਲਾਲਾ ਜਗਤ ਨਾਰਾਇਣ ਹੈ ਉਹ ਜਾ ਕੇ ਐਵੀਡੈਂਸ ਦਿੰਦਾ ਕਿ ਉੱਥੇ ਜਿਹੜੇ ਨਿਰੰਕਾਰੀ ਲੋਕ ਨੇ
ਇਹਨਾਂ ਦੇ ਕਿਸੇ ਵੀ ਬੰਦੇ ਕੋਲ ਗੋਲੀ ਨਹੀਂ ਸੀਗੀ, ਇਹਨਾਂ ਨੇ ਤਾਂ ਗੋਲੀ ਨਹੀਂ ਚਲਾਈ, ਇਹਨਾਂ ਨੂੰ ਤੇ ਪਤਾ ਜੀ ਨਹੀਂ ਕੌਣ ਬੰਦੇ ਮਾਰ ਗਏ ਨੇ, ਇਹਨਾਂ ਦਾ ਨਿਰੰਕਾਰੀਆਂ ਤੇ ਸਿੱਖਾਂ ਨਾਲ ਤੇ ਕੋਈ ਸੰਬੰਧ ਹੀ ਨਹੀਂ ਹੈਗਾ ਲੜਾਈ ਦਾ। ਜੀ ਸੋ ਉੱਥੇ ਜਾ ਕੇ ਵੀ ਲਾਲਾ ਜਗਤ ਨਾਰਾਇਣ ਹੈ ਉਹ ਇਹੋ ਜਿਹੇ ਐਵੀਡੈਂਸ ਦੇ ਕੇ ਆਇਆ। ਪੂਰੀ ਜਿਹੜੀ ਸਰਕਾਰ ਸੀਗੀ ਸੈਂਟਰ ਗਵਰਨਮੈਂਟ ਦੀ ਮੈਜੋਰਟੀ, ਉਹ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਸੀਗਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਬਾਬਾ ਹੈਗਾ ਨਿਰੰਕਾਰੀ ਇਹਨੂੰ ਬਚਾਉਣਾ ਵਾ, ਇਹਨੂੰ ਸਜ਼ਾ ਨਹੀਂ ਹੋਣ ਦੇਣੀ, ਇਹਨੂੰ ਜੇਲ੍ਹ ਦੇ ਜੀ ਵਿੱਚ ਸਲਾਖਾਂ ਦੇ ਪਿੱਛੇ ਨਹੀਂ ਜਾਣ ਦੇਣਾ। ਸੋ ਸਾਰਾ ਜਿਹੜਾ ਮਤਲਬ ਉਸ ਸਮੇਂ ਅਮਲਾ ਸੀਗਾ ਉਹ ਕੰਮ ਕਰਦਾ ਸੀ। ਲਾਲਾ ਜਗਤ ਨਾਰਾਇਣ ਇੱਕ ਇਹੋ ਜਿਹਾ ਸ਼ਖਸ ਰਿਹਾ ਜਿਹੜਾ ਪੂਰੀ ਇੱਕ ਸਦੀ ਉਹਨਾਂ ਨੇ ਸਿੱਖਾਂ ਦੇ ਖਿਲਾਫ, ਪੰਜਾਬੀਅਤ ਦੇ ਖਿਲਾਫ ਕੰਮ ਕੀਤਾ। ਤੁਹਾਨੂੰ ਜਾਣਕਾਰੀ ਹੋਵੇਗੀ ਕਿ ਜਦੋਂ ਪੰਜਾਬੀ ਟ੍ਰਿਬਿਊਨ ਅਖਬਾਰ ਸ਼ੁਰੂ ਹੋਣਾ ਸੀਗਾ ਤੇ ਇਹਨੇ ਪੰਜਾਬੀ ਟ੍ਰਿਬਿਊਨ ਵਾਲਿਆਂ ਨੂੰ ਐਗਜ਼ਾਮਪਲ ਦਿੱਤੀ ਸੀ ਕਿ ਕਿਉਂਕਿ ਪਹਿਲਾਂ ਤੇ ਇੰਗਲਿਸ਼ ਟ੍ਰਿਬਿਊਨ ਚੱਲਦਾ ਸੀਗਾ। ਜੀ ਜੀ 1970 ਦੇ ਨੇੜੇ ਤੇੜੇ ਜਿਹੜਾ ਟ੍ਰਿਬਿਊਨ ਸ਼ੁਰੂ ਹੋਇਆ, ਇਹਨੇ ਇੱਕ ਗੱਲ ਕਹੀ ਸੀ ਕਿ ਜਿਹੜੇ ਪੰਜਾਬੀ ਨੇ, ਤੁਸੀਂ ਕਿੱਥੇ ਪੰਜਾਬੀ ਅਖਬਾਰ ਸ਼ੁਰੂ ਕਰਨ ਲੱਗੇ ਹੋ? ਜਿਹੜੇ ਪੰਜਾਬੀ ਜੀ ਨੇ ਉਹ ਸ਼ਰਾਬ ਦੀ ਬੋਤਲ ਤੇ ਲੈ ਲੈਣਗੇ ਪਰ ਪੰਜਾਬੀ ਅਖਬਾਰ ਨਹੀਂ ਪੜ੍ਹ ਸਕਦੇ। ਤੁਸੀਂ ਦੇਖੋ ਇਹ ਜੀ ਕਿੰਨੀ ਜੀ ਖਤਰਨਾਕ ਗੱਲ ਕੀਤੀ ਸੀ ਉਸ ਕਿੰਨੀ ਬੰਦੇ ਨੇ। ਖਤਰਨਾਕ ਗੱਲ। ਤੇ ਅੱਜ ਤੁਸੀਂ ਦੇਖੋ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਹੈ, ਬੇਸ਼ੱਕ ਉਹ ਕੁਛ ਜਿਹੜੀਆਂ ਅਸਲ ਲੀਹਾਂ ਦੇ ਉੱਤੋਂ ਲੱਥ ਗਿਆ, ਜਿਹੜੀ ਗੱਲਾਂ ਲਈ ਉਹ ਸਿੱਖਾਂ ਨੇ ਅਖਬਾਰ ਸ਼ੁਰੂ ਕਰਿਆ ਸੀਗਾ ਉਹ ਨਹੀਂ ਮਤਲਬ ਹੋ ਰਹੀਆਂ, ਪਰ ਤੁਸੀਂ ਦੇਖੋ ਵੀ ਕਿੰਨਾ ਅੱਜ ਪੰਜਾਬੀ ਜਿਹੜੀ ਆਪਾਂ ਉਹਦੀ ਭਾਸ਼ਾ ਦੀ ਗੱਲ ਕਰ ਲਈਏ, ਬੋਲੀ ਦੀ ਗੱਲ ਕਰ ਲਈਏ, ਉਹ ਕਿੰਨੇ ਕਿੰਨੇ ਲੋਕ ਉਹਨੂੰ ਪੜ੍ਹ ਰਹੇ ਨੇ। ਬਿਲਕੁਲ ਸੋ ਬਿਲਕੁਲ ਸੋ ਇਹੋ ਜਿਹੇ ਜਿਹੜੇ ਲੋਕ ਨੇ ਉਹ ਪੂਰੀ ਪਾਲਿਸੀਆਂ ਦੇ ਨਾਲ ਸਿੱਖਾਂ ਦੇ ਖਿਲਾਫ, ਪੰਜਾਬ ਦੇ ਖਿਲਾਫ ਕੰਮ ਕਰਦੇ ਨੇ। ਸੋ ਅੰਤ ਜਿਹੜਾ ਗੁਰਬਚਨਾ ਸੀਗਾ ਉਹਨੂੰ ਸਰਕਾਰ ਨੇ ਬਰੀ ਕਰ ਦਿੱਤਾ ਸੀ ਤੇ ਉਹਨੂੰ ਸਜ਼ਾ ਤੇ ਹਾਂਜੀ ਕੋਈ ਹੋਈ ਨਹੀਂ। ਤੇ ਜਿਹੜੇ ਗੁਰੂ ਦੇ ਪਿਆਰੇ ਨੇ ਸਿੰਘ ਨੇ ਤੇ ਉਹਨਾਂ ਨੇ ਜੀ ਫਿਰ ਆਪਦਾ ਜਿਹੜਾ ਇਨਸਾਫ ਹੈ ਜਿਹੜਾ ਲਿਆ ਜੀ ਸਿੰਘਾਂ ਨੂੰ ਸ਼ਹੀਦ ਕਰਨ ਦਾ ਉਹ ਲਿਆ ਸੀ। ਜੀ 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 ਕਿਉਂਕਿ ਇੱਕ ਕਿਸਮ ਨਾਲ ਸਿੱਧੇ ਤੌਰ ਤੇ ਚੈਲੰਜ ਕੀਤਾ ਗਿਆ ਸੀ ਉਹਦੇ ਵੱਲੋਂ ਕਿ 7 ਸਿਤਾਰੇ ਥਾਪਣੇ ਹੈਗੇ ਆ, ਮੈਂ ਬਹੁਤ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣਾ, ਇਦਾਂ ਦੀਆਂ ਗੱਲਾਂ ਹੋਈਆਂ ਤੇ ਸਿੰਘਾਂ ਦਾ ਜਿਹੜਾ ਖੂਨ ਖੌਲਿਆ ਤੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਤੁਸੀਂ ਦੱਸਿਆ ਕਿ ਉਸ ਤੋਂ ਬਾਅਦ ਕੇਸ ਚੱਲਿਆ ਬਕਾਇਦਾ, ਉਹ ਬਦਲਿਆ, ਤਬਦੀਲ ਕੀਤਾ ਗਿਆ ਕਰਨਾਲ, ਉਤੋਂ ਬਰੀ ਕੀਤੇ ਗਏ। ਉਹਦੇ ਵਿੱਚ ਇੱਕ ਆਪਣੀ ਪੰਥਕ ਪਾਰਟੀ ਦਾ ਰੋਲ ਨਾਲ ਹੀ ਹੁਣ ਡਿਸਕਸ ਕਰ ਲਈਏ। ਮੇਰਾ ਕਹਿਣ ਤੋਂ ਜੀ ਭਾਵ ਜੀ ਹੈ ਜੀ 1978 ਦੇ ਵਿੱਚ ਇੱਕ ਗਵਾਹੀ ਹੋਈ ਸੀ ਲਾਲਾ ਜਗਤ ਨਾਰਾਇਣ ਦੀ। ਹਾਂਜੀ, ਇੱਕ ਗਵਾਹੀ ਇਹਨਾਂ ਦੇ ਇੱਕ ਮੰਤਰੀ ਦੀ ਹੋਈ ਸੀ। ਤੇ ਪਰ ਉਸ ਤੋਂ ਪਹਿਲਾਂ ਮੈਂ 1978 ਦੇ ਜਦੋਂ ਕਾਂਡ ਹੋਇਆ, ਬਕਾਇਦਾ ਸਿੱਖਾਂ ਨੇ ਸ਼ਾਇਦ ਕੋਈ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਜਾਂ ਸੰਬੰਧਿਤ ਮੰਤਰੀ ਨੂੰ, ਉਮਰਾ ਨੰਗਲ ਸ਼ਾਇਦ। ਹਾਂਜੀ, ਉਹ ਥੋੜਾ ਜਿਹਾ ਬਰੀਫ ਕਰੋ ਉਹਦੇ ਬਾਰੇ, ਜਿਸ ਤੋਂ ਦੱਸਣਾ ਚਾਹੋ ਵੀ ਸੰਗਤ ਨੂੰ ਵੀ ਸਿੱਖਾਂ ਨੇ ਉਸ ਟਾਈਮ ਕਿੰਨੀ ਅਪਰੋਚ ਕੀਤੀ ਸੀ, ਜਿਹੜੀ ਪੰਥਕ ਪਾਰਟੀ, ਕਿਹੜੀ ਸਰਕਾਰ ਸੀ ਪੰਜਾਬ ਦੇ ਵਿੱਚ, ਤੇ ਉਹਨਾਂ ਦਾ ਰਿਸਪੌਂਸ ਕੀ ਰਿਹਾ ਕੇਸ ਦਾ ਫੈਸਲਾ ਹੋਣ ਤੱਕ। ਹਾਂਜੀ ਦੇਖੋ ਜੀ, ਜਦੋਂ ਸਿੱਖਾਂ ਦੇ ਉੱਤੇ ਭਾਈ ਫੌਜਾ ਸਿੰਘ ਤੇ ਹੋਰ ਜਿਹੜੇ ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਸਿੰਘ ਸੀਗੇ, ਉਹਨਾਂ ਤੇ ਗੋਲੀਆਂ ਮਾਰੀ ਗਈਆਂ। ਗੋਲੀਆਂ ਮਾਰਨ ਤੋਂ ਬਾਅਦ ਜਦੋਂ ਵੀ ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨੂੰ ਪਤਾ ਲੱਗੀ ਹੈ ਜਾਂ ਪੂਰੇ ਪੰਜਾਬ 'ਚ ਫੈਲੀ ਹੈ, ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਸਿੱਖਾਂ ਨੇ ਅੰਮ੍ਰਿਤਸਰ ਵੱਲ ਵਹੀਰਾਂ ਘੱਤ ਦਿੱਤੀਆਂ ਸੀਗੀਆਂ ਕਿ ਉੱਥੇ ਸਿੱਖਾਂ ਦੇ ਨਾਲ ਇਹੋ ਜਿਹੀ ਜਿਹੜੀ ਘਟਨਾ ਵਾਪਰੀ ਹੈ। ਤੇ ਉਸੇ ਸਮੇਂ ਜਿਹੜੀ ਆਪਣੇ ਆਪ ਨੂੰ ਪੰਥਕ ਕਹਾਉਂਦੀ ਬਾਦਲ ਸਰਕਾਰ ਸੀਗੀ ਅਕਾਲੀ ਦਲ ਦੀ ਉਸ ਸਮੇਂ ਪੰਜਾਬ ਦੇ ਜੀ ਅੰਦਰ, ਇਹਨਾਂ ਨੇ ਉਹਨੂੰ ਹੈਲੀਕਾਪਟਰ ਮੁਹੱਈਆ ਕਰਾ ਕੇ, ਸਰਕਾਰ ਨੇ ਆਪ ਦਾ ਹੈਲੀਕਾਪਟਰ ਮੁਹੱਈਆ ਕਰਾ ਕੇ ਉਹਨੂੰ ਪੰਜਾਬ ਤੋਂ ਬਾਹਰ ਕੱਢ ਕੇ ਦਿੱਲੀ ਪਹੁੰਚਾਇਆ। ਤੇ ਅੱਛਾ ਜਿਹੜਾ ਉਮਰਾ ਨੰਗਲ ਹੈ, ਕੱਲਾ ਉਮਰਾ ਨੰਗਲ ਨਹੀਂ, ਜਾਂ ਹੋਰ ਵੀ ਜਿਹੜੀ ਮਤਲਬ ਪੰਜਾਬ ਪੁਲਿਸ ਦੀ ਜਿੰਨੀ ਵੀ ਡੀਜੀਪੀ ਸੀਗਾ ਉਸ ਸਮੇਂ, ਪੰਜਾਬ ਪੁਲਿਸ ਦੀ ਟੀਮ ਸੀਗੀ, ਕੈਪਟਨ ਕਵਲਜੀਤ ਸਿੰਘ ਸੀਗਾ, ਹੋਰ ਜਿੰਨੀ ਵੀ ਇਹਨਾਂ ਦੀ ਲੀਡਰਸ਼ਿਪ ਸੀਗੀ, ਉਹ ਉਹਦੀ ਪਿੱਠ ਦੇ ਉੱਤੇ ਖੜੀ ਸੀਗੀ ਉਹਨੂੰ ਬਚਾਉਣ ਦੇ ਲਈ। ਜੀ ਸੋ ਇਹ ਸਾਰਾ ਮਤਲਬ ਜਿਹੜਾ ਉੱਥੇ ਘਟਨਾਕ੍ਰਮ ਵਾਪਰਨਾ, ਇਹ ਹਿੰਦੂਤਵ ਦੇ ਏਜੰਡੇ ਹੇਠ ਅਕਾਲੀ ਦਲ ਨੇ ਮਤਲਬ ਸਾਰਾ ਉਹਨਾਂ ਨੂੰ ਸਹਿਯੋਗ ਕਰਕੇ ਇਹ ਉੱਥੇ ਜਿਹੜੇ ਸਿੰਘ ਨੇ ਉਹ ਸ਼ਹੀਦ ਕੀਤੇ ਸੀ। ਤੁਸੀਂ ਦੱਸਿਆ ਵੀ ਬਕਾਇਦਾ ਸਿਕਿਉਰਿਟੀ ਦਿੱਤੀ ਹੈਲੀਕਾਪਟਰ ਤੇ, ਉਹਨੂੰ ਸੁਰੱਖਿਅਤ ਉੱਥੋਂ ਬਚਾਇਆ ਵੀ ਗਿਆ। ਫਿਰ ਜਦੋਂ ਬਕਾਇਦਾ ਅੰਮ੍ਰਿਤਸਰ ਤੋਂ ਕਰਨਾਲ ਕੇਸ ਖੜਾ ਗਿਆ, ਕੋਈ ਵਿਰੋਧ ਨਹੀਂ ਹੋਇਆ ਪੰਜਾਬ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ। ਹਾਂਜੀ, ਜੀ ਫਿਰ ਜੀ ਬਕਾਇਦਾ ਜੀਵਨ ਸਿੰਘ ਉਮਰਾ ਨੰਗਰ, ਉਹਨਾਂ ਕੋਲੋਂ ਉਹਨਾਂ ਨੂੰ ਇੱਥੇ ਇੰਟਰਫੇਅਰ ਕਰਨ ਲਈ ਕਿਹਾ ਗਿਆ ਸੀ, ਸ਼ਾਇਦ ਮੇਰੇ ਕੋਲ ਰੋਕਿਆ ਜਾਵੇ ਸਮਾਗਮ, ਉਹਦੇ ਵੱਲੋਂ ਨਾ ਕਰ ਦਿੱਤੀ ਕਿ ਵੀ ਅਸੀਂ ਕੁਝ ਕਰ ਨਹੀਂ ਸਕਦੇ। ਹਾਂਜੀ, ਇਹ ਉਸ ਟਾਈਮ ਦਾ ਤੁਸੀਂ ਦੱਸਿਆ ਪੰਥਕ ਰੋਲ ਸੀਗਾ, ਜਿਹੜਾ ਪੰਥਕ ਪਾਰਟੀ ਦਾ, ਜਿਹੜਾ ਆਪਾਂ ਕਹਿ ਸਕਦੇ ਹਾਂ ਆਪਣੇ ਆਪ ਨੂੰ ਸੋ ਕਾਲਡ ਕਹਾਉਂਦੀ ਆ। ਹਾਂਜੀ, ਹਾਲਾਂਕਿ ਇਸ ਅਕਾਲੀ ਦਲ ਦੀਆਂ, ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਜਿਹੜੀਆਂ ਸੀਗੀਆਂ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਹਾਂਜੀ, ਪਰ ਉਸ ਤੋਂ ਬਾਅਦ ਕੀ ਵਾਪਰਿਆ, ਖਾਸ ਕਰਕੇ ਪੰਜਾਬੀ ਸੂਬੇ ਤੋਂ ਬਾਅਦ ਆਪਾਂ ਕਹਿ ਲਈਏ, ਹਾਂਜੀ, ਉਹ ਸਾਰਿਆਂ ਦੇ ਜੀ ਸਾਹਮਣੇ ਹੀ ਆ। ਸੋ ਮੇਰੇ ਅਗਲੇ ਸਵਾਲ ਹੈਗੇ ਆ ਕਿ ਸਿਲਸਿਲਾ ਇੱਥੇ ਰੁਕਿਆ ਨਹੀਂ। ਭਾਈ ਸਾਹਿਬ, ਜਦੋਂ ਸੰਤਾਂ ਦਾ ਟਾਈਮ ਆਇਆ,
ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ, ਕੁਛ ਇੱਕ ਰੋਕਥਾਮ ਹੋਈ। ਫਿਰ ਜਦੋਂ ਸ਼ਹਾਦਤ ਹੋਈ 1978 ਦੇ ਵਿੱਚ, ਹਾਂਜੀ, ਉਸ ਤੋਂ ਬਾਅਦ ਇੱਕ ਵਾਰੀ ਕੰਮ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਟਾਈਮ ਥੰਮਿਆ। ਲੇਕਿਨ ਉਹ ਤੋਂ ਬਾਅਦ 1986 ਦੇ ਵਿੱਚ ਨਕੋਦਰ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਆ। ਉਹ ਘਟਨਾ ਕੀ ਸੀ, ਉਹਦੇ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ ਸੀ, ਉਹਦੇ ਨਾਲ ਸੰਬੰਧਿਤ ਇੱਕ ਕਮਿਸ਼ਨ ਬਣਿਆ ਸੀ ਜਸਟਿਸ ਗੁਰਨਾਮ ਸਿੰਘ, ਉਹਦਾ ਕੀ ਬਣਿਆ, ਉਹਦਾ ਅੱਜ ਤੱਕ, ਉਸ ਟਾਈਮ ਸਰਕਾਰ ਕੀ ਸੀਗੀ, ਇਹ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਬਰੀਫ ਕਰੋ ਸੰਗਤ ਨੂੰ ਵੀ ਇਹ ਸਾਰਾ ਉਦੋਂ ਮਾਜਰਾ ਕੀ ਸੀਗਾ, ਇਹਦਾ ਦਿਖਾਂਤ ਸਾਰਾ ਬਰੀਫ ਤੁਸੀਂ ਕਰੋ ਪਲੀਜ਼। ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦੀ ਘਟਨਾ ਉੱਥੇ ਵਾਪਰਦੀ ਹੈ, ਉਸ ਤੋਂ ਬਾਅਦ ਉੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਿੱਖ ਨੌਜਵਾਨ ਸੀਗੇ ਉਹ ਉੱਥੇ ਇਕੱਤਰਤ ਹੋ ਜਾਂਦੇ ਨੇ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਿਹੜੀ ਘਟਨਾ ਵਾਪਰਦੀ ਹੈ ਉਹਦੇ ਖਿਲਾਫ ਪ੍ਰੋਟੈਸਟ ਕਰਦੇ ਨੇ ਤੇ ਦੋਸ਼ੀਆਂ ਨੂੰ ਫੜੇ ਜਾਣ ਦੀ ਮੰਗ ਕਰਦੇ ਨੇ। ਪਰ ਉੱਥੇ ਪੁਲਿਸ ਵੱਲੋਂ ਇਨਸਾਫ ਦੇਣਾ ਤਾਂ ਕੀ, ਉਲਟਾ ਸਿੱਖ ਨੌਜਵਾਨਾਂ ਦੇ ਉੱਤੇ ਸਿੱਧੇ ਫਾਇਰ ਖੋਲ ਦਿੱਤੇ ਜਾਂਦੇ ਨੇ, ਉਹਨਾਂ ਦੀਆਂ ਹਿੱਕਾਂ ਦੇ ਵਿੱਚ ਗੋਲੀਆਂ ਮਾਰੀ ਜਾਂਦੀਆਂ ਨੇ, ਜਿਹਦੀ ਅਗਵਾਈ ਦਰਬਾਰਾ ਸਿੰਘ ਗੁਰੂ ਹੈ ਜਿਹੜਾ SSP ਉੱਥੇ ਦਾ ਮੌਜੂਦਾ, ਉਹ ਕਰ ਰਿਹਾ ਸੀਗਾ। ਤੇ ਉੱਤੇ ਜਿਹਨੂੰ ਡਿਕਟੇਟ ਹੈ ਉਹ ਜਿਹੜਾ ਸਾਬਕਾ DGP ਇਜ਼ਾਹਰ ਆਲਮ, ਜਿਹਨੂੰ ਬੁੱਚੜ ਪੁਲਿਸ ਅਫਸਰ ਵੀ ਕਿਹਾ ਜਾਂਦਾ, ਜਿਹਦੇ ਜਿਹੜੇ ਕਾਰਨਾਮੇ ਨੇ ਉਹ ਬੜੀਆਂ ਹੀ ਸਿੱਖਾਂ ਦੀ ਕਿਤਾਬਾਂ ਦੇ ਵਿੱਚ ਦਰਜ ਨੇ ਕਿ ਉਹਨੇ ਸਿੱਖਾਂ ਦਾ ਜਿਹੜਾ ਕਿੰਨਾ ਨੁਕਸਾਨ ਕੀਤਾ, ਕਿੰਨੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਕੇ ਉਹਨਾਂ ਨੂੰ ਮਾਰਿਆ। ਸੋ ਇਹ ਦੋਨੋਂ ਅਫਸਰਾਂ ਦੀ ਜਿਹੜੀ ਅਗਵਾਈ ਦੇ ਵਿੱਚ ਇੱਕ ਜਿਹੜੀ ਘਟਨਾ ਵਾਪਰੀ ਹੈ ਤੇ ਜਿਹੜੀ ਸਰਕਾਰ ਉਸ ਸਮੇਂ, ਫੇਰ ਆਪਾਂ ਗੱਲ ਕਰਦੀ ਜਿਹੜੀ ਆਪਣੇ ਆਪ ਕੋ ਹੁੰਦੀ ਸੀਗੀ ਬਾਦਲ ਪਾਰਟੀ ਅਕਾਲੀ ਦਲ, ਉਹਨਾਂ ਦੀ ਸੀਗੀ। ਉਹਨਾਂ ਨੇ ਇਹਨਾਂ ਅਫਸਰਾਂ ਨੂੰ ਸਸਪੈਂਡ ਕਰਨ ਦੀ ਬਜਾਏ, ਸਜ਼ਾਵਾਂ ਦੇਣ ਦੀ ਬਜਾਏ, ਜੇਲ੍ਹਾਂ 'ਚ ਡੱਕਣ ਦੀ ਬਜਾਏ, ਇਹਨਾਂ ਨੂੰ ਬਾਅਦ ਦੇ ਵਿੱਚ ਹੁਣ ਦੀ ਗੱਲ ਕਰ ਲਈਏ, ਇਜ਼ਾਹਰ ਆਲਮ ਤੇ ਚਲੋ ਚੜ੍ਹਾਈ ਕਰ ਗਿਆ, ਉਹਨੂੰ ਉਹਦੀ ਘਰਵਾਲੀ ਨੂੰ ਇਲੈਕਸ਼ਨ ਦੀ ਟਿਕਟ ਦਿੱਤੀ ਹੈ ਬਕਾਇਦਾ। ਇਜ਼ਾਹਰ ਆਲਮ ਜਿਹਨੇ ਸਿੱਖਾਂ ਦੇ ਗੋਲੀਆਂ ਮਾਰੀਆਂ ਹੋਣ, ਬਕਾਇਦਾ ਤੁਸੀਂ ਜਾਣਦੇ ਹੋਵੋਗੇ ਇੱਕ ਵਿਕੀਲੀਕਸ ਦਾ ਜਿਹੜਾ ਸੰਸਥਾਪਕ ਸੀਗਾ ਅਮਰੀਕਾ ਦਾ, ਮੈਂ ਉਹਦਾ ਨਾਂ ਭੁੱਲ ਗਿਆ, ਉਹਨੇ ਆਪਣੀ ਵਿਕੀਲੀਕਸ ਦੀ ਸਟੋਰੀ ਦੇ ਵਿੱਚ ਲਿਖਿਆ ਸੀਗਾ ਕਿ ਇਜ਼ਾਹਰ ਆਲਮ ਕੌਣ ਹੈ। ਮੈਂ ਖੁਦ ਉਹਦੀ ਸਟੋਰੀ ਪੜ੍ਹੀ ਹੈ ਇੰਟਰਨੈਟ ਦੇ ਉੱਤੇ, ਉਹ ਨਿਊਯਾਰਕ ਟਾਈਮਸ ਨੇ ਛਾਪੀ ਸੀਗੀ ਕਾਫੀ ਸਮਾਂ, 2010 ਦੀ ਗੱਲ ਹੈ ਸ਼ਾਇਦ ਉਹ। ਤੇ ਉਹਨੇ ਲਿਖਿਆ ਸੀ ਕਿ ਇੱਕ ਇਜ਼ਾਹਰ ਆਲਮ ਦਾ ਨਾਂ ਦਾ ਬੰਦਾ ਹੋਇਆ, ਉਹਨੇ 200 ਦੇ ਨੇੜੇ ਜਿਹੜੇ ਸਿੱਖ ਸ਼ਕਲਾਂ ਵਾਲੇ ਲੋਕੀ ਭਰਤੀ ਕੀਤੇ ਹੋਏ ਸੀਗੇ, ਉਹਨੂੰ ਆਲਮ ਸੈਨਾ ਦਾ ਨਾਂ ਦਿੱਤਾ ਹੋਇਆ ਸੀਗਾ। ਉਹ ਸਿੱਖ ਪਰਿਵਾਰਾਂ ਦੇ ਵਿੱਚ ਜਾ ਕੇ ਮਾੜੇ ਕੰਮ ਕਰਦੇ ਸੀਗੇ, ਉੱਥੇ ਅਸਲਾ ਰੱਖ ਦਿੰਦੇ ਸੀਗੇ, ਫਿਰ ਦਿਨ ਚੜ੍ਹਦਾ ਸੀਗਾ ਉੱਥੇ ਪੁਲਿਸ ਭੇਜ ਕੇ ਸਿੱਖਾਂ ਨੂੰ ਅਰੈਸਟ ਕਰ ਲੈਂਦੇ ਸੀ ਕਿ ਤੁਹਾਡੇ ਘਰੇ ਰਾਤ ਨੂੰ ਖਾੜਕੂ ਸਿੰਘ ਆਏ ਸੀਗੇ ਜਾਂ ਹੋਰ ਗੱਲਾਂ ਉਹ ਕਰਦੇ ਸੀਗੇ। ਸੋ ਇਹ ਸਾਰਾ ਇਹਨਾਂ ਅਫਸਰਾਂ ਦਾ ਰੋਲ ਰਿਹਾ ਤੇ ਉਹਨਾਂ ਨੂੰ ਅਕਾਲੀ ਦਲ ਨੇ ਮੀਤ ਪ੍ਰਧਾਨ ਬਣਾਇਆ ਸੀਗਾ, ਸ਼੍ਰੋਮਣੀ ਅਕਾਲੀ ਦਲ ਦਾ, ਇਜ਼ਾਹਰ ਆਲਮ। ਤੇ ਉਹਦੀ ਜਿਹੜੀ ਪਤਨੀ ਹੈਗੀ ਹੈ ਫਰਜ਼ਾਨਾ ਆਲਮ, ਉਹਨੂੰ ਉੱਥੋਂ ਦੀ MLA ਦੀ ਟਿਕਟ ਦਿੱਤੀ। ਪਹਿਲਾਂ ਤੇ ਇਜ਼ਾਹਰ ਆਲਮ ਨੂੰ ਦਿੱਤੀ ਸੀ ਤੇ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਤੇ ਉਸ ਤੋਂ ਬਾਅਦ ਉਹਨੇ ਫਿਰ ਬਦਲ ਕੇ ਜਿਹੜੀ ਬੀਬੀ ਫਰਜ਼ਾਨਾ ਉਹਦੀ ਘਰ ਵਾਲੀ ਹੈ ਉਹਨੂੰ ਟਿਕਟ ਦਿੱਤੀ। ਤੇ ਉਸ ਸਮੇਂ ਇਸ ਗੱਲ ਦਾ ਵੀ ਬੜਾ ਰੌਲਾ ਪਿਆ ਸੀ, ਮੇਰੇ ਯਾਦ ਹੈ, ਤੁਸੀਂ ਗੱਲ ਕੀਤੀ ਹੈ ਇਹਦੀ ਨਕੋਦਰ ਗੋਲੀकांड ਦੀ, ਜਿਸ ਦਿਨ ਟਿਕਟ ਦਿੱਤੀ ਹੈ ਇੱਕੋ ਸਟੇਜ ਦੇ ਉੱਤੇ ਇਜ਼ਾਹਰ ਆਲਮ ਬੈਠਿਆ ਸੀਗਾ ਤੇ ਉਸੇ ਸਟੇਜ ਦੇ ਉੱਤੇ ਬਾਬਾ ਗਿਆਨੀ ਹਰਨਾਮ ਸਿੰਘ ਧੁੰਮਾ ਬੈਠੇ ਹੋਏ ਸੀਗੇ। ਤੇ ਉਸ ਸਮੇਂ ਬੜਾ ਇਸ ਗੱਲ ਦਾ ਰੌਲਾ ਪਿਆ ਸੀਗਾ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਜਿਨ੍ਹਾਂ ਦੀ ਟਕਸਾਲ ਦੇ ਇਹ ਮੁਖੀ ਨੇ, ਜੇ ਉਹ ਬੈਠੇ ਹੁੰਦੇ ਤੇ ਕੀ ਬਰਦਾਸ਼ਤ ਕਰ ਲੈਂਦੇ ਸੀਗੇ। ਉਸ ਸਮੇਂ ਬਾਬਾ ਹਰਨਾਮ ਸਿੰਘ ਜੀ ਦਾ ਵੀ ਕਾਫੀ ਸੰਗਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਤੇ ਤੁਹਾਨੂੰ ਉਹਨਾਂ ਦੇ ਨਾਲ ਜਿਹੜੀ ਸਟੇਜ ਹੈ ਘੱਟੋ ਘੱਟ ਸਾਂਝੀ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਅਕਾਲੀ ਦਲ ਦਾ ਵਿਰੋਧ ਨਹੀਂ ਕਰ ਸਕਦੇ, ਘੱਟੋ ਘੱਟ ਇਹੋ ਜਿਹੇ ਲੋਕਾਂ ਦੇ ਨਾਲ ਸਟੇਜ ਹੈ ਜਿਹੜੀ ਉਹ ਨਾ ਸਾਂਝੀ ਕੀਤੀ ਜਾਵੇ। ਸੋ ਇਹ ਦੋਨੋਂ ਅਫਸਰ, ਦਰਬਾਰਾ ਸਿੰਘ ਗੁਰੂ ਹੈ, ਉਹਨੂੰ ਵੀ ਬਾਅਦ ਦੇ ਵਿੱਚ ਇਹਨਾਂ ਨੇ ਟਿਕਟ ਦਿੱਤੀ ਹੈ। ਠੀਕ ਹੈ ਜੀ। ਸੋ ਇਹ ਜਿਹੜਾ ਘਟਨਾਕ੍ਰਮ ਵਾਪਰਿਆ ਇਹਦੇ ਉੱਤੇ 2-3 ਕਮਿਸ਼ਨ ਬੈਠੇ ਨੇ, ਕਈ ਹਾਈ ਕੋਰਟ ਤੋਂ ਵੀ ਆਦੇਸ਼ ਹੋਏ ਨੇ ਕਿ ਇਸ ਦੇ ਪ੍ਰਤੀ ਜਿਹੜੀ ਕਾਰਵਾਈ ਹੋਵੇ ਨਕੋਦਰ ਗੋਲੀकांड ਦੇ ਸੰਬੰਧ 'ਚ। ਅੱਜ ਤੱਕ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਇਨਸਾਫ ਮੰਗ ਰਹੇ ਨੇ। ਸਿੱਖ ਜਥੇਬੰਦੀਆਂ ਹਮੇਸ਼ਾ ਗੱਲ ਕਰਦੀਆਂ ਨੇ ਨਕੋਦਰ ਗੋਲੀकांड ਦੀਆਂ, ਪਰ ਸਿੱਖਾਂ ਨੂੰ ਇਨਸਾਫ ਕਿੱਥੋਂ ਮਿਲਣਾ? ਜਿਹੜੇ ਸਾਡੇ ਕਾਤਲ ਨੇ ਉਹ ਸਾਨੂੰ ਕਿੱਥੋਂ ਇਨਸਾਫ ਦੇ ਦੇਣਗੇ? ਸੋ ਉਹ ਨਿਰੰਤਰ ਜਿਹੜਾ ਘਟਨਾਕ੍ਰਮ ਹੈ ਉਹ ਚੱਲ ਰਿਹਾ ਉਦੋਂ ਤੋਂ ਲੈ ਕੇ ਅੱਜ ਤੱਕ, ਲਗਾਤਾਰ ਚੱਲਿਆ। ਹਾਂਜੀ, ਫਿਰ ਸਬਾਬਿਕ ਆਪਾਂ ਕਹਿ ਲਈਏ ਭਾਈ ਸਾਹਿਬ ਕਿ ਜਦੋਂ ਵੀ ਇਹ ਗੱਲਾਂ ਹੋਈਆਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਹਾਲਾਂਕਿ ਕਾਂਗਰਸ ਦੀ ਸਰਕਾਰਾਂ ਦਰਮਿਆਨ ਆਪਣੇ ਤਰੀਕੇ ਦੇ ਨਾਲ
ਜਿਹੜਾ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਨੇ, ਇਹ ਗੱਲ ਠੀਕ ਆ। ਲੇਕਿਨ ਜਿਹੜੀਆਂ ਘਟਨਾਵਾਂ ਹੋਈਆਂ ਅਹਿਮ, ਜਿਵੇਂ ਆਪਾਂ ਕੜੀ ਕਹਿ ਦਿੰਦੇ 1978, ਫਿਰ 1986, ਫਿਰ ਆਪਾਂ ਉਸ ਤੋਂ ਬਾਅਦ ਤੁਸੀਂ ਦੱਸਿਆ ਬੜੇ ਵਿਸਥਾਰ ਦੇ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸਜ਼ਾਵਾਂ ਤੇ ਕੀ ਦੇਣੀਆਂ ਸੀ ਉਹਨਾਂ ਅਫਸਰਾਂ ਨੂੰ, ਹਾਂਜੀ, ਜਾਂ ਕਮਿਸ਼ਨ ਦਾ ਕੋਈ ਸਿੱਟਾ ਤੇ ਕੀ ਕੱਢਣਾ ਸੀ। 1997 ਤੋਂ ਬਾਅਦ ਜਦੋਂ ਅਕਾਲੀ ਦਲ ਦੀ ਉਸ ਤੋਂ ਬਾਅਦ 15 ਸਾਲ ਸਰਕਾਰ ਰਹੀ ਹੈ, ਹਾਂਜੀ, ਉਹਨਾਂ ਨੇ ਮਤਲਬ ਇਨਸਾਫ ਦੇਣ ਦੀ ਬਜਾਏ ਉਹਨਾਂ ਅਫਸਰਾਂ ਨੂੰ ਨਵਾਜਿਆ, ਟਿਕਟਾਂ ਦੇ ਕੇ ਨਵਾਜਿਆ, ਵੱਡੇ ਅਹੁਦੇ ਦੇ ਕੇ ਨਵਾਜਿਆ, ਹਾਂਜੀ। ਇਹ ਸਿਲਸਿਲਾ ਇੱਥੇ ਫੇਰ ਨਹੀਂ ਰੁਕਿਆ। ਇਹ ਤਾਂ ਆਪਾਂ ਫਿਰ ਵੀ ਪੁਰਾਣੀਆਂ ਗੱਲਾਂ ਕਰ ਗਏ, ਇਹ ਸਿਲਸਿਲਾ ਫੇਰ ਨਹੀਂ ਰੁਕਿਆ। 2015 ਦੇ ਵਿੱਚ ਮੈਂ ਜੇ ਕਹਾਂ, ਉਦੋਂ ਘਟਨਾਵਾਂ ਦਾ ਤੁਸੀਂ ਜ਼ਿਆਦਾ ਵੇਰਵਾ ਦਿਓਗੇ, ਕਿਉਂਕਿ ਮੈਂ ਸਾਰੇ ਸਵਾਲ ਤੁਹਾਡੇ ਲਈ ਰੱਖੇ ਹੋਏ ਆ ਕਿ ਤੁਸੀਂ ਬਰੀਫਲੀ ਇਹ ਸਾਰੇ ਕਰਨੇ ਹੈਗੇ ਕਿ ਜਦੋਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੇ ਪੱਧਰ ਤੇ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਡੇਰਾ ਹੈਗਾ ਸੋ ਕਾਲਡ, ਹਾਂਜੀ, ਉਹਦੇ ਪੈਰੇਕਾਰਾਂ ਵੱਲੋਂ ਚੈਲੰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਔਰ ਬਕਾਇਦਾ ਪੋਸਟਰ ਲਾਏ ਗਏ। ਇਸ ਤੋਂ ਪਹਿਲਾਂ ਉਸੇ ਡੇਰਾ ਦੇ ਮੁਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਂਗ ਰਚਿਆ, ਉਹਨੂੰ ਪੰਥ ਚੋਂ ਇੱਕ ਵਾਰ ਛੇਕਿਆ ਗਿਆ, ਫਿਰ ਉਹਦੀ ਮਾਫੀ ਹੋਈ। ਇਹ ਗੱਲਾਂ ਸਾਰੀਆਂ ਦੱਸੋ ਕਿ ਉਦੋਂ ਵੀ ਲਗਾਤਾਰ ਇਹ ਸਾਰਾ ਸਿਲਸਿਲਾ ਜਿਹੜਾ ਵਾਪਰਿਆ ਕਿ ਜਿਹੜਾ ਬਾਈਬਲ ਕਲਾਂ ਗੋਲੀकांड ਹੋਇਆ, ਜਦੋਂ ਬਕਾਇਦਾ ਵੱਲੋਂ ਉਹਨਾਂ ਵੱਲੋਂ ਬੇਅਦਬੀ ਕੀਤੀ ਗਈ ਗੁਰੂ ਮਹਾਰਾਜ ਦੀ, ਤੇ ਸਿੱਖਾਂ ਵੱਲੋਂ ਰੋਸ ਵਜੋਂ ਸੜਕਾਂ ਤੇ ਬੈਠ ਕੇ ਜੋ ਹੋਇਆ, ਇਹ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ, ਇਹ ਕਹਾਣੀ ਸਾਰੀ ਬਣੀ ਕਿੱਦਾਂ। ਕੋਈ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਰਿਪੋਰਟ ਜਿਹੜੀ ਹੈਗੀ ਆ, ਉਹਦਾ ਵੀ ਜ਼ਰੂਰ ਜ਼ਿਕਰ ਕਰਿਓ ਵਿੱਚ। ਇਹ 2015 ਦੀਆਂ ਘਟਨਾਵਾਂ ਰੁਕੀਆਂ ਨਹੀਂ, ਉੱਥੋਂ ਲਗਾਤਾਰ ਚਲਦੀਆਂ ਆਈਆਂ ਨੇ। ਇਹਨਾਂ ਬਾਰੇ ਜ਼ਰੂਰ ਵਿਸਥਾਰ ਨਾਲ ਦੱਸਿਓ, ਫਿਰ ਆਪਾਂ ਅਗਲੇ ਵਿਚਾਰ ਕਰਾਂਗੇ। ਜੀ ਜੀ ਜੀ, ਦੇਖੋ ਜੀ, ਜਿੰਨੇ ਵੀ ਮੈਂ ਸਮਝਦਾ ਗੋਲੀकांड ਨੇ, ਮੈਂ 2015 ਤੋਂ ਵੀ ਥੋੜਾ ਜਿਹਾ ਪਿੱਛੇ ਜਾਵਾਂਗਾ, ਜਿੰਨੇ ਵੀ ਗੋਲੀकांड ਨੇ ਉਹ ਸਾਰੇ ਹੀ ਬਾਦਲ ਸਰਕਾਰ ਦੀ ਜਿਹੜੀ ਰਹੀ ਹੈ ਜਦੋਂ ਅਕਾਲੀ ਦਲ ਦੀ ਪੰਜਾਬ ਦੇ ਅੰਦਰ, ਉਸ ਸਮੇਂ ਜ਼ਿਆਦਾ ਵਾਪਰੇ ਨੇ। ਠੀਕ ਹੈ, ਕਾਂਗਰਸ ਵੀ ਸਾਡੀ ਸਿੱਖ ਵਿਰੋਧੀ ਪਾਰਟੀ ਹੈ, ਉਹਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਪਰ ਜਿਹੜੀ ਆਪਣੇ ਆਪ ਨੂੰ ਪੰਥਕ ਕਹਾਉਂਦੀ ਪਾਰਟੀ ਸੀ, ਮੈਂ ਸਮਝਦਾ ਉਹਨੇ ਉਹਦੇ ਨਾਲੋਂ ਵੀ ਸਾਡੇ ਨਾਲ ਮਾੜਾ ਕੀਤਾ। ਉਹਨੇ ਸਾਡੇ ਨਾਲ ਕੋਈ ਪੰਥਕ ਗੱਲ ਨਹੀਂ ਕੀਤੀ। ਆਪਾਂ ਡੇਰਾ ਮੁਖੀ ਦੀ ਗੱਲ ਕਰ ਲਈਏ ਕਿ ਜਦੋਂ ਉਹਨੇ ਗੁਰੂ ਸਾਹਿਬ ਦਾ ਸਵਾਂਗ ਰਚਿਆ ਸੀਗਾ ਬਠਿੰਡੇ, ਉਹ ਤੋਂ ਬਾਅਦ ਸਿੱਖਾਂ ਦੇ ਉੱਤੇ ਲਾਠੀਚਾਰਜ ਹੋਇਆ, ਸਿੱਖਾਂ ਨੂੰ ਉੱਥੇ ਕੁੱਟਿਆ ਗਿਆ, ਮਾਰਿਆ ਗਿਆ। ਉਸ ਘਟਨਾਕ੍ਰਮ ਦੇ ਵਿੱਚ ਪੰਜਾਬ ਦੇ ਅੰਦਰ ਸਿੱਖਾਂ ਨੇ ਪ੍ਰੋਟੈਸਟ ਕੀਤੇ ਸੀਗੇ, ਬਾਦਲ ਦੀ ਸਰਕਾਰ ਸੀਗੀ ਉਸ ਸਮੇਂ ਵੀ, ਤੇ ਉਸ ਘਟਨਾਕ੍ਰਮ ਦੇ ਵਿੱਚ ਸਾਡੇ 3 ਸਿੰਘ ਸ਼ਹੀਦ ਹੁੰਦੇ ਨੇ। ਭਾਈ ਕਰਮਜੀਤ ਸਿੰਘ ਸੁਨਾਮ ਵਿਖੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਡੇਰਾ ਪ੍ਰੇਮੀਆਂ ਵੱਲੋਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਹਨਾਂ ਨੇ ਉਹ ਦੋਸ਼ੀਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ? ਅਨੇਕਾਂ 100 ਤੋਂ ਵੱਧ 150 ਤੋਂ ਵੱਧ ਸਿੰਘ ਨੇ ਜਿਹੜੇ ਉਹ ਜੇਲ੍ਹਾਂ 'ਚ ਬਾਦਲ ਸਰਕਾਰ ਨੇ ਸੱਟੇ ਸੀਗੇ, ਕਿ ਜਿਹੜੇ ਬੰਦੇ ਪ੍ਰੋਟੈਸਟ ਕਰਦੇ ਸੀਗੇ ਡੇਰੇ ਦੇ ਖਿਲਾਫ, ਉਹਨਾਂ ਨੂੰ ਜੇਲ੍ਹਾਂ 'ਚ ਸੱਟਿਆ ਗਿਆ ਤੇ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਦਿੱਤਾ ਗਿਆ। ਉਲਟਾ ਜਿਹੜਾ ਡੇਰਾ ਮੁਖੀ ਦੇ ਖਿਲਾਫ ਪਰਚਾ ਚੱਲਦਾ ਸੀਗਾ, ਕੇਸ ਦਰਜ ਸੀਗਾ, ਉਹ ਆਪਣੇ ਬੰਦੇ ਦੇ ਉੱਤੇ ਦਬਾਅ ਪਾ ਕੇ, ਉਹਨੇ ਜਿਹੜਾ ਉਹਨਾਂ ਦਾ ਗੁਰਦੁਆਰੇ ਦਾ ਪ੍ਰਧਾਨ ਸੀਗਾ ਕੋਈ, ਉਤੇ ਦਬਾਅ ਪਾ ਕੇ ਉਹਨੂੰ ਕੇਸ ਵਾਪਸ ਲਵਾਇਆ ਗਿਆ। ਬੇਸ਼ੱਕ ਉਹ ਬੰਦਾ ਦੁਬਾਰਾ ਫੇਰ ਸਟੇਟਮੈਂਟ ਦੇ ਰਹੇ ਸੀਗੇ ਕਿ ਅਸੀਂ ਦੁਬਾਰਾ ਕੇਸ ਪਾਵਾਂਗੇ। ਸੋ ਸਰਕਾਰ ਨੇ ਡੇਰਾ ਮੁਖੀ ਨੂੰ ਪੂਰੀ ਬਚਾਉਣ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ, ਲੁਧਿਆਣਾ ਗੋਲੀकांड ਹੋਇਆ, ਜਿਹਦੇ ਵਿੱਚ ਮੈਂ ਖੁਦ ਇਨਵੋਲਵ ਸੀਗਾ, ਮੇਰੇ ਖੁਦ ਵੀ ਗੋਲੀ ਲੱਗੀ ਸੀਗੀ 2009 ਚ। ਜਿਵੇਂ ਉਹਦੇ ਬਾਰੇ ਘਟਨਾ ਬਾਰੇ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਗਿਆ, ਉਹ ਘਟਨਾ ਬਾਰੇ ਥੋੜਾ ਵਿਸਥਾਰ ਨਾਲ ਦੱਸਿਓ ਕਿ ਉਹ ਘਟਨਾ ਦਾ ਪ੍ਰੋਟੈਸਟ ਹੋ ਰਿਹਾ ਸੀ, ਉਦੋਂ ਕਿਹੜੇ ਸੰਬੰਧ ਚ ਹੋ ਰਿਹਾ ਸੀ, ਤੇ ਸਾਰੀ ਘਟਨਾ ਬਾਰੇ ਇਹਦਾ ਵੀ ਦੱਸਿਓ ਪੂਰਾ ਵਿਸਥਾਰ ਦੇ ਨਾਲ ਪਲੀਜ਼। ਜੀ ਜੀ, ਦੇਖੋ ਜੀ, 2009 ਲੁਧਿਆਣਾ ਗੋਲੀकांड ਸੀਗਾ ਜਿਹੜਾ 5 ਦਸੰਬਰ ਨੂੰ ਹੋਇਆ ਸੀਗਾ, ਤੇ ਉਸ ਤੋਂ ਪਹਿਲਾਂ ਸਾਨੂੰ ਮਤਲਬ ਨਵੰਬਰ 'ਚ ਪਤਾ ਲੱਗਿਆ ਸੀਗਾ, 27-28 ਨਵੰਬਰ ਨੂੰ, ਕਿ ਇੱਥੇ ਜਿਹੜਾ ਰਾਧਾ ਆਪਣਾ ਆਸ਼ੂਤੋਸ਼ ਬਾਬਾ ਹੈਗਾ, ਜਿਹੜਾ ਸਿੱਖ ਵਿਰੋਧੀ ਹੈਗਾ, ਉਹਨੇ ਪ੍ਰੋਟੈਸਟ ਕਰਨਾ, ਆਪਣਾ ਇੱਥੇ ਇੱਕ ਇਕੱਠ ਕਰਨਾ ਹੈਗਾ 5 ਤਰੀਕ ਨੂੰ, ਤੇ 4 ਤਰੀਕ ਨੂੰ ਉਹਨੇ ਇੱਕ ਸ਼ੋਭਾ ਯਾਤਰਾ ਕੱਢਣੀ ਹੈ। ਸ਼ੋਭਾ ਯਾਤਰਾ ਦਾ ਮਤਲਬ ਇਹ ਸੀਗਾ ਕਿ 5 ਪਿਆਰੇ ਅੱਗੇ ਬਿਠਾ ਕੇ ਤੇ ਪਾਲਕੀ ਦੇ ਵਿੱਚ ਆਪ ਬੈਠ ਕੇ, ਜਿੱਦਾਂ ਗੁਰਬਚਨਾ ਕਹਿੰਦਾ ਹੁੰਦਾ ਸੀਗਾ। ਤੇ ਉਹ ਜਦੋਂ ਸਾਨੂੰ ਗੱਲ ਪਤਾ ਲੱਗੀ ਤੇ ਸਾਰੇ ਹੀ ਸਿੱਖਾਂ ਦੇ ਵਿੱਚ, ਸਾਡੇ ਮਨਾਂ ਦੇ ਵਿੱਚ ਰੋਸ ਸੀਗਾ ਕਿ ਪੰਜਾਬ ਦੀ ਧਰਤੀ ਦੇ ਵਿੱਚ ਆ ਕੇ ਜੇ ਕੋਈ ਬੰਦਾ ਇਹੋ ਜਿਹਾ ਕੰਮ ਕਰ ਦੇਵੇ ਤੇ ਸਾਡੇ ਲਈ ਮਤਲਬ ਇਹਦੇ ਨਾਲੋਂ ਤੇ ਮਰਨਾ ਚੰਗਾ ਜਿਉਣ ਨਾਲੋਂ, ਤੇ ਇਹੋ ਜਿਹੀ ਜ਼ਿੰਦਗੀ ਜੀਣ ਦਾ ਕੀ ਫਾਇਦਾ। ਸੋ ਅਸੀਂ ਉੱਥੇ 1 ਤਰੀਕ ਨੂੰ ਸਭ ਤੋਂ ਪਹਿਲਾਂ ਪ੍ਰੋਟੈਸਟ ਕੀਤਾ। ਫਿਰ 1 ਤਰੀਕ ਨੂੰ ਜਿਹੜਾ ਸਰਦਾਰ ਮੱਕੜ ਸੀਗੇ, ਸਵਰਗਵਾਸੀ ਹੋ ਗਏ ਨੇ, ਸਵਰਗਵਾਸੀ ਤਾਂ ਮੈਂ ਸ਼ਬਦ ਨਾ ਹੀ ਵਰਤਾਂ,
ਕਿਉਂਕਿ ਉਹਨਾਂ ਨੇ ਬੜਾ ਕੁਝ ਜਿਹੜਾ ਪੰਥ ਵਿਰੋਧੀ ਜਿਹੜੇ ਕਾਰਨਾਮੇ ਕੀਤੇ ਨੇ, ਉਹ ਚਲੋ ਫੇਰ ਕਿਤੇ ਜ਼ਿਕਰ ਕਰਾਂਗੇ। ਮੱਕੜ ਸੀਗੇ ਐਸਜੀਪੀਸੀ ਦੇ ਪ੍ਰਧਾਨ, ਉਹਨਾਂ ਦੀ ਜਿਹੜੀ ਕੋਠੀ ਸੀ ਉਹਦੇ ਬਾਹਰ ਅਸੀਂ ਪ੍ਰੋਟੈਸਟ ਕੀਤਾ ਕਿ ਇਹ ਬੰਦੇ ਸਾਡੇ ਸਿੱਖ ਵਿਰੋਧੀ ਬੰਦੇ ਨੇ, ਇਹ ਇੱਥੇ ਇਹੋ ਜਿਹਾ ਕੰਮ ਕਰ ਰਹੇ ਨੇ, ਤੁਸੀਂ ਉਹਨਾਂ ਦੇ ਖਿਲਾਫ ਕੋਈ ਪਾਬੰਦੀ ਲਾਓ, ਤੁਹਾਡੀ ਸਰਕਾਰ ਹੈ, ਤੁਸੀਂ ਕਾਰਵਾਈ ਕਰੋ। ਪਰ ਮੱਕੜ ਵੱਲੋਂ ਇੰਨੀ ਹੰਕਾਰ ਦਿਖਾਇਆ ਗਿਆ, ਉਹਨੇ ਸਾਨੂੰ ਮਿਲਣਾ ਵੀ ਮੁਨਾਸਬ ਨਹੀਂ ਸਮਝਿਆ। ਪੂਰੇ ਪੰਜਾਬ ਦੀ ਜਥੇਬੰਦੀਆਂ ਉਹਦੀ ਕੋਠੀ ਦੇ ਬਾਹਰ ਇਕੱਠੀਆਂ ਹੋਈਆਂ ਸੀਗੀਆਂ, ਉੱਥੇ ਫਿਰ ਪ੍ਰੋਟੈਸਟ ਕੀਤਾ ਗਿਆ ਸਿੱਖਾਂ ਵੱਲੋਂ ਤੇ ਉੱਥੇ ਪਾਬੰਦੀ ਲੱਗੇ, ਕੋਈ ਕਾਰਵਾਈ ਨਹੀਂ ਹੋਈ। ਫਿਰ 3 ਤਰੀਕ ਨੂੰ ਉੱਥੇ ਇਕੱਠ ਹੋਇਆ ਲੁਧਿਆਣੇ 'ਚ ਸਰਕਾਰ ਦੇ ਖਿਲਾਫ ਕਿ ਤੁਸੀਂ ਉੱਤੇ ਪਾਬੰਦੀ ਲਾਓ। ਉਹਨਾਂ ਨੇ ਫਿਰ 4 ਤਰੀਕ ਦਾ ਜਿਹੜਾ ਪ੍ਰੋਗਰਾਮ, 4 ਤਰੀਕ ਨੂੰ ਫਿਰ ਇਕੱਠ ਸੱਦਿਆ ਗਿਆ, 4 ਤਰੀਕ ਨੂੰ ਉਹਨਾਂ ਨੇ ਪਾਬੰਦੀ ਲਾਤੀ ਸੀਗੀ ਹਰ ਤਰ੍ਹਾਂ ਦੀ ਕਿ ਅਸੀਂ 4 ਤਰੀਕ ਵਾਲਾ ਪ੍ਰੋਗਰਾਮ ਨਹੀਂ ਹੋਣ ਦਿੰਦੇ। ਫਿਰ ਅੱਗੇ ਗੱਲ ਸੀਗੀ 5 ਤਰੀਕ ਦੇ ਪ੍ਰੋਗਰਾਮ ਦੀ। ਸਿੱਖ ਸੰਗਤ ਚਾਹੁੰਦੀ ਸੀ ਕਿ 5 ਤਰੀਕ ਵਾਲਾ ਵੀ ਪ੍ਰੋਗਰਾਮ ਇਹਦਾ ਉਹ ਕੈਂਸਲ ਹੋਣਾ ਚਾਹੀਦਾ, ਪਰ ਜਿਹੜੀ ਪੰਜਾਬ ਸਰਕਾਰ ਸੀਗੀ, ਸਾਨੂੰ ਕੁਛ ਉੱਚ ਪੁਲਿਸ ਅਧਿਕਾਰੀ ਵੀ ਕਹਿ ਰਹੇ ਸੀਗੇ, ਜਿਨ੍ਹਾਂ ਨਾਲ ਸਾਡੀ ਬਾਅਦ ਦੇ ਵਿੱਚ ਕਾਫੀ ਗੱਲਬਾਤ ਹੋਈ ਹੈ, ਵੱਡੇ ਲੈਵਲ ਦੇ ਅਫਸਰ ਸੀਗੇ, ਤੇ ਉਹਨਾਂ ਨੇ ਦੱਸਿਆ ਕਿ ਅਸੀਂ ਤੇ ਬਹੁਤ ਜ਼ਿਆਦਾ ਜ਼ੋਰ ਲਾਉਂਦੇ ਸੀਗੇ ਕਿ ਬਾਬਾ ਜੀ ਤੁਸੀਂ ਉੱਥੇ ਨਾ ਜਾਓ, ਉੱਥੇ ਬੜਾ ਕਲੈਸ਼ ਹੋ ਜਾਣਾ, ਸਿੱਖ ਜਥੇਬੰਦੀਆਂ ਬਹੁਤ ਇਕੱਠੀਆਂ ਹੋ ਰਹੀਆਂ ਨੇ, ਤੁਹਾਡੇ ਲੋਕ ਵੀ ਨੇ, ਉੱਥੇ ਨੁਕਸਾਨ ਹੋਊਗਾ ਲੋਕਾਂ ਦਾ। ਪਰ ਬਾਬਾ ਮੰਨਣ ਨੂੰ ਤਿਆਰ ਨਹੀਂ ਸੀ। ਉੱਤੋਂ ਜਿਹੜੇ ਵੱਡੇ ਸਿਆਸੀ ਲੀਡਰ ਸੀਗੇ, ਉਹਨਾਂ ਦੀ ਪੂਰੀ ਸ਼ਹਿ ਸੀਗੀ ਬਾਬੇ ਦੀ। ਤੋਂ ਅਫਸਰਾਂ ਨੇ ਮਤਲਬ ਜਿਹੜਾ ਸਾਨੂੰ ਸੁਣਨ 'ਚ ਆਇਆ, ਦੱਸਣ ਮੁਤਾਬਕ ਵੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਬਾਬਾ ਇੱਥੇ ਪ੍ਰੋਗਰਾਮ ਨਾ ਕਰੇ, ਪਰ ਸਰਕਾਰ ਦੀ ਸ਼ਹਿ ਸੀਗੀ। ਤੁਸੀਂ ਇੱਕ ਗੱਲ ਦੇਖੋ, ਅਫਸਰ ਖੁਦ ਦੱਸ ਰਹੇ ਨੇ ਕਿ ਸਰਕਾਰ ਦੀ ਸ਼ਹਿ ਤੇ ਇਹ ਪ੍ਰੋਗਰਾਮ ਹੋਇਆ ਤੇ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਦਿਨ ਪਹਿਲਾਂ ਸਾਰੇ ਲੁਧਿਆਣੇ ਦਾ ਜਿਹੜਾ ਬਿਹਾਰੀ ਲੇਬਰ ਹੈ, ਬਿਹਾਰ ਦੇ ਰਹਿਣ ਵਾਲੇ, ਯੂਪੀ ਦੇ ਰਹਿਣ ਵਾਲੇ ਲੋਕ ਨੇ, ਉਹਨਾਂ ਨੂੰ ਛੁੱਟੀ ਕਰਾਈ ਗਈ ਤਾਂ ਕਿ ਉਸ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਇਕੱਠ ਕੀਤਾ ਜਾਵੇ। ਇਕੱਠ ਕਰਕੇ ਇਹਦੇ ਵਿੱਚ ਚੜਾਈ ਕਰ ਗਿਆ ਇੱਕ ਬੰਦਾ, ਬੀਜੇਪੀ ਦਾ MLA ਸੀਗਾ ਉੱਥੋਂ, ਮੈਂ ਨਾਂ ਸ਼ਾਇਦ ਉਹਦਾ ਭੁੱਲ ਗਿਆ, ਤੇ ਉਹਨੇ ਬੜਾ ਜ਼ੋਰ ਲਾਇਆ ਬੀਜੇਪੀ ਦੇ MLA ਨੇ। ਜਿੰਨਾ ਵੀ ਉੱਥੋਂ ਭਈਆ ਸੀਗਾ ਉਹ ਗੱਡੀਆਂ ਭਰ ਕੇ ਉਹਦੇ ਪ੍ਰੋਗਰਾਮ 'ਚ ਲੈ ਕੇ ਗਿਆ ਤੇ ਕਹਿੰਦਾ ਸੀਗਾ ਕਿ ਅਸੀਂ ਇਹ ਪ੍ਰੋਗਰਾਮ ਕਰਾਂਗੇ, ਸਿੱਖ ਰੋਕ ਕੇ ਦਿਖਾਣ ਬਕਾਇਦਾ। ਤੋ ਉਹ ਪ੍ਰੋਗਰਾਮ ਕਰਦੇ ਸੀ ਤੇ ਸਿੱਖਾਂ ਨੇ ਅਰਦਾਸ ਕੀਤੀ ਗੁਰਦੁਆਰਾ ਫੇਰੂਮਾਨ ਤੋਂ 5 ਤਰੀਕ ਵਾਲੇ ਦਿਨ ਦੁਬਾਰਾ, ਜਿੱਦਣ ਉਹਨੇ ਆਉਣਾ ਸੀਗਾ, ਕਿ ਅਸੀਂ ਉਹ ਪ੍ਰੋਗਰਾਮ ਨਹੀਂ ਹੋਣ ਦੇਵਾਂਗੇ, ਕੁਛ ਵੀ ਹੋ ਜਾਵੇ। ਪੁਲਿਸ ਨੇ ਰੋਕਣ ਦੀ ਸੰਗਤ ਨੂੰ ਕੋਸ਼ਿਸ਼ ਕੀਤੀ, ਅਥਰੂ ਗੈਸ ਦੇ ਗੋਲੇ ਵੱਜੇ ਉੱਥੇ ਤੇ ਡਾਂਗਾ ਮਾਰੀਆਂ ਪੁਲਿਸ ਨੇ। ਜਿਹੜਾ ਵਾਟਰ ਕੈਨਨ ਹੈ ਉਹਦਾ ਵੀ ਕਿਤੇ ਨਾ ਕਿਤੇ ਇਸਤੇਮਾਲ ਕੀਤਾ ਤੇ ਹੋਰ ਕਾਫੀ ਉਹਨਾਂ ਨੇ ਤਸ਼ੱਦਦ ਕੀਤਾ ਸਿੱਖਾਂ ਤੇ। ਜਦੋਂ ਸਿੱਖ ਅੱਗੇ ਨੇੜੇ ਜਾ ਰਹੇ ਸੀਗੇ, ਉਹਨੂੰ ਰੋਕਣ ਦੇ ਲਈ ਸਿੱਖਾਂ ਦੇ ਉੱਤੇ ਪਹਿਲਾਂ ਹੀ ਗੋਲੀ ਚਲਾ ਦਿੱਤੀ ਇਹਨਾਂ ਨੇ ਜੀ, ਜਿਹਦੇ ਵਿੱਚ ਇੱਕ ਸਿੰਘ ਭਾਈ ਦਰਸ਼ਨ ਸਿੰਘ ਲੋਹਾਰਾ ਉਹ ਸ਼ਹੀਦ ਹੋ ਗਿਆ ਸੀਗਾ ਤੇ 7 ਦੇ ਨੇੜੇ ਸਿੰਘਾਂ ਦੇ ਗੋਲੀਆਂ ਲੱਗੀਆਂ ਸੀਗੀਆਂ ਤੇ ਸਖਤ ਜ਼ਖਮੀ ਹੋ ਗਏ ਸੀ। ਹੋਰ ਵੀ ਜ਼ਖਮੀਆਂ ਦੀ ਗਿਣਤੀ ਬਹੁਤ ਸੀਗੀ, 25-30 ਤੋਂ ਵੱਧ ਸੀਗੇ, ਪਰ ਜਿਹੜੇ ਹਸਪੀਟਲ ਦੇ ਵਿੱਚ ਆਏ, ਕਈ ਹਸਪੀਟਲ ਦੇ ਵਿੱਚ ਨਹੀਂ ਆਏ ਪੁਲਿਸ ਦੇ ਕਾਰਨ। ਉਸ ਟਾਈਮ ਪੁਲਿਸ ਦਾ ਦਬਾਅ ਬਹੁਤ ਸੀਗਾ, ਪੁਲਿਸ ਕੇਸ ਵੀ ਪਾ ਰਹੀ ਸੀਗੀ ਇਸ ਕਾਰਨ। ਤੇ ਉਸ ਸਮੇਂ ਜਿਹੜਾ ਇਹ ਘਟਨਾਕ੍ਰਮ ਵਾਪਰਦਾ, ਪਰ ਕਿਸੇ ਵੀ ਅਫਸਰ ਦੇ ਉੱਤੇ, ਕਿਸੇ ਵੀ ਬਾਬੇ ਦੇ ਉੱਤੇ, ਬਾਬੇ ਦੇ ਚੇਲੇ ਦੇ ਉੱਤੇ ਪੰਜਾਬ ਸਰਕਾਰ ਨੇ ਕੋਈ ਕੇਸ ਨਹੀਂ ਦਰਜ ਕੀਤਾ। ਇੰਨੇ ਸਿੱਖਾਂ ਦੇ ਗੋਲੀਆਂ ਵੱਜਣ ਦੇ ਬਾਵਜੂਦ, ਉਹਦਾ ਐਵੀਡੈਂਸ ਹੋਣ ਦੇ ਬਾਵਜੂਦ। ਅਸੀਂ ਗੱਲ ਕਰਦੇ ਹਾਂ ਕੋਰਟਾਂ ਦੀ, ਠੀਕ ਹੈ, ਸਾਨੂੰ ਮੁੱਦੇ ਜਿਉਂਦੇ ਰੱਖਣ ਦੇ ਲਈ ਕੋਰਟਾਂ ਦੇ ਵਿੱਚ ਜਾਣਾ ਪੈਂਦਾ ਕਿ ਸਾਨੂੰ ਕੋਈ ਇਨਸਾਫ ਮਿਲ ਜਾਵੇ। ਕਈ ਵਾਰੀ ਇਸ ਲਈ ਵੀ ਜਾਣਾ ਪੈਂਦਾ, ਇਨਸਾਫ ਤੇ ਮਿਲਣਾ ਨਹੀਂ, ਘੱਟੋ ਘੱਟ ਇਸ ਗੱਲ ਨੂੰ ਜਿਉਂਦਾ ਰੱਖੀਏ, ਕਿਤੇ ਨਾ ਕਿਤੇ ਸਿੱਖ ਇਨਸਾਫ ਜ਼ਰੂਰ ਲੈ ਲੂ। ਅਸੀਂ ਕੋਰਟ ਦੇ ਵਿੱਚ, ਮੈਂ ਖੁਦ ਗਿਆ, ਵਿਦ ਗੱਲ ਕਰਾਂਗੇ ਪੰਜਾਬ ਪੁਲਿਸ ਦਾ ਹੁਣ IG ਨੇ ਰਣਵੀਰ ਸਿੰਘ ਖੱਟੜਾ, ਉਹ SSP ਪਟਿਆਲਾ ਸੀ ਉਸ ਸਮੇਂ, ਉਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਗੋਲੀ ਕਾਂਡ ਵਾਪਰਿਆ। ਉਹਨਾਂ ਦੀ ਡਿਊਟੀ ਐਮਰਜੈਂਸੀ ਲੁਧਿਆਣੇ ਲਾਈ ਗਈ ਬਾਦਲ ਸਰਕਾਰ ਵੱਲੋਂ। ਮੈਂ ਖੁਦ ਸਾਰੀ ਰਿਟ ਬਣਾ ਕੇ ਹਾਈ ਕੋਰਟ ਦੇ ਵਿੱਚ ਲਾਈ ਹੈ ਕਿ ਆਹ ਐਵੀਡੈਂਸ ਨੇ, ਆਹ ਸਾਰਾ ਕੁਝ ਹੋਇਆ, ਵੀ ਜਿਹੜੀ ਹਾਈ ਕੋਰਟ ਹੈ ਉਹ ਕੋਈ ਨਾ ਕੋਈ ਕਾਰਵਾਈ ਕਰੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਪਹਿਲੀ ਗੱਲ ਤੇ ਹਾਈ ਕੋਰਟ ਨੇ ਮੈਨੂੰ ਹੀ ਕੁਐਸਚਨ ਰੇਜ਼ ਕਰ ਦਿੱਤਾ ਕਿ ਤੁਸੀਂ ਗਏ ਕੀ ਲੈਣ ਸੀ। ਫਿਰ ਸੈਕਿੰਡ ਗੱਲ ਇਹ ਸੀਗੀ ਕਿ ਉਹਨਾਂ ਨੇ ਕੋਰਟ ਨੂੰ, ਆਪਣਾ ਸਰਕਾਰ ਨੂੰ ਸੰਮਨ ਕੀਤਾ ਕਿ ਤੁਸੀਂ ਇਹਦੇ ਪ੍ਰਤੀ ਜਵਾਬ ਦਿਓ, ਤੇ ਬਾਦਲ ਨੇ ਆਪਣੇ ਸਾਈਨ ਕਰਕੇ ਇੱਕ ਲੈਟਰ ਕੋਰਟ ਨੂੰ ਭੇਜਿਆ ਕਿ ਉੱਥੇ ਗੋਲੀ ਚੱਲੀ ਨਹੀਂ। ਅੱਛਾ ਜੀ। ਤੇ ਕੋਰਟ ਨੇ ਜਿਹੜੀ ਮੇਰੀ ਉੱਥੇ ਰਿਟ ਲਾਈ ਸੀਗੀ ਸਾਡੀ ਮਨੁੱਖੀ ਅਧਿਕਾਰਾਂ ਹਿਊਮਨ ਰਾਈਟਸ ਵੱਲੋਂ, ਉਹ ਰੱਦ ਕਰ ਦਿੱਤੀ ਉਸੇ ਵੇਲੇ। ਤੁਸੀਂ ਦੇਖੋ ਵੀ ਇਹ ਇਨਸਾਫ ਹੈਗਾ ਇੱਥੇ। ਮੈਂ ਇੱਕ ਬੰਦਾ ਜਿਉਂਦਾ ਮੌਜੂਦ ਹੈ ਜਿਹਦੇ ਗੋਲੀ ਲੱਗੀ ਹੈ। ਥੋੜਾ ਜਿਹਾ ਇੰਟਰਪਟ ਕਰਨਾ ਚਾਹੁੰਦਾ ਹਾਂ, ਇੱਕ ਮਿੰਟ ਮਾਫੀ ਦੇਣਾ। ਜਦੋਂ ਇੱਕ ਸਿੰਘ ਸ਼ਹੀਦ ਹੋਇਆ ਤੁਹਾਡੇ ਸਮੇਤ,
ਤੁਹਾਡੇ ਸਮੇਤ ਕਿੰਨੇ ਸਿੰਘ ਜਿਹੜੇ ਜ਼ਖਮੀ ਹੋਏ ਸੀ ਉਦੋਂ? ਮਤਲਬ ਜ਼ਖਮੀਆਂ ਦੀ ਗਿਣਤੀ ਜਿਹੜੀ ਉਹ ਤੇ ਕਾਫੀ ਸੀਗੀ, 50 ਦੇ ਨੇੜੇ ਹੋਵੇਗੀ, ਪਰ ਜਿਹੜੇ ਸਾਡੇ ਨਾਲ ਇੱਕੋ ਹਸਪਤਾਲ ਦੇ ਵਿੱਚ ਸੀਗੇ ਉਹਨਾਂ ਦੀ ਗਿਣਤੀ 20 ਤੋਂ 25 ਦੇ ਨੇੜੇ ਸੀਗੀ, 25 ਦੇ ਨੇੜੇ ਸੀਗੀ, ਤੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ ਉਹ 6-7 ਦੇ ਨੇੜੇ ਸੀਗੇ। ਠੀਕ ਹੈ। ਤੇ ਕੀ ਸਰਕਾਰਾਂ ਦਾ ਵਤੀਰਾ ਕੀ ਰਿਹਾ ਉਦੋਂ ਬਾਅਦ, ਜਿਹੜੇ ਸਿੰਘ ਜ਼ਖਮੀ ਹੋਏ ਜਾਂ ਉਹਨਾਂ ਦੇ ਪ੍ਰਤੀ ਜਾਂ ਕੇਸ ਚੱਲਿਆ? ਸਰਕਾਰਾਂ ਨੇ, ਤੁਸੀਂ ਦੱਸਿਆ ਕਿ ਬਾਦਲ ਸਰਕਾਰ ਦਾ ਉਸ ਟਾਈਮ ਤੇ ਕਿਹੜੀ ਸਰਕਾਰ ਸੀ? ਆਪਾਂ 2009 ਦੇ ਵਿੱਚ ਉਸ ਸਮੇਂ ਵੀ ਬਾਦਲ ਅਕਾਲੀ ਦਲ ਸਰਕਾਰ ਸੀ। ਸੀ। ਹਾਂਜੀ ਹਾਂਜੀ, ਸਾਰੀਆਂ ਘਟਨਾਵਾਂ ਜਿਹੜੀਆਂ ਉਦੋਂ ਟਾਈਮ ਤੇ ਵਾਪਰੀਆਂ ਨੇ। ਹਾਂਜੀ। ਉਹਨਾਂ ਦੇ ਟਾਈਮ 'ਚ ਹੀ ਸੋ ਵਾਪਰੀਆਂ ਨੇ। ਮੇਰਾ ਸਵਾਲ ਇਹ ਸੀਗਾ ਵੀ ਜਿਹੜੇ ਸਿੰਘ ਸ਼ਹੀਦ ਹੋਏ, ਜਿਹੜਾ ਸਿੰਘ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਕੋਈ ਸਹਾਰਾ ਦਿੱਤਾ ਗਿਆ? ਕੋਈ ਕਾਨੂੰਨੀ ਲੜਾਈ ਲੜਨ ਵਾਸਤੇ ਕੋਈ ਅੱਗੇ ਜ਼ਖਮੀ ਸਿੰਘਾਂ ਦੀ ਜਿਹੜੀ ਕੋਈ ਅੱਗੇ ਕੇਅਰ ਕੀਤੀ ਹੋਵੇ ਜਾਂ ਕੇਸ ਲੜਨ ਵਾਸਤੇ ਕੋਈ ਕੀਤਾ ਹੋਵੇ ਸਰਕਾਰ ਨੇ? ਉਹ ਜੀ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਆਫਰ ਆਈ ਸੀ, ਉਹ 50-50 ਹਜ਼ਾਰ ਰੁਪਈਆ, ਲੱਖ ਰੁਪਈਆ ਦੇ ਰਹੇ ਸੀਗੇ ਕਿ ਜਿਹੜੇ ਸਿੰਘਾਂ ਦੇ ਗੋਲੀਆਂ ਲੱਗੀਆਂ ਨੇ। ਪਰ ਉੱਥੇ ਅਸੀਂ ਤਕਰੀਬਨ 10 ਕੁ ਸਿੰਘ ਸੀਗੇ, ਅਸੀਂ ਮਤਾ ਪਾਇਆ ਸੀਗਾ ਕਿ ਅਸੀਂ ਇਹਨਾਂ ਤੋਂ 1 ਰੁਪਈਆ ਨਹੀਂ ਲੈਣਾ, ਨਾ ਸਰਕਾਰ ਤੋਂ ਲੈਣਾ ਤੇ ਨਾ ਹੀ ਸ਼੍ਰੋਮਣੀ ਕਮੇਟੀ ਤੋਂ। ਤੇ ਉਹ ਚੈੱਕ ਦੇਣ ਆਏ ਸੀ, ਉਹਨਾਂ ਦਾ ਚੈੱਕ ਪਰੇ ਸੱਟ ਕੇ ਉਹਨਾਂ ਨੂੰ ਅਸੀਂ ਭਜਾਤੇ ਸੀਗਾ। ਮੱਕੜ ਆਏ ਸੀ, ਸਰਦਾਰ ਮੱਕੜ ਉਸ ਸਮੇਂ ਸਾਨੂੰ ਮਿਲਣ, ਅਸੀਂ ਮਨਾ ਕਰਤਿਆ ਸੀ। ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਡੀਸੀ ਨੇ ਉਹ ਆਏ ਸੀਗੇ, ਉਹ ਕਹਿ ਰਹੇ ਸੀ ਕਿ ਤੁਹਾਨੂੰ ਸਰਕਾਰੀ ਟ੍ਰੀਟਮੈਂਟ ਦੇਵਾਂਗੇ। ਅਸੀਂ ਉਹ ਵੀ ਮਨਾ ਕਰਤਿਆ ਸੀਗਾ, ਅਸੀਂ ਸਰਕਾਰੀ ਟ੍ਰੀਟਮੈਂਟ ਨਹੀਂ ਲਵਾਂਗੇ। ਇੱਕ ਪਾਸੇ ਤੁਸੀਂ ਸਾਡੇ ਗੋਲੀਆਂ ਮਾਰ ਰਹੇ ਹੋ, ਉਤੋਂ ਥੋੜਾ ਟ੍ਰੀਟਮੈਂਟ ਲਵਾਂਗੇ ਅਸੀਂ। ਜੀ ਜੀ। ਤੋ ਇਹ ਸਾਰੇ ਜਿਹੜੇ ਘਟਨਾਕ੍ਰਮ ਨੇ, ਉਸ ਤੋਂ ਬਾਅਦ ਮੈਂ ਨਾਲ ਹੀ ਗੱਲ ਕਰ ਦੇਵਾਂ, 2011 ਦੇ ਵਿੱਚ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ। ਭਾਈ ਰਾਜੋਆਣੇ ਦੀ ਜਦੋਂ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ, ਫਾਂਸੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਜਾਂਦੀ ਹੈ ਸਿੱਖਾਂ ਵੱਲੋਂ, ਸਿੱਖ ਸੰਗਤ ਵੱਲੋਂ, ਉਸ ਸਮੇਂ ਵੀ ਅਕਾਲੀ ਦਲ ਦੀ ਸਰਕਾਰ ਸੀਗੀ। ਭਾਈ ਜਸਪਾਲ ਸਿੰਘ ਚੋੜ ਸਿੱਧਵਾਂ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕਿਸੇ ਵੀ ਪੁਲਿਸ ਅਫਸਰ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ। ਹਾਂਜੀ। ਫਿਰ ਆਪਾਂ ਬਰਗਾੜੀ ਆ ਜਾਈਏ, ਉਹ ਵੀ ਮਤਲਬ ਸਾਡੇ ਸਾਹਮਣੇ ਆ। ਮੈਂ ਸਮਝਦਾ ਤੁਹਾਡੀ ਗੱਲ, ਤੁਸੀਂ ਜਿੰਨਾ ਵਿਸਥਾਰ ਦੇ ਨਾਲ ਸਾਰੀ ਗੱਲ ਦੱਸੀ। ਬਰਗਾੜੀ ਵੱਲ ਹੁਣ, ਬਾਈਬਲ ਕਲਾਂ ਬਰਗਾੜੀ ਦੇ ਜਿਹੜੇ ਦੋ ਜਿਹੜੇ ਮੁੱਦੇ ਹੁਣ ਆਪਾਂ ਵਿਚਾਰਨੇ ਹੈਗੇ ਆ, ਜਿਵੇਂ ਕਿ ਮੈਂ ਤੁਹਾਨੂੰ ਆਪਣਾ ਸਵਾਲ ਥੋੜਾ ਇੱਧਰ ਆਊਂਗਾ ਵੀ ਇਹ ਜਿਹੜਾ ਬਾਈਬਲ ਕਲਾਂ ਬਰਗਾੜੀ ਜਿਹੜਾ ਵਾਪਰਿਆ ਸੀ, ਬਕਾਇਦਾ ਇੱਕ ਜਿਹੜਾ ਡੇਰਾ ਹੈਗਾ ਵਾ ਉਹਦੇ ਪੈਰੋਕਾਰਾਂ ਵੱਲੋਂ, ਜਿੱਦਾਂ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਚੈਲੰਜ ਕਰਕੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ। ਉਸ ਟਾਈਮ ਤੇ ਜਿਹੜਾ ਗੋਲੀकांड ਵਾਪਰਿਆ, ਉੱਥੇ ਜਿਹੜੇ ਸਿੰਘ ਸ਼ਹੀਦ ਹੋਏ ਆ, ਉੱਥੇ 2 ਸਿੰਘ ਸ਼ਹੀਦ ਹੋਏ ਆ, ਉਸ ਟਾਈਮ ਤੇ ਪ੍ਰੋਟੈਸਟ ਕਰ ਰਹੇ। ਸਰਕਾਰ ਦਾ ਵਤੀਰਾ ਕੀ ਸੀ? ਉਸ ਸਮੇਂ ਦੀ ਜਿਹੜੀ ਮੌਜੂਦਾ ਸਰਕਾਰ ਆ, ਉਹਨੂੰ ਸੋਲਵ ਕਰਨ ਦੇ ਲਈ ਜਿਹੜਾ ਪ੍ਰੋਟੈਸਟ ਸੀਗਾ, ਉਹਨਾਂ ਦੀ ਗੱਲ ਸੁਣਨ ਵਾਸਤੇ ਸਰਕਾਰ ਦਾ ਰਿਸਪੌਂਸ ਕਿੱਦਾਂ ਦਾ ਸੀਗਾ? ਤੇ ਸਰਕਾਰ ਨੇ ਕੀਤਾ ਕੀ ਤੇ ਘਟਨਾ ਵਾਪਰੀ ਕਿਉਂ, ਜਿਹੜੀ ਗੋਲੀकांड ਦੀ ਘਟਨਾ ਸੀ ਬੇਅਦਬੀ ਹੋਣ ਤੋਂ ਬਾਅਦ? ਦੇਖੋ ਜੀ, ਸਰਕਾਰ ਨੇ ਉੱਥੇ ਮਤਲਬ ਜਿਹੜੀ ਨਿਹੱਥੇ ਸਿੱਖ ਉੱਥੇ ਬੈਠੇ ਸੀਗੇ, ਜਾਪ ਕਰ ਰਹੇ ਸੀਗੇ, ਵਾਹਿਗੁਰੂ ਦਾ ਪਾਠ ਕਰ ਰਹੇ ਸੀਗੇ, ਉਹਨਾਂ ਦੇ ਉੱਤੇ ਜਾ ਕੇ ਸਿੱਧੀ ਫਾਇਰਿੰਗ ਕਰ ਦਿੱਤੀ। ਉਹਨਾਂ ਨੇ ਕੋਈ ਪਹਿਲਾਂ ਉਹਨਾਂ ਨੂੰ ਠਾਣ ਦੀ ਕੋਸ਼ਿਸ਼ ਨਹੀਂ ਕੀਤੀ, ਕੋਈ ਲਾਠੀ ਚਾਰਜ ਨਹੀਂ ਕੀਤਾ, ਕੋਈ ਵਾਟਰ ਕੈਨਨ ਦਾ ਨਹੀਂ ਇਸਤੇਮਾਲ ਕੀਤਾ, ਸਿੱਧੀਆਂ ਹੀ ਗੋਲੀਆਂ ਮਾਰੀਆਂ ਨੇ ਜਾ ਕੇ, ਤੇ ਇੱਥੇ ਤੁਹਾਨੂੰ ਬੈਠਣ ਨਹੀਂ ਦੇਵਾਂਗੇ। ਜਿਵੇਂ ਸਾਕਾ ਨਕੋਦਰ ਵਿਖੇ ਗੋਲੀकांड ਵਾਪਰਿਆ ਸੀਗਾ ਜਾਂ ਹੋਰ ਗੋਲੀकांड ਵਾਪਰੇ ਨੇ, ਉਸੇ ਤਰੀਕੇ ਨਾਲ ਬਰਗਾੜੀ ਵਿਖੇ ਵੀ ਜਿਹੜਾ ਪੁਲਿਸ ਤੇ ਸਰਕਾਰ ਦਾ ਰਵੱਈਆ ਕੋਈ ਬਦਲਿਆ ਨਹੀਂ, ਇੱਕੋ ਜਿਹੋ ਜਿਹਾ ਸੀਗਾ। ਕਿਉਂਕਿ ਸਰਕਾਰ ਵੀ ਇੱਕੋ ਜਿਹੀ, ਪੁਲਿਸ ਵੀ ਸਾਰੀ ਇੱਕੋ ਹੀ ਹੈ, ਕੋਈ ਬਦਲਾਅ ਨਹੀਂ ਉਹਨਾਂ ਦੇ ਵਿੱਚ, ਉਹੀ ਅਫਸਰ ਨੇ ਪੁਰਾਣੇ ਜਿੰਨੇ ਵੀ ਨੇ। ਸੋ ਇਹਨਾਂ ਨੇ ਉੱਥੇ ਸਿੱਖਾਂ ਦੇ ਉੱਤੇ ਬੈਠੀ ਜਿਹੜੀ ਜਾਪ ਕਰਦੀ ਸੰਗਤ ਸੀਗੀ, ਉਹਦੇ ਉੱਤੇ ਮਤਲਬ ਲਾਠੀ ਚਾਰਜ ਕੀਤਾ, ਤੇ ਨਾ ਮਾਫ ਕਰਨਾ, ਗੋਲੀਆਂ ਦਾ ਮੀਂਹ ਜਿਹੜਾ ਵਰਾਇਆ, ਜਿਸ ਕਰਕੇ ਉੱਥੇ ਅਫਰਾ ਤਫਰੀ ਮੱਚਦੀ, ਸੰਗਤ ਇੱਧਰ ਉੱਧਰ ਜਿਹੜੀ ਹੋਣ ਲੱਗ ਗਈ। ਪਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਉੱਤੇ ਕੋਈ ਤਰਸ ਨਾ ਖਾਂਦਿਆਂ ਉਹਨਾਂ ਦੇ ਉੱਤੇ ਪੂਰਾ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਉੱਥੇ ਜਿਹੜੇ ਸਿੰਘ ਨੇ ਉਹ ਸ਼ਹੀਦ ਹੋ ਗਏ ਸੀਗੇ। ਪਰ ਬਾਦਲ ਸਰਕਾਰ ਨੇ ਕਿਸੇ ਵੀ ਪੁਲਿਸ ਅਫਸਰ ਨੂੰ ਕੋਈ ਸਜ਼ਾ ਨਹੀਂ ਦਿੱਤੀ। ਕਾਂਗਰਸ ਦੇ ਟਾਈਮ ਆ ਕੇ ਕੁਝ ਅਫਸਰਾਂ ਦੇ ਉੱਤੇ ਸਖਤੀ ਹੋਈ ਹੈ, ਸਿਰਫ ਥੋੜੀ ਜੀ, ਪਰ ਮੁਕੰਮਲ ਜਿਹੜਾ ਇਨਸਾਫ ਹੈ ਉਹ ਸਾਨੂੰ ਅੱਜ ਤੱਕ ਨਹੀਂ ਮਿਲਿਆ ਹੈਗਾ ਕਿਸੇ ਵੀ ਤਰ੍ਹਾਂ ਦਾ। ਇਹ ਘਟਨਾ ਦਾ ਵੀ ਨਹੀਂ ਮਿਲਿਆ, ਤੇ ਇਸ ਤੋਂ ਪਹਿਲਾਂ ਘਟਨਾਵਾਂ ਕੋ ਤੁਹਾਡੇ ਜ਼ਿਕਰ ਚ ਹੋਣ ਜਿਹਦਾ ਇਨਸਾਫ ਪੂਰਨ ਰੂਪ ਚ ਮਿਲਿਆ ਹੋਵੇ? ਪਹਿਲਾਂ ਵੀ ਜਿਹੜੀਆਂ ਘਟਨਾਵਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਮੈਂ ਤੇ ਸਮਝਦਾ ਜੀ, ਸਮਾਂ ਚਲੋ ਹੁਣ ਆਪਣਾ ਥੋੜਾ ਹੀ ਹੈ, ਪਰ ਮੈਂ 2 ਗੱਲਾਂ ਕਹਿ ਕੇ ਤੁਹਾਨੂੰ ਬੇਨਤੀ ਕਰ ਦੇਵਾਂ ਕਿ 1947 ਤੋਂ ਲੈ ਕੇ ਨਹੀਂ ਸਾਨੂੰ ਮਿਲਿਆ ਹੈਗਾ। ਜਦੋਂ ਦਰਬਾਰ ਸਾਹਿਬ 1955 ਦੇ ਵਿੱਚ ਪੁਲਿਸ ਵਾੜੀ ਹੈ ਇਹਨਾਂ ਨੇ, ਉਦੋਂ ਵੀ ਨਹੀਂ ਮਿਲਿਆ ਸਾਨੂੰ ਇਨਸਾਫ। ਉਸ ਤੋਂ ਬਾਅਦ ਬੜੀਆਂ ਹੀ ਘਟਨਾਵਾਂ ਵਾਪਰੀਆਂ ਨੇ, ਸਾਨੂੰ ਕਿਸੇ ਗੱਲ ਦਾ ਨਹੀਂ ਇਨਸਾਫ ਮਿਲਿਆ। ਠੀਕ ਹੈ, ਸਮੇਂ ਦੀ ਨਿਜਾਕਤ ਨੂੰ ਰੱਖਦਿਆਂ ਮੈਂ 2-3 ਸਵਾਲ ਮੇਰੇ ਬੜੇ ਜ਼ਰੂਰੀ ਆ ਤੁਹਾਡੇ ਕੋਲ ਕਰਨੇ ਜਿਹੜੇ ਹੈਗੇ ਆ। ਜੀ 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 ਜੀ। ਇੱਕ ਤੇ ਹੈਗਾ ਕਿ
ਜਿਹੜਾ 2015 ਦਾ ਜਿਹੜਾ ਕਾਂਡ ਵਾਪਰਿਆ ਸੀਗਾ, ਬੇਅਦਬੀ ਹੋਈ ਤੇ ਉਸ ਤੋਂ ਬਾਅਦ ਗੋਲੀ ਕਾਂਡ ਵੀ ਹੋਇਆ। ਹਾਂਜੀ, ਸਿੰਘ ਸ਼ਹੀਦ ਵੀ ਹੋਏ। 2015 ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਰਹੀ ਅਕਾਲੀ ਦਲ ਦੀ 2 ਸਾਲ ਸਰਕਾਰ। ਉਸ ਤੋਂ ਬਾਅਦ 17 ਚ ਕਾਂਗਰਸ ਆਈ, 5 ਸਾਲ ਕਾਂਗਰਸ ਦੀ ਸਰਕਾਰ ਰਹੀ। ਹਾਂਜੀ, ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆ ਗਈ ਹੈ। ਹਾਂਜੀ, ਕਮਿਸ਼ਨ ਬਣੇ ਆ, ਸਿੱਟਾਂ ਬਣੀਆਂ ਨੇ, ਬੜੀਆਂ ਜਾਂਚ ਕਮੇਟੀਆਂ ਬਣੀਆਂ ਹੈਗੀਆਂ ਨੇ। ਗੱਲ ਉੱਥੇ ਹੀ ਖੜੀ ਹੈਗੀ ਹੈ ਜਿੱਥੇ ਪਹਿਲਾਂ ਖੜੀ ਸੀ ਸ਼ੁਰੂ ਦੇ ਵਿੱਚ। ਹਾਂਜੀ, ਜਿਹੜੇ ਮੌਜੂਦਾ ਕਾਨੂੰਨ ਹੈਗੇ ਆ, ਧਾਰਾ 295 ਇਹ ਜਿਹੜਾ ਜੋੜੀਆਂ ਹੈਗੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਕਾਨੂੰਨਾਂ ਦੇ ਤਹਿਤ ਜਿਹੜੇ ਜ਼ਿੰਮੇਵਾਰ ਪੁਲਿਸ ਅਫਸਰ ਸਮੇਤ ਸੈਣੀ ਵਰਗੇ ਆ, ਜਾਂ ਜਿਹੜੇ ਰਾਜਨੀਤਿਕ ਆਗੂ ਹੈਗੇ ਆ ਮੁੱਖ, ਜਿਨ੍ਹਾਂ ਦੇ ਸਾਜ਼ਿਸ਼ ਦੇ ਨਾਲ ਇਹ ਵਾਪਰਿਆ, ਹਾਂਜੀ, ਜਿਨ੍ਹਾਂ ਦੀ ਅਣਗਹਿਲੀ ਨਾਲ ਆਪਾਂ ਕਹਿ ਲਈਏ ਤੇ ਨਾਲੇ ਸਾਜ਼ਿਸ਼ ਨਾਲ, ਉਹਨਾਂ ਨੂੰ ਸਜ਼ਾ ਦੇਣ ਲਈ ਇਹ ਕਾਫੀ ਆ? ਇਹ ਕਾਨੂੰਨ ਕੀ ਤਰਮੀਮ ਕਰਨ ਦੀ ਕਿੱਦਾਂ ਦੀ ਲੋੜ ਹੈਗੀ ਆ? ਸਜ਼ਾ ਕੀ ਹੋਣੀ ਚਾਹੀਦੀ ਆ? ਥੋੜਾ ਜਿਹਾ ਇਹਦੇ ਵਿਸਥਾਰ ਨਾਲ ਦੱਸੋ ਵੀ ਜਿਹੜੇ ਮੌਜੂਦਾ ਕਾਨੂੰਨ ਹੈਗੇ ਉਹਨਾਂ ਬਾਰੇ। ਹਾਂਜੀ, ਦੇਖੋ ਜੀ, ਜਿਨ੍ਹਾਂ ਨੇ ਤਾਂ ਗੋਲੀ ਚਲਾਈ ਸੀ ਸਿੱਖਾਂ ਦੇ ਉੱਤੇ, ਉਹਨਾਂ ਦੇ ਉੱਤੇ 302 ਲੱਗੀ ਹੋਈ ਹੈ, ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕੀਤੀਆਂ ਨੇ, ਉਹਨਾਂ ਦੇ ਉੱਤੇ 295 ਏ ਲੱਗੀ ਹੋਈ ਹੈ। ਜੇ ਆਪਾਂ 302 ਦੀ ਗੱਲ ਕਰ ਲਈਏ ਤੇ ਬੜੀ ਸਖਤ ਧਾਰਾ ਵਾ। ਜੇ ਸਰਕਾਰ ਚਾਹੇ ਇਸ ਧਾਰਾ ਦੇ ਤਹਿਤ ਬੰਦੇ ਨੂੰ ਤਾ ਉਮਰ ਤੱਕ ਰੱਖ ਸਕਦੀ ਹੈ, ਜਦੋਂ ਤੱਕ ਬੰਦੇ ਦੀ ਮੌਤ ਨਹੀਂ ਹੁੰਦੀ ਹੈਗੀ। ਪਰ ਗੱਲ ਇਹ ਹੈ ਵੀ ਉਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ। ਜਿੰਨੇ ਵੀ ਗੋਲੀकांड ਦੇ ਦੋਸ਼ੀ ਨੇ, ਜਿਨ੍ਹਾਂ ਨੇ ਸਿੱਖਾਂ ਦੇ ਗੋਲੀਆਂ ਮਾਰੀਆਂ ਸੀਗੀਆਂ ਬਰਗਾੜੀ ਵਿਖੇ, ਉਹ ਸਾਰੇ ਹੀ ਬਾਹਰ ਨੇ, ਸਾਰਿਆਂ ਕੋਲ ਜ਼ਮਾਨਤਾਂ ਨੇ। ਮੈਂ ਉਹਨਾਂ ਦੇ ਕਈ ਅਫਸਰਾਂ ਦੀ ਪੜ੍ਹਦਾ। ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰ ਲਈਏ, ਉਹਦੇ ਕੋਲੇ ਵੀ ਡਰਾਮੇਬਾਜ਼ੀ ਹੈ। ਉਸ ਤੋਂ ਬਿਨਾਂ ਅਸੀਂ ਤਾਂ ਉਸ ਸਮੇਂ ਦੇ ਕਹੇ ਆ ਕਿ ਕੁੰਵਰ ਵਿਜੇ ਪ੍ਰਤਾਪ ਡਰਾਮੇਬਾਜ਼ੀ ਕਰ ਰਿਹਾ, ਪਰ ਸਾਡੀ ਕੌਮ ਉਹਨੂੰ ਕਦੇ, ਕੁਛ ਬੰਦੇ ਸਾਡੀ ਕੌਮ ਦੇ ਉਹਨੂੰ ਸੋਨੇ ਦਾ ਤਗਮਾ ਦੇ ਰਹੇ ਨੇ, ਕੋਈ ਬੰਦਾ ਕੁਛ ਦੇਣ ਲੱਗਿਆ ਹੋਇਆ। ਮਤਲਬ ਸਮਝ ਹੀ ਨਹੀਂ ਹੈਗੀ ਇਸ ਗੱਲ ਦੀ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੁਣ ਉਹ ਸਰਕਾਰ ਦੇ ਵਿੱਚ ਆ ਗਿਆ, MLA ਬਣ ਗਿਆ ਵਾ। ਹੁਣ ਉਹ ਦਵੇ, ਇਹਨਾਂ ਨੂੰ ਫਾਹੇ ਟੰਗ ਦਵੇ। ਜਿਹੜਾ ਕਹਿੰਦਾ ਸੀ ਬਾਦਲ ਸਜ਼ਾ ਨਹੀਂ ਦਿੰਦਾ, ਮੈਂ ਫਾਹੇ ਟੰਗ ਦਾਂਗਾ ਇੱਕ ਦਿਨ, ਹੁਣ ਟੰਗੇ ਉਹ ਫਾਹੇ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਆ ਕਿ ਹੁਣ ਉਹ ਬਕਾਇਦਾ ਆਪਣਾ ਵਿਧਾਇਕ ਚੁਣੇ ਗਏ। ਹਾਂਜੀ, ਅੰਮ੍ਰਿਤਸਰ ਤੋਂ ਸਰਕਾਰ ਦਾ ਹਿੱਸਾ ਹੈਗੇ ਆ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਹੈਗੇ ਅਰਵਿੰਦ ਕੇਜਰੀਵਾਲ, ਉਹਨਾਂ ਵੱਲੋਂ ਕਿਹਾ ਗਿਆ ਕਿ 24 ਘੰਟਿਆਂ ਦੇ ਵਿੱਚ ਜਿਹੜਾ ਉਹ ਦੋਸ਼ੀ ਜਿਹੜੇ ਆ ਫੜ ਲਏ ਜਾ ਸਕਦੇ ਆ। ਹਾਂਜੀ, ਜੇ ਸਾਡੀ ਸਰਕਾਰ ਬਣਦੀ ਹੈਗੀ ਆ। ਹੁਣ ਜਿਹੜਾ ਬਰਗਾੜੀ ਮੋਰਚਾ ਲੱਗਾ ਹੋਇਆ, ਅੱਜ ਵੀ ਉਦਾਂ ਹੀ ਲੱਗਾ ਹੋਇਆ। ਹਾਂਜੀ, ਉੱਥੇ ਬਕਾਇਦਾ 2 ਵਾਰੀ ਜਾਮ ਕੀਤਾ ਗਿਆ ਆ। ਹੁਣ ਇਹਨਾਂ ਦੀ ਲੀਗਲ ਟੀਮ ਸਰਕਾਰ ਦੀ ਉੱਥੇ ਗਈ ਹੈਗੀ ਆ। ਉਹਦੇ ਵੱਲੋਂ ਕੀ ਭਰੋਸਾ ਦਿੱਤਾ ਗਿਆ ਹੈਗਾ ਆ ਕਿ ਤੁਹਾਨੂੰ ਏਦਾਂ ਕੀ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਅਸਲ ਸੰਜੀਦਾ ਹੈ ਆ? ਜੇ ਹੈਗੀ ਆ ਤੇ ਉਹ ਕਿੰਨਾ ਕੁ ਸਫਲ ਹੋ ਪਾਊਗੀ? ਜਿਹੜੇ ਵੱਡੇ ਆਗੂ ਹੈਗੇ ਆ ਤਮਾਮ, ਜਿਹੜੇ ਆਪਾਂ ਛੋਟੇ ਮੋਟਿਆਂ ਦੇ ਲੋਕਾਂ ਨੂੰ ਸਜ਼ਾ ਦੇ ਸਕਦੇ ਆ, ਲੇਕਿਨ ਕੀ ਜਿਹੜੇ ਵੱਡੇ ਦਿਗਜ ਹੈਗੇ ਆ ਉਹਨਾਂ ਨੂੰ ਸਜ਼ਾ ਦੇ ਪਾਉਣੀ ਆਮ ਆਦਮੀ ਪਾਰਟੀ ਦੇ ਵੱਸ ਦੀ ਗੱਲ ਹੈ? ਦੇਖੋ ਜੀ, ਮੈਂ ਸਮਝਦਾ ਜਿਹੜੀ BJP ਹੈ ਉਹ ਹਿੰਦੂਤਵ ਦਾ ਹਾਰਡਕੋਰ ਇੱਕ ਵਿੰਗ ਹੈਗਾ, ਤੇ ਜਿਹੜੀ ਆਮ ਆਦਮੀ ਪਾਰਟੀ ਹੈ ਸੌਫਟ ਕੋਰਨਰ ਹੈ, ਥੋੜਾ ਜਿਹਾ ਹਜੇ ਤੱਕ। ਉਹ ਜਿਹੜੇ ਉਹਨਾਂ ਦੇ ਏਜੰਡੇ ਹੇਠ ਕੰਮ ਕਰਦੇ ਨੇ ਲੋਕ, ਉਹਨਾਂ ਤੋਂ ਕੋਈ ਉਮੀਦ ਰੱਖਣੀ ਇਨਸਾਫ ਦੀ, ਮੈਨੂੰ ਤੇ ਲੱਗਦਾ ਨਹੀਂ ਕਿ ਉਹ ਇਨਸਾਫ ਦੇ ਸਕਦੇ ਨੇ। ਠੀਕ ਹੈ, ਅਸੀਂ ਉਹਨਾਂ ਨੂੰ ਬਾਰ-ਬਾਰ ਘੇਰਨਾ ਕਿ ਸਾਨੂੰ ਇਨਸਾਫ ਦਿਓ, ਅਸੀਂ ਮੰਗ ਵੀ ਕਰਨੀ ਹੈ, ਛੱਡਣੀ ਨਹੀਂ ਹੈਗੀ, ਕਿਉਂਕਿ ਅਸੀਂ ਜਿਹੜੀ ਸਾਡੇ ਨਾਲ ਜ਼ੁਲਮ ਹੋਇਆ ਉਹਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਪਰ ਜੇਕਰ ਆਪਾਂ ਇਨਸਾਫ ਦੀ ਗੱਲ ਕਰ ਲਈਏ, ਉਹ ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ ਕਿ ਇਹ ਸਾਨੂੰ ਕੋਈ ਇਨਸਾਫ ਦੇ। ਠੀਕ ਹੈ ਜੀ। ਸੋ ਭਾਈ ਸਾਹਿਬ, ਇਹ ਵਿਚਾਰ ਵਟਾਂਦਰਾ ਜਿਹੜਾ ਅਸੀਂ ਕੀਤਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਸਿੱਖ ਧਰਮ ਲਈ ਸਮੁੱਚੀ ਮਾਨਵਤਾ ਲਈ। ਹਾਂਜੀ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤੇ ਇੱਕ ਧਰਮ ਦੇ ਨਾਂ ਲੈ ਕੇ ਸਗੋਂ ਸਮੁੱਚੇ ਜਿਹੜੇ ਵਿਦਵਾਨ ਸੀਗੇ, ਸੰਤ ਫਕੀਰ ਸੀਗੇ, ਹਾਂਜੀ, ਭੱਟ ਸੀਗੇ, ਭਗਤ ਸੀਗੇ, ਉਹਨਾਂ ਦੀ ਵੀ ਜਿਹੜੀ ਆਪਾਂ ਕਹਿ ਸਕਦੇ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਮਹਾਕਥਨ ਸੀਗੇ ਉਹ ਸ਼ਾਮਲ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੱਲਾ ਸਿੱਖਾਂ ਦਾ ਨਹੀਂ, ਸਮੁੱਚੀ ਮਨੁੱਖਤਾ ਦਾ ਇੱਕ ਮਾਰਗਦਰਸ਼ਨ ਗੁਰੂ ਸਾਹਿਬਾਨ ਬਣਾਇਆ। ਹਾਂਜੀ, ਉਹਦੇ ਰੂਪ ਵਿੱਚ ਬਖਸ਼ਿਸ਼ ਕੀਤੀ, ਇੱਕ ਵਿਚਾਰਧਾਰਾ ਏਦਾਂ ਦੀ ਬਖਸ਼ਿਸ਼ ਕੀਤੀ ਕਿ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਾਡੇ ਜਿਹੜੀ ਵਿਚਾਰਧਾਰਾ, ਸਾਡੇ ਧਰਮ ਦੀ ਵਿਚਾਰਧਾਰਾ, ਉਹਨੂੰ ਕੋਈ ਪ੍ਰਤੀਨਿਧਤਾ ਨਹੀਂ ਹੈਗੀ ਵਿੱਚ। ਹਾਂਜੀ, ਲੇਕਿਨ ਫਿਰ ਵੀ ਇਹਨੂੰ ਇੱਕ ਆਪਾਂ ਕਹਿ ਸਕਦੇ ਹੈਗੇ ਕਿ ਸਿੱਖੀਜ਼ਮ ਨੂੰ ਢਾਹ ਲਾਉਣ ਦੀ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਗਾਤਾਰ ਜਾਰੀ ਹੈਗੀਆਂ ਨੇ। ਸੋ ਤੁਸੀਂ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਕਿੱਦਾਂ ਅੰਗਰੇਜ਼ਾਂ ਦੇ ਸਮੇਂ 1947 ਤੋਂ ਪਹਿਲਾਂ, ਮੁਗਲਾਂ ਦੇ ਟਾਈਮ ਤੋਂ ਪਹਿਲਾਂ, ਜਾਂ ਫਿਰ 1947 ਤੋਂ ਬਾਅਦ
ਇਹ ਸਿਲਸਿਲਾ ਜਿਹੜਾ ਹੈਗਾ ਆ ਉਹ ਲਗਾਤਾਰ ਜਾਰੀ ਹੈਗਾ। ਸਿੱਖ ਲਗਾਤਾਰ ਇਨਸਾਫ ਲਈ ਲੜਦੇ ਆਏ ਹੈਗੇ ਆ, ਲੜਦੇ ਰਹਿਣਗੇ। ਪਹਿਲਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੇ ਲਈ ਲੜਦੇ ਹੈਗੇ ਆ, ਇਨਸਾਫ ਲਈ ਲੜਦੇ ਆ, ਤੇ ਫਿਰ ਜਦੋਂ ਸ਼ਹਾਦਤਾਂ ਹੁੰਦੀਆਂ ਤੇ ਫਿਰ ਨਾਲ ਦੀ ਨਾਲ ਦੋਹਰੀ ਲੜਾਈ ਲੜਦੇ ਹੈਗੇ ਆ ਕਿ ਉਹ ਆਪਣੀਆਂ ਸ਼ਹਾਦਤਾਂ ਦਾ ਵੀ ਇਨਸਾਫ ਮੰਗਦੇ ਹੈਗੇ ਆ। ਸੋ ਇਹ ਲੜਾਈ ਇਨਸਾਫ ਦੀ ਭਾਵੇਂ ਉਮੀਦ ਘੱਟ ਹੋਵੇ, ਪਰ ਇਹ ਲੜਾਈ ਜਾਰੀ ਰਹਿਣੀ ਚਾਹੀਦੀ ਆ। ਤੁਸੀਂ ਕਿਹਾ ਇਹ ਲੜਾਈ ਸਾਡੀ ਹੋਂਦ ਦੀ ਬਰਕਰਾਰ ਰੱਖਣ ਵਾਸਤੇ ਸਾਡੀ ਜਿਹੜੀ ਲੜਾਈ ਆ ਉਹ ਜਾਰੀ ਰਹਿਣੀ ਚਾਹੀਦੀ ਆ, ਕਿਉਂਕਿ ਜਿਹੜਾ ਸਿੱਖ ਧਰਮ ਹੈ ਸੰਘਰਸ਼ ਚੋਂ ਪੈਦਾ ਹੋਇਆ ਧਰਮ ਹੈਗਾ, ਜ਼ੁਲਮ ਚੋਂ ਪੈਦਾ ਹੋਇਆ ਧਰਮ ਹੈਗਾ ਆ, ਜਿਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਇਹ ਗੱਲ ਦੀ ਜਿਹੜੀ ਆ ਉਪਦੇਸ਼ ਦਿੱਤਾ ਹੈਗਾ ਆ ਕਿ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ, ਲੜਦੇ ਰਹਿਣਾ। ਜਿਵੇਂ ਸਾਡੇ ਸਿੰਘਾਂ ਨੇ ਗੁਰੀਲਾ ਯੁੱਧ ਲੜ ਕੇ ਆਪਣੇ ਤੋਂ ਵੱਡੇ ਤਾਕਤਵਰਾਂ ਦੇ ਮੂੰਹ ਭੰਨੇ। ਹਾਂਜੀ, ਸੋ ਅਸੀਂ ਇਹ ਉਮੀਦ ਕਰਦੇ ਹੈਗੇ ਹਾਂ ਕਿ ਸਿੱਖ ਉਦੋਂ ਸਮਾਂ ਜਿਹੜੇ ਹੈਗੇ ਉਹਨਾਂ ਸਮਾਂ ਸੰਘਰਸ਼ ਕਰਦੇ ਰਹਿਣਗੇ ਜਿੰਨਾ ਸਮਾਂ ਤੱਕ ਉਹਨਾਂ ਨੂੰ ਇਨਸਾਫ ਮਿਲ ਨਹੀਂ ਜਾਂਦਾ, ਜਾਂ ਫਿਰ ਕੋਈ ਏਦਾਂ ਦੀ ਵਿਵਸਥਾ ਨਹੀਂ ਪੈਦਾ ਹੋ ਜਾਂਦੀ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ, ਜਿਹਦੇ ਵਿੱਚ ਇਹ ਘਟਨਾਵਾਂ ਵਾਪਰਨ ਦੀ ਕੋਈ ਗੁੰਜਾਇਸ਼ ਹੀ ਨਾ ਰਹੇ। ਉਹਨਾਂ ਦੀ ਜਿਹੜੀ ਇੱਕ ਸਿੱਧੇ ਤੌਰ ਤੇ ਕਿਰਦਾਰਕੁਸ਼ੀ ਹੈਗੀ ਆ, ਸੋ ਉਹ ਬੰਦ ਹੋ ਜਾਵੇ। ਹਾਂਜੀ, ਜਦੋਂ ਇਹ ਕੋਸ਼ਿਸ਼ਾਂ ਬੰਦ ਹੋਣਗੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਜ਼ਮਤ ਹੈਗੀ ਆ, ਪਵਿੱਤਰਤਾ ਹੈਗੀ ਆ, ਉਹ ਵੀ ਕਾਇਮ ਰਹੇਗੀ। ਇਹਦੀ ਕਾਮਨਾ ਅਸੀਂ ਹਮੇਸ਼ਾ ਕਰਦੇ ਹਾਂ, ਹਰ ਸਿੱਖ ਅਰਦਾਸ ਕਰਦੇ ਆ, ਤੁਸੀਂ ਵੀ ਕਰਦੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਵਿਸਥਾਰ ਦੇ ਨਾਲ ਇਸ ਪ੍ਰੋਗਰਾਮ ਵਿੱਚ ਦੱਸਿਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਵੱਲੋਂ ਸਾਥ ਅਸੀਂ ਲੈਂਦੇ ਰਵਾਂਗੇ। ਸੋ ਪੰਜਾਬ ਨਗਾਰਾ ਦੇ ਵਿੱਚ ਆਉਣ ਲਈ, ਆਪਣੇ ਵਿਚਾਰ ਪ੍ਰਗਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।